12:27 ਹੋਏ ਨੇ। 13 ਅਕਤੂਬਰ ਦਾ ਦਿਨ ਹੈ, ਵਰਾ 2021 ਦਾ ਬੁੱਧਵਾਰ ਹੈ। ਤੁਹਾਡਾ ਖਾਸ 28 ਆਸੂ ਨਾਨਕ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ। ਸੰਗਰਾਂਦ ਆਉਣੇ ਵਾਲੀ ਹੈ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਕਹਿੰਦੇ ਕਮੇਟੀ ਵਾਲੇ, ਸ਼੍ਰੋਮਣੀ ਕਮੇਟੀ ਵਾਲੇ ਖਾਸੇ ਵੱਡੇ ਅਹੁਦੇਦਾਰ ਆਏ ਹੋਏ ਨੇ ਸਰੀ 'ਚ। ਪਤਾ ਨਹੀਂ ਲੱਗਦਾ, ਗੁਰਦੁਆਰਿਆਂ ਨੂੰ ਤਾਂ ਪਤਾ ਨਹੀਂ ਲੱਗਦਾ, ਸਰੋਪੇ ਪਾਉਂਦਿਆਂ ਦਾ ਹੀ ਪਤਾ ਲੱਗਦਾ। ਗੱਲਬਾਤ ਕਰਾਂਗੇ ਤੇ ਕਰੰਟ ਅਫੇਅਰਸ ਦੇ ਵਿੱਚ ਸੁਲਝ ਦੇ ਮਸਲਿਆਂ ਤੇ ਕਹਾਣੀ ਦੋ ਤੁਹਾਨੂੰ ਮੈਂ ਜਿਹੜੀਆਂ ਫੇਸਬੁੱਕ ਤੇ ਲਿਖ ਕੇ ਹਟਿਆ ਵੀ ਦੋ ਕਹਾਣੀਆਂ ਨੇ ਰੈਡੀ ਕੀਤੀਆਂ। ਰੈਟੀ ਤੇ ਇੱਕ ਰਾਮਸੂਪ ਅਣਖੀ ਜੀ ਦੀ ਤੇ ਕਿਰਪਾਲ ਕਜ਼ਾਕ ਦੀ ਕਹਾਣੀਆਂ ਇੱਕੋ ਜਿਹੀਆਂ ਹੀ ਨੇ। ਹੋ ਸਕਦਾ ਹੈ ਮੇਰੇ ਯਾਦ ਨਹੀਂ, ਸ਼ਾਇਦ ਕਿਤੇ ਪਹਿਲਾਂ ਸੁਣਾਈ ਵੀ ਨਾ ਹੋਵੇ, ਪਰ ਹਰ ਵਕਤ ਕਹਾਣੀ ਜਦ ਤੁਹਾਨੂੰ ਸੁਣਾਉਣਾ ਹੈ ਉਹਦੇ 'ਚ ਬਹੁਤ ਕੁਛ ਨਵਾਂ ਹੁੰਦਾ, ਚਾਅ ਨਹੀਂ ਤੁਹਾਡਾ ਖੁੰਝਣ ਦਿੰਦਾ। ਕਹਾਣੀਆਂ ਮੇਰੇ ਦਿਲ ਦੇ ਦੋਨੇ ਹੀ ਬਹੁਤ ਨੇੜੇ ਨੇ। ਜਿਹੜੀਆਂ ਤੁਸੀਂ ਰਾਮਸੂਪ ਅਣਖੀ ਜੀ ਦੀਆਂ ਕਹਾਣੀਆਂ ਆਰਥਿਕਤਾ ਦੇ ਆਲੇ ਦੁਆਲੇ, ਪਿੰਡ ਦੇ ਜੀਵਨ ਦੇ ਆਲੇ ਦੁਆਲੇ ਘੁੰਮਦੀਆਂ ਨੇ। ਕਿਰਪਾਲ ਕਜ਼ਾਕ ਦੀ ਕਹਾਣੀ ਦਾ ਵੀ ਉਹੀ ਅੰਤਰੀਬ ਆ, ਪਰ ਉਹ ਸ਼ਹਿਰ 'ਚ ਤੁਰੀ ਫਿਰਦੀ ਹੈ। ਗੱਲ ਇੱਕੋ ਜਿਹੀ ਹੈ। ਦੱਸ ਦਿਓ, ਫੇਸਬੁੱਕ ਤੇ ਲਿਖ ਦਿਓ, ਜਿਹੜੀ ਕਹੋਗੇ ਉਹੀ ਸੁਣਿਆ ਦਿਆਂਗੇ। 1842471550 184424715550 ਔਨ 에ਅਰ ਨੰਬਰ ਰਹੇਗਾ। ਬੁੱਝੀ ਇਸ਼ਕ ਦੀ ਅੱਗ ਨੂੰ ਵਾਓ ਲੱਗੀ, ਸਮਾਂ ਆਇਆ ਹੈ ਸ਼ੌਕ ਜਗਾਵਣੇ ਦਾ। ਬੁੱਝੀ ਇਸ਼ਕ ਦੀ ਅੱਗ ਨੂੰ ਵਾਓ ਲੱਗੀ, ਸਮਾਂ ਆਇਆ ਹੈ ਸ਼ੌਕ ਜਗਾਵਣੇ ਦਾ। ਬਾਲ ਨਾਥ ਦੇ ਟਿੱਲੇ ਦਾ ਰਾਹ ਫੜਿਆ, ਮਤਾ ਜਾਗਿਆ ਕੰਨ ਪੜਵਾਣੇ ਦਾ। ਪੱਟੇ ਪਾਲ ਮਲਾਈਆਂ ਨਾਲ ਰੱਖੇ, ਵਕਤ ਆਇਆ ਹੈ ਰਗੜ ਮਨਾਵਣੇ ਦਾ। ਜਰਮ ਕਰਮ ਤਿਆਗ ਕੇ ਠਾਣ ਬੈਠਾ, ਕਿਸੇ ਯੋਗੀ ਦੇ ਹੱਥ ਵਿਖਾਵਣੇ ਦਾ। ਮੁੰਦੇ ਸੋਇਨੇ ਦੇ ਲਾ ਕੇ ਚਾਏ ਚੜਿਆ, ਕੰਨ ਪਾੜ ਕੇ ਮੁੰਦਰਾ ਪਾਵਣੇ ਦਾ। ਕਿਸੇ ਐਸੇ ਗੁਰਦੇਵ ਦੀ ਟਹਿਲ ਕਰੀਏ, ਸਿਹਰ ਦੱਸ ਕੇ ਰਨ ਖਿਸਕਾਵਣੇ ਦਾ। ਵਾਰੇ ਸ਼ਾਹ ਮੀਆਂ ਇਹਨਾਂ ਆਸ਼ਕਾਂ ਨੂੰ ਫਿਕਰ ਜ਼ਰਾ ਨਾ ਜਿੰਦ ਗਵਾਵਣੇ ਦਾ। ਟਿੱਲੇ ਜਾਏ ਕੇ ਜੋਗੀ ਦੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫਕੀਰ ਸਾਈਂ। ਤੇਰੇ ਦਰਸ ਦਿਦਾਰ ਦੇ ਦੇਖੇ ਨੂੰ ਆਇਆ ਦੇਸ ਪ੍ਰਦੇਸ ਮੈਂ ਚੀਰ ਸਾਈਂ। ਸਿਦਕ ਧਾਰ ਕੇ ਨਾਲ ਯਕੀਨ ਆਇਆ, ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈਂ। ਬਾਦਸ਼ਾਹ ਸੱਚਾ ਰੱਬ ਆਲਮਾ ਦਾ, ਫਕਰ ਉਸ ਦੇ ਹੈਣ ਵਜ਼ੀਰ ਸਾਈਂ। ਬਿਨਾ ਮੁਰਸ਼ਦਾ ਹਰਾ ਨਾ ਹੱਥ ਆਵੇ, ਦੁੱਧ ਬਾਜ ਨਾ ਹੋਵੇ, ਦੁੱਧ ਬਾਜ ਨਾ ਹੋਵੇ ਹੈ ਖੀਰ ਸਾਈਂ। ਯਾਦ ਹੱਕ ਦੀ ਸਬਰ ਤਸਲੀਮ ਨਿਹਚਾ ਜੁਗਾ, ਤੁਸਾਂ ਜਗ ਦੇ ਨਾਲ ਕੀ ਸੀਰ ਸਾਈਂ। ਫਕਰ ਕੁੱਲ ਜਹਾਨ ਦਾ ਆਸਰਾ ਹੈ, ਤਾਬੇ ਫਕਰ ਦੀ ਪੀਰ ਤੇ ਮੀਰ ਸਾਈਂ। ਮੇਰਾ ਮਾਂ ਨਾ ਬਾਪ ਨਾ ਸਾਖ ਕੋਈ, ਚਾਚਾ ਤਾਇਆ ਨਾ ਭੈਣ ਨਾ ਵੀਰ ਸਾਈਂ। ਦੁਨੀਆ ਵਿੱਚ ਹਾਂ ਬਹੁਤ ਉਦਾਸ ਹੋਇਆ, ਪੈਰੋਂ ਸਾਜੋਂ ਲਾ ਜੰਜੀਰ ਸਾਈਂ। ਤੈਨੂੰ ਛੱਡ ਕੇ ਜਾ ਮੈਂ ਕਿਸੇ, ਤੈਨੂੰ ਛੱਡ ਕੇ ਜਾ ਮੈਂ ਹੋਰ ਕਿਸ ਥੇ। ਨਜ਼ਰ ਆਮਦਾ ਜ਼ਹਰਾ ਪੀਰ ਸਾਈਂ, ਨਜ਼ਰ ਆਵਦਾ ਜ਼ਹਰਾ ਪੀਰ ਸਾਈਂ। ਰਾਂਝਾ ਜਾ ਕੇ ਯੋਗੀ ਬਣ ਲਈ, ਮਿੰਤਾ ਕੀ ਕਰਦਾ ਬਾਲਨਾਥ ਦੀ। ਬਾਬਾ ਵਾਰਿਸ ਸ਼ਾਹ ਲਿਖਦਾ ਹੈ 12:32 ਹੋਏ ਨੇ ਜੀ। ਸਾਰਿਆਂ ਦਾ ਧੰਨਵਾਦ ਹੈ ਜਿੱਥੇ ਵੀ ਪ੍ਰੋਗਰਾਮ ਸੁਣਦੇ ਹੋ ਬੈਠੇ। ਅੱਛਾ, ਜਦ ਅਮਰੀਕਾ ਵਾਲਾ ਬਾਰਡਰ ਅਗਲੇ ਮਹੀਨੇ ਖੁੱਲਣ ਦੀ ਗੱਲ ਚੱਲਦੀ ਹੈ, ਲੋਕ ਅੰਗੜਾਈਆਂ ਲੈਣ ਲੱਗ ਗਏ। 19 ਮਹੀਨੇ ਹੋ ਗਏ ਬਾਰਡਰ ਟੱਪਿਆਂ ਨੂੰ। ਬਹੁਤ ਔਖੇ ਨੇ। ਗੈਸ ਕੋਈ ਕਹਿੰਦਾ ਮਹਿੰਗੀ ਆ, ਕੋਈ ਕਹਿੰਦਾ ਦੁੱਧ, ਕਹਿੰਦੇ ਅਸੀਂ ਤਾਂ ਕੱਪੜਿਆਂ ਬਿਨਾਂ ਬਹੁਤ ਔਖੇ ਹੋਏ ਆ। ਕੱਪੜੇ ਅੱਧ ਮੁੱਲ ਤੇ ਅਮਰੀਕਾ ਮਿਲਦੇ ਨੇ। ਸਾਰੇ ਖੁਸ਼ ਨੇ, ਪਰ ਹਲੇ ਪਤਾ ਲੱਗੂਗਾ ਬਈ ਜਿਹੜਾ ਕੀ ਉਹਦੇ 'ਚ ਕਮੀ ਹੈ, ਕਿਹੜੀ ਗੱਲ ਹੈ, ਕਿਸ ਤਰ੍ਹਾਂ ਦਾ ਉਹ ਬਾਰਡਰ ਜਦ ਜਾਣਾ ਤੁਸੀਂ, ਕਿਹੜੀ ਲੱਗੀ ਹੋਣੀ ਚਾਹੀਦੀ ਹੈ ਤੁਹਾਡੇ ਵੈਕਸੀਨ। ਹਲੇ ਗੱਲਾਂ ਕਲੀਅਰ ਹੋਣੀਆਂ ਨੇ, ਸਮਾਂ ਵੀ ਲੱਗੂ ਥੋੜਾ ਜਿਹਾ। ਉਹਨਾਂ ਸ਼ੁਰੂ ਦੇ ਵਿੱਚ ਖੁੱਲੀ ਖੇਡ ਨਹੀਂ। ਨੈਕਸਸ ਵਾਲਿਆਂ ਦੀ ਮੌਜ ਹੈ ਜਿਨ੍ਹਾਂ ਕੋਲ ਨੈਕਸਸ ਕਾਰਡ ਨੇ। ਯਾਦ ਰੱਖਿਓ ਇੱਕ ਹੋਰ ਗੱਲ, ਨੈਕਸਸ ਕਾਰਡ ਜਦੇ ਹੀ ਚੱਲਦਾ ਜਦ ਤੁਹਾਡੇ ਕੋਲ ਪਾਸਪੋਰਟ ਤੁਹਾਡਾ ਰੀਨਿਊ ਨਾ ਹੋਣਾ ਹੋਵੇ, ਮੁੱਕਿਆ ਨਾ ਹੋਵੇ ਕੈਨੇਡਾ ਵਾਲਾ ਪਾਸਪੋਰਟ। ਨੈਕਸਸ ਕਾਰਡ ਦਾ ਬੇਸ ਹੈ ਜਿਹੜਾ ਉਹ ਪਾਸਪੋਰਟ ਹੈ।
ਕੈਨੇਡੀਅਨ ਪਾਸਪੋਰਟ ਬਹੁਤ ਹੋਣਾ ਜ਼ਰੂਰੀ ਹੈ, ਨਹੀਂ ਨੈਕਸਸ ਕਾਰਡ ਨਹੀਂ ਵਰਤ ਸਕਦੇ। ਮਤਲਬ ਜੇ ਪਾਸਪੋਰਟ ਮੁੱਕ ਗਿਆ ਤੁਸੀਂ ਬਾਰਡਰ ਨਹੀਂ ਟੱਪ ਸਕਦੇ। ਗੱਲ ਕਹਾਣੀ ਇਹ ਹੈ, ਨੈਕਸਸ ਦਾ ਨਹੀਂ ਵਰਤ ਸਕਦੇ। ਨੈਕਸਸ ਕਾਰਡ ਦੀ ਮਿਆਦ ਆਪਣੀ ਹੈ, ਪਰ ਨੈਕਸਸ ਕਾਰਡ ਵੈਲਿਡ ਸਿਰਫ ਇਸ ਕਰਕੇ ਹੈ ਜੇ ਤੁਹਾਡੇ ਕੋਲ ਕੈਨੇਡੀਅਨ ਪਾਸਪੋਰਟ। ਅੱਛਾ, ਦੂਜੀ ਗੱਲ, ਭਾਰਤ ਨੂੰ ਜਾਣ ਲਈ ਇੱਕ ਬਹੁਤ ਵੱਡਾ ਵਿਸ਼ਾ ਹੈ ਵੀ OCI ਕਾਰਡ। ਵੀ ਹਰ ਸਾਲ ਇੱਥੇ ਵੀਜ਼ੇ ਲੈਣ ਲਈ ਲਾਈਨਾਂ 'ਚ ਲੱਗਣ ਲਈ $200-250 ਦੀ ਫੀਸ ਆ। ਵੀ OCI ਕਾਰਡ ਜਿਹੜਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਹੈ ਵੀ ਉਹ ਲਿਆ ਜਾਵੇ। ਉਹਦੇ 'ਚ ਫਿਰ ਡਿਸਕਸ਼ਨ ਹੁੰਦੀ ਆ। ਰਾਤ ਨੂੰ ਜਿਹੜੇ ਵਕੀਲ ਬੈਠੇ ਹੁੰਦੇ ਨੇ ਉਹ ਨਾ ਉਹਦਾ ਕਾਰਡ ਨਾਲ ਬੰਦਾ ਫੜਿਆ ਜਾ ਸਕਦਾ। ਬੰਦਾ ਕਿਸੇ ਜਗ੍ਹਾ ਵੀ ਫੜਿਆ ਜਾ ਸਕਦਾ। ਕਿਸੇ ਦੀ ਸਰਜ਼ਮੀਨ ਤੇ ਜਾ ਕੇ ਕਿਸੇ ਦੇਸ਼ ਦੇ ਵਿੱਚ ਤੁਸੀਂ ਅਜਿਹਾ ਕੁਝ ਕਰੋ ਜਿਹਦੇ ਕਰਕੇ, ਹੁਣ ਕੈਨੇਡਾ 'ਚ ਕੋਈ ਬਾਹਰੋਂ ਆ ਕੇ ਬੰਦਾ ਕੁਝ ਗਲਤ ਕੰਮ ਕਰ ਦੇਵੇ, ਕੈਨੇਡਾ ਨੇ ਉਹਨੂੰ ਫੜਨਾ ਹੀ ਹੈ। ਉਸ ਦੇਸ਼ ਦੇ ਮੁਤਾਬਕ ਜੇ ਕੋਈ ਅਜਿਹਾ ਗਲਤ ਹੋਵੇ ਜਿਹੜਾ ਤੁਸੀਂ ਠੀਕ ਨਾ ਕੀਤਾ ਹੋਵੇ, ਉਹਨਾਂ ਲਈ ਗਲਤ ਹੋਵੇ, ਉਹ ਫੜਨਗੇ। ਤੇ OCI ਹੋਵੇ, ਵਿਜ਼ਿਟ ਵੀਜ਼ਾ ਹੋਵੇ, ਵਰਕ ਵੀਜ਼ਾ ਹੋਵੇ, ਉਹ ਗੱਲਾਂ ਕੱਚੀਆਂ ਨੇ ਸਭ। ਜੇ ਉਹਨਾਂ ਨੇ ਫੜਨਾ ਤਾਂ ਤੁਹਾਨੂੰ ਫੜਨਾ ਹੈ। ਪਹਿਲਾਂ ਤਾਂ ਇਹ ਗੱਲ ਸੀ ਵੀ ਸਿਟੀਜ਼ਨ ਬਾਹਰਲੇ ਨੂੰ ਫੜੇ ਨਹੀਂ ਸਕਦੇ, ਅੰਬੈਸੀ ਨੂੰ ਦੱਸਣਾ ਪਊ ਭਾਈ ਸਾਹਿਬ, ਫੇਰ ਫੜ ਹੋ। ਸੋਸ਼ਲ ਇੰਸ਼ੋਰੈਂਸ ਨੰਬਰ ਲਈ ਬੈਠਾ 20-22 ਵਰੇ ਪਹਿਲਾਂ ਇੱਥੋਂ ਗਿਆ ਘਰਾਂ 'ਚ ਸਕਾ ਪਰਿਵਾਰ ਦੇ ਵਿੱਚੋਂ ਚਿੱਟਾ ਕਾਰਡ, ਸਿਨ ਕਾਰਡ ਦਿਖਾਈ ਜਾਵੇ। ਉਕੜੂ ਹੋਇਆ ਬੈਠਾ, ਪੈਰੀ ਭਾਰ, ਆਲੇ ਦੁਆਲੇ ਬਜ਼ੁਰਗ ਬੈਠੇ। ਆਹ ਕਹਿੰਦਾ ਕਾਰਡ ਦੇ ਵਿੱਚ ਇੰਨੀ ਪਾਵਰ ਹੈ, ਤੂੰ ਜਿੱਧਰ ਨੂੰ ਮਰਜ਼ੀ ਚੜ ਜਾ। ਹੁਣ ਪੈਰ ਵਾਲੇ ਫੜ ਥੋੜਾ ਸਕਦੇ ਜੇ SHO ਦਰਾਮੂਰੇ ਸਰਦਾਰ ਆਊ, ਆ ਕਾਰਡ ਮੇਰੀ ਜੇਬ 'ਚ ਹੈ, ਪੈਰ ਵਾਲਾ ਨਹੀਂ ਫੜ ਸਕਦਾ। ਪਹਿਲਾਂ ਬੈਸੀ ਨੂੰ ਫੋਨ ਕਰੂ ਦਿੱਲੀ ਵਾਲੀ ਨੂੰ, ਫੇਰ ਮੈਨੂੰ ਫੜ ਸਕਦੇ। ਪਿਛਲੇ ਬੰਦਿਆਂ ਨੇ ਭੂਰੀਆਂ ਲਾਤੀਆਂ, ਕੰਨਾਂ ਤੋਂ ਨੀਵੀਆਂ ਕਰ ਲੈਣਾ। ਬਹੁਤ ਪਾਵਰ ਵੱਧ ਗਈ ਇਹਦਾ ਕਾਰਡ ਦੀ ਵੀ ਤੇਰੇ ਦੀ। ਹੋਰ ਆ ਦੇਖ ਰੰਗ ਚਿੱਟਾ, ਗੋਰਿਆਂ ਦੇ ਰੰਗ ਵਾਲਾ ਰੰਗ ਹੈ ਇਹਦੇ ਨਾਲੇ। ਤੇ ਉਹ ਗੱਲ ਹੈ ਵੀ ਇਹ ਤਾਂ ਗੱਲਾਂ ਕੱਚੀਆਂ ਮਿੱਤਰੋ। ਉਹ ਤਾਂ ਸੁੱਕੀ ਗਿੱਲੀ ਜਦ ਜਲਣੀ ਆ, ਉਹ ਤਾਂ ਸਾਰੀ ਉਹ ਜਲਣੀ। ਜੱਗੀ ਜੌੜ ਸਕਾਟਲੈਂਡ ਦਾ ਸਿਟੀਜ਼ਨ ਹੈ, ਮਤਲਬ ਇੰਗਲੈਂਡ ਦਾ ਸਿਟੀਜ਼ਨ ਹੈ, ਸਕਾਟਿਸ਼ ਜੰਪ ਵਾਲਾ। ਇਹ ਨਾ, ਪਰ ਜਿਹਨੇ ਹਰ ਸਾਲ ਜਾਣਾ ਉਹ ਇਸ ਸਿਆਪੇ ਦੇ ਵਿੱਚੋਂ ਬਾਹਰ ਨਿਕਲੇ। ਇੱਥੇ ਬਾਬੂਆਂ ਦੇ ਮੱਥੇ ਹਰ ਸਾਲ ਲੱਗਣ ਲਈ ਜਿਹੜਾ ਇੱਕ ਵੈਨਕੂਵਰ ਬਾਹਰਲੇ ਬੰਨੇ ਬੈਠਾ ਨਾ, ਉਹਦਾ ਕਹਿੰਦੇ ਅੰਦਰ ਹੀ ਨਹੀਂ ਬਣ ਦਿੰਦਾ। ਲੈ ਜਾਓ ਪੇਪਰ ਬਾਹਰ, ਚਲੋ। ਨਹੀਂ, ਉਹ ਬਾਬੂ ਨੇ ਫਿਰ ਉਹ DC ਦਫ਼ਤਰ ਲੁਧਿਆਣੇ ਵਾਲੇ ਜਿਹੜਾ ਬਾਹਰ ਬੈਠਾ ਹੈ, ਜਿਹੜਾ ਬੰਦੂਕ ਮਾਰਕਾ ਬੀੜੀ ਪਿਛਲੇ ਪਾਸੇ ਪਿਛਲੀ ਉਂਗਲ ਚਲਾ ਕੇ ਪੀ ਕੇ ਆਇਆ, ਜਿਹਦੇ ਚੋਂ ਹਮਕ ਆਉਂਦੀ ਆ ਤਮਾਕੂ ਦੀ, ਉਹ ਕਹਿੰਦਾ ਅੰਦਰ ਕਿੱਧਰ ਨੂੰ ਜਾਂਦਾ ਓਏ। ਜਿਵੇਂ ਸੰਤਰੀ ਕਹਿੰਦਾ ਜੱਗੀ ਗੁੱਸੇ ਦੇ ਨਾਲ ਦਾ, ਕਹਿੰਦਾ ਤੂੰ ਬਥਾਰ ਚੱਕਿਆ ਅੰਦਰ ਨੂੰ ਕਿੱਥੇ ਨੂੰ ਜਾਣਾ ਹੈ, ਅੰਦਰ ਭੂਆ ਬੈਠੀ ਹੈ, ਅਸੀਂ ਨਹੀਂ ਖੜੇ, ਤੈਨੂੰ ਪਤਾ ਅਫਸਰਾਂ ਮੌਕੇ ਦਾ। ਮੈਂ ਸੰਤਰੀ ਵੀ ਕਹਿੰਦਾ ਹੁੰਦਾ, ਓਏ ਅਫਸਰਾਂ ਸੀ ਮੌਕੇ ਤੇ, ਪਹਿਲਾਂ ਇੱਧਰ ਲਾ ਤੜਕਾ ਫੇਰ ਅੰਦਰ ਜਾਊਂ। ਉਹ ਕਹਿੰਦੇ ਬੜਾ ਖਤਰਨਾਕ ਹੈ, ਦਰਸ਼ਨ ਨਹੀਂ ਮੈਂ ਤਾਂ ਹੋਏ ਨਾ ਰੱਬ ਕਰਾਵੇ। ਕਹਿੰਦੇ ਉਹ ਮਾਰੇ ਧੀ ਦੇ ਨੂੰ ਤਾਂ ਅੰਦਰ ਨਹੀਂ ਬਣ ਦਿੰਦਾ। ਉਹ ਕਹਿੰਦਾ ਖੜਾ ਇੱਥੇ, ਅੰਦਰ ਕਿੱਥੇ ਨੂੰ ਚੱਲਿਆ। ਅੰਦਰ ਵਾਲੇ ਵੀ ਜੰਗਲਿਆਂ ਦੇ ਪਿੱਛੇ ਲਾ ਕੇ ਗਰੇਲਾਂ ਸ਼ੀਸ਼ੇ ਵਾਲੀ ਉਹਦੇ 'ਚ ਬੈਠੇ ਨੇ। ਉਹ ਬੰਦੇ ਵਾਲੇ ਇਉਂ ਝਾਕਦੇ ਨੇ ਵੀ ਤੁਸੀਂ ਆ ਕਿਉਂ ਗਏ। ਮਿਨਿਸਟਰ ਫੋਰਨ ਅਫੇਅਰਸ ਦਾ ਜਿਹੜਾ ਉਹ ਕਹਿ ਰਿਹਾ ਤੁਹਾਨੂੰ ਫੈਸਿਲਿਟੇਟ ਕਰਨ ਲਈ ਇਹ ਸਾਡੇ ਵੀਜ਼ਾ ਪੋਰਟਲ ਨੇ, ਐਮਬੈਸੀਆਂ ਸੀ ਤਾਂ ਖੋਲੀਆਂ। ਕੌਂਸਲ ਜਨਰਲ ਆ ਜਾਵੇ, ਹਾਈ ਕਮਿਸ਼ਨਰ ਆ ਜਾਵੇ, ਉਹਨੂੰ ਮਿਲੋ। ਉਹ ਕਹਿੰਦਾ ਨੋ ਉਹਨਾਂ ਦੀਆਂ ਗੱਲਾਂ ਤੁਹਾਨੂੰ ਇੰਨੀਆਂ ਵਧੀਆ ਲੱਗਣ, ਇਹਨਾਂ ਦੇ ਤਾਂ ਰੋਕਦੇ ਹੀ ਨਹੀਂ, ਜਦ ਮਰਜ਼ੀ ਜਾਓ ਵੀਜ਼ਾ ਲੈ ਆਓ ਬਸ। ਉਹ ਕਹਿੰਦਾ ਨਾ ਅਸੀਂ ਨਹੀਂ ਕੁਛ ਕਰਦੇ, ਆਓ ਮਿਲੋ, ਇਨਵੈਸਟ ਕਰੋ, ਭਾਰਤ ਚਲੋ, ਦੇਸ਼ ਚਲੋ। ਪਰ ਬਾਬੂ ਜਿਨ੍ਹਾਂ ਦੇ ਕੰਨ ਤੇ ਪੈਨ ਟੰਗਿਆ ਹੋਇਆ, ਕਦੇ ਉਹਨਾਂ ਦੇ ਨੇੜੇ ਤਾਂ ਲੱਗ ਕੇ ਦੇਖਿਓ ਤੇ ਬਣਦੀ ਕੀ ਆ ਕਹਾਣੀ। ਸੋ ਇਹ ਉਸ ਦਾ ਬਦਲ ਹੈ, ਉਹ ਸਾਡਾ ਫਾਰਐਵਰ ਵੀਜ਼ਾ। ਤੇ ਤੁਸੀਂ ਉਹਦੇ ਤੇ ਆਪਣਾ ਜਾਓ, ਜਦ ਮਰਜ਼ੀ ਆਓ, ਕਿਸੇ ਨੂੰ ਪੁੱਛਣ ਦੀ ਨਹੀਂ ਲੋੜ, ਕਿਸੇ ਨੂੰ ਗਿਣਨ ਦੀ ਨਹੀਂ ਲੋੜ। ਰਾਤ ਨੂੰ ਚੜ੍ਹਨਾ ਰਾਤ ਨੂੰ ਚੜੋ, ਪਰ ਮਰਜ਼ੀ ਤੁਹਾਡੀ ਹੈ। ਪਰ ਉਹਦੀ ਚੈੱਕਲਿਸਟ ਬਹੁਤ ਹੈ। ਇੱਕ ਤਾਂ ਪਾਸਪੋਰਟ ਤੁਹਾਡਾ ਪਹਿਲਾਂ ਜਿਹਦੇ ਤੇ ਲੈਂਡ ਕਰੇ ਹੋਵਾਂ ਇੱਥੇ, ਚਾਹੇ 20 ਵਰੇ ਪਹਿਲਾਂ, 25 ਵਰੇ ਪਹਿਲਾਂ, ਉਹ ਪਾਸਪੋਰਟ ਚਾਹੀਦਾ। ਜੇ ਉਹ ਨਹੀਂ ਪਾਸਪੋਰਟ ਜਾਂ ਉਹ ਜਮ੍ਹਾਂ ਕਰਾਤਾ 3 ਸਾਲ ਦਾ ਉਹਦਾ ਸਮਾਂ ਸੀ, ਤੁਸੀਂ ਸਿਟੀਜ਼ਨ ਹੋ ਗਏ, ਉਹਦੇ ਤੇ ਉਹ ਜਮ੍ਹਾਂ ਕਰਾਇਆ ਤਾਂ ਵੀ ਉਹ ਚਾਹੀਦਾ। ਲੈਂਡਡ ਪੇਪਰ ਤੁਹਾਡਾ ਪਹਿਲਾਂ ਚਾਹੀਦਾ। ਖਾਸਾ ਕੰਮ ਆ ਉਹਦੇ 'ਚ, ਮਤਲਬ। ਪਰ ਉਹਦੀ ਜਿਹਨੇ ਵੀ ਅਪਲਾਈ ਕਰਨਾ ਚੈੱਕਲਿਸਟ ਦੇਖ ਕੇ ਅਪਲਾਈ ਕਰਿਓ। ਬਾਕੀ 5 ਸਾਲ ਤੇ 10 ਸਾਲ ਵਾਲੇ ਵੀਜ਼ੇ ਜਿਨ੍ਹਾਂ ਤੇ ਟੂਰਿਸਟ ਲਿਖਿਆ ਉਹਦੇ ਤੇ ਤੁਸੀਂ ਜਾ ਨਹੀਂ ਸਕਦੇ। ਤੁਹਾਨੂੰ ਦੱਸ ਕੇ ਹਟਿਆ ਪਿਛਲੇ ਦਿਨੀ, ਜੇ ਉਹਦੇ ਤੇ ਲਿਖਿਆ ਹੋਇਆ ਮਲਟੀ ਕੈਟੇਗਰੀ ਦੇ ਵਿੱਚ ਕ੍ਰਾਸ ਪਾਇਆ ਹੋਇਆ ਐਂਟਰੀ ਵੀਜ਼ਾ, ਫਿਰ ਤੁਸੀਂ ਉੱਥੇ ਜਾ ਸਕਦੇ।
ਸੋ ਅਲੱਗ-ਅਲੱਗ ਹੈ। ਜਾਣ ਨੂੰ ਸਾਰੇ ਖੁਸ਼ ਨੇ, ਜਾਣਾ ਚਾਹੁੰਦੇ ਨੇ, ਪਰ ਜਦ ਖੋਹ ਖਿੰਝ ਹੁੰਦੀ ਹੈ ਵੀਜ਼ੇ ਵੂਜ਼ੇ ਲੈਣ ਤੇ ਉੱਥੇ ਉਹਨਾਂ ਨੂੰ, ਕਿਉਂਕਿ ਜੇ ਅਸੀਂ ਉੱਥੇ ਹੁੰਦੇ ਫਿਰ ਸਾਨੂੰ ਪਤਾ ਹੀ ਆ ਬਾਬੂ ਐਂ ਕਰਦੇ ਆ। ਇਹ ਦੇਸ਼ 'ਚ ਆ ਕੇ ਤੁਸੀਂ ਸਿੱਖ ਜਾਂਦੇ ਆ ਵੀ ਸਤਿਕਾਰ ਤੁਹਾਡਾ ਕਿਵੇਂ ਆ, ਹਾਏ ਦੇਅਰ ਕਿਵੇਂ ਕਹਿੰਦੇ ਆ, ਗੱਲ ਕਿਵੇਂ ਪੁੱਛਦੇ ਆ। ਪਰ ਉਹ ਹੁਣ ਸਟਾਫ ਉੱਥੋਂ ਆਇਆ ਹੋਇਆ, ਉੱਥੋਂ ਟ੍ਰੇਨਡ ਕੀਤੇ ਹੋਏ ਨੇ, ਤੇ ਉਹ ਫਿਰ ਉਹਨਾਂ ਨੂੰ ਇਹ ਆ ਵੀ ਬੰਦੇ ਨੂੰ ਜੇ ਰਗੜਾਂਗੇ ਤਾਂ ਹੀ ਫਿਰ ਮੇਰੀ ਬਾਬੂਗਿਰੀ ਆ, ਜੇ ਇਹਨੂੰ ਆਰਾਮ ਨਾਲ ਕਰਵਾਤਾ ਫਿਰ ਮੇਰਾ ਕੀ ਪਤਾ ਲੱਗੂ ਮੈਂ ਬਾਬੂ ਆ। ਤੇ ਹੁਣ ਦੇਖਿਆ ਜਾਵੇ ਜੇ ਅਸੀਂ ਉਸ ਦੇਸ਼ 'ਚ ਜਿਹੜੇ ਇੱਥੇ ਦੇ ਸਿਟੀਜ਼ਨ ਨੇ ਵੀ ਜਾਣਾ ਹੈ, ਉਹਨਾਂ ਨੂੰ ਫੈਸਿਲੀਟੇਟ ਕਰਨ ਲਈ ਇਹ ਐਮਬੈਸੀ ਆ। ਬਸ ਬੇਸਿਕਲੀ ਤਾਂ ਗੱਲ ਇਹ ਹੈ। ਤੇ ਹੋਣੀ ਵੀ ਠੀਕ ਚਾਹੀਦੀ ਹੈ। ਜੇ ਕਿਸੇ ਤੇ ਕੋਈ ਚਾਰਜਿਸ ਨੇ, ਕਿਸੇ ਨੂੰ ਵੀਜ਼ਾ ਨਹੀਂ ਮਿਲਦਾ, ਉਹ ਗੱਲ ਅਲੱਗ ਕੇਸ ਹੈ। ਨਹੀਂ ਤਾਂ ਜੇ ਕੋਈ ਜਾਣਾ ਚਾਹੁੰਦਾ ਹੈ ਉਹਨੂੰ ਭੇਜਣਾ ਚਾਹੀਦਾ। ਜਾਓ, ਉਹਨੂੰ ਭੇਜੋ, ਉੱਥੇ ਜਾਵੇ ਬੰਦਾ ਆਪਣੇ ਜਿਹਦਾ ਦੇਸ਼ ਆ ਜਾਂ ਵਿਜ਼ਿਟ ਕਰਨਾ ਚਾਹੁੰਦਾ ਹੈ, ਪਰ ਉਹਦਾ ਐਕਸਪੀਰੀਅੰਸ ਗੁੱਡ ਹੋਣਾ ਚਾਹੀਦਾ। ਤੇ ਉਹ ਹੁਣ ਮੈਂ ਇਹੀ ਫੇਰ ਗੱਲ ਕਰਨ ਲੱਗਾ ਵੀ ਹਲੇ ਦੱਸਣਗੇ ਤੁਹਾਨੂੰ ਵੀ ਕੀ ਤੁਹਾਨੂੰ ਜ਼ਰੂਰਤ ਹੈ, ਕੀ ਜਿਹੜੇ ਪਹਿਲੀ ਤਾਂ ਗੱਲ ਇਹ ਬਹੁਤ ਜ਼ਰੂਰੀ ਆ ਵੀ ਤੁਹਾਡੇ ਉਹ ਜ਼ਰੂਰ ਲੱਗਿਆ ਹੋਣਾ ਚਾਹੀਦਾ। ਜਿਹੜੇ ਟੀਕੇ ਤਾਂ ਤੁਹਾਡੇ ਦੋਨੇ ਲੱਗੇ ਹੋਣੇ ਚਾਹੀਦੇ ਮੇਰੇ ਖਿਆਲ ਚ। ਇੱਕ ਜਿਹੜਾ ਸਾਡਾ ਲੋਕਲ ਇੱਥੇ ਦਾ ਵਿਸ਼ਾ ਹੈ ਸੰਗਤ ਦਾ, ਧਰਮ ਦਾ, ਉਹ ਹੈ ਕਿ ਗੁਰੂ ਮਹਾਰਾਜ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹਨਾਂ ਨੂੰ ਇੱਥੇ ਛਾਪਣਾ, ਛਾਪਾਖਾਨਾ ਲਾਉਣਾ ਜਾਂ ਨਹੀਂ ਲਾਉਣਾ। ਤੁਸੀਂ ਸਾਰੇ ਇਸ ਤੋਂ ਜਾਣਕਾਰ ਹੋ ਵੀ ਹੋ ਕੀ ਰਿਹਾ, ਕਾਹਦੇ ਲਈ ਇਹ ਕੋਸ਼ਿਸ਼ ਮੁੜ ਕੇ ਕੀਤੀ ਜਾਂਦੀ ਹੈ। ਸਿੱਖ ਸੰਗਤ ਇਸ ਦੀ ਵਿਰੋਧਤਾ ਵੀ ਕਰਦੀ ਹੈ, ਸੁਸਾਇਟੀਆਂ ਵੀ ਵਿਰੋਧਤਾ ਕਰਦੀਆਂ ਨੇ, ਕੁਝ ਸੁਸਾਇਟੀਆਂ ਹੱਕ ਦੇ ਵਿੱਚ ਵੀ ਨੇ। ਹੁਣ ਫਿਰ ਪਤਾ ਲੱਗਿਆ ਬਈ SGPC ਦੇ ਰਖਲ ਮੈਂਬਰ ਜਾਂ ਸੀਨੀਅਰ ਪ੍ਰਧਾਨ ਇੱਕ ਵਫਦ ਆਇਆ ਹੋਇਆ, ਫੇਰ ਉਸੇ ਕਨਸੈਪਟ ਫੇਰ ਗੁਰੂ ਮਹਾਰਾਜ ਦੇ ਸਰੂਪ ਛਾਪਣ ਦੀ ਜਿਹੜੀ ਪ੍ਰਿੰਟਿੰਗ ਪ੍ਰੈਸ ਹੈ ਉਹ ਲੱਗਣੀ ਚਾਹੀਦੀ। ਕਿਵੇਂ ਲੱਗਣੀ ਚਾਹੀਦੀ? ਲੋਕਾਂ ਨੇ ਸੁਨੇਹਾ ਸੰਗਤ ਨੇ ਬਹੁਤ ਕਲੀਅਰ ਦਿੱਤਾ ਹੋਇਆ, ਬਹੁਤ ਵਾਰੇ ਵਿਸ਼ਾ ਹੋਇਆ, ਬਹੁਤ ਵਾਰੇ ਗੱਲ ਹੋਈ ਹੈ ਵੀ ਕਿੰਨੇ ਗੁਰਦੁਆਰੇ ਨੇ ਤੇ ਕਿੰਨਿਆਂ ਨੂੰ ਸਰੂਪ ਦੀ ਜ਼ਰੂਰਤ ਹੈ, ਤੇ ਸਰੂਪ ਮਹਾਰਾਜ ਦੇ ਲਿਆਉਣ ਲਈ ਇੱਕ ਜਹਾਜ਼ ਜਿਹੜਾ ਉਹਨੂੰ ਕਿੰਨੇ ਡਾਲਰਾਂ ਦੇ ਵਿੱਚ ਤੁਸੀਂ ਜਿਹੜਾ ਰੈਂਟ ਕਰ ਸਕਦੇ ਹੋ, ਤੇ ਬਾਅਦ ਚ ਉਹਨਾਂ ਨੂੰ ਉਸ ਨੂੰ ਲਿਆਉਣਾ, ਉਹਨਾਂ ਨੂੰ ਇੱਥੇ ਸਤਿਕਾਰ ਨਾਲ ਕਿਸ ਤਰ੍ਹਾਂ। ਦੇਖੋ ਕਹਾਣੀ ਵਿੱਚ ਆਮ ਸੰਗਤ ਦੀ ਨਹੀਂ ਹੈ। ਕਹਾਣੀ ਇੱਥੇ ਵਿੱਚ ਜਿਹੜੀ ਇਹ ਹੈ ਬਈ ਜਿਹੜੇ ਪ੍ਰਬੰਧਕ ਨੇ, ਪ੍ਰਬੰਧਕ ਇੱਕ ਤਾਂ ਗਰੁੱਪ ਆ ਜਿਹੜਾ ਕਲੀਅਰ ਕਹਿੰਦੇ ਵੀ ਨੋ ਅਸੀਂ ਇਹ ਕੰਮ ਸਾਨੂੰ ਅਸੀਂ ਕਰਨਾ ਨਹੀਂ, ਨਾ ਅਸੀਂ ਇਹ ਕਰਨ ਦੇਣਾ। ਕੁਛ ਜਿਹੜੇ ਨੇ ਇਕੱਠ ਚ ਕੁਛ ਕਹਿੰਦੇ ਨੇ ਤੇ ਘਰ ਚ ਅੰਦਰ ਵੜ ਕੇ ਕੁਛ ਕਹਿੰਦੇ ਨੇ। ਇਹ ਤਾਂ ਗੱਲ ਮਤਲਬ ਮੁੱਕਣੀ ਨਹੀਂ ਹੁੰਦੀ, ਇਹ ਸਦਾ ਹੀ ਉਹ ਕਲੀਅਰ ਹੀ ਨਹੀਂ ਹੁੰਦੇ ਆਪਣੀ ਜ਼ਿੰਦਗੀ ਚ ਉਹਨਾਂ ਨੇ ਕੀ ਕਰ। ਜਦ ਪਿਛਲੇ ਦਿਨੀ ਇੱਥੇ ਛਾਪਾਖਾਨਾ ਜਿਹੜਾ ਇੱਕ ਘਰ ਦੇ ਵਿੱਚ ਲਾਇਆ ਗਿਆ ਸੀ, ਵਪਾਰੀ ਰੁਪਦਮਨ ਮਲਕ ਹੁਣੀ ਇਸ ਦੇ ਕਰਤਾ ਧਰਤਾ ਸੀ, ਤੇ ਉਹਦੇ ਤੇ ਵਿਰੋਧਤਾ ਕੀਤੀ ਸੰਗਤ ਨੇ, ਤੇ ਕਰੇਨ ਦੇ ਨਾਲ ਉਹ ਪ੍ਰਿੰਟਿੰਗ ਪ੍ਰੈਸ ਲੈ ਕੇ ਚੱਕ ਕੇ ਤੇ ਕਿੰਨੇ ਮਹਾਰਾਜ ਦੇ ਸਰੂਪ, ਕਿੰਨੇ ਗਲਤ ਛਪਾਈ ਹੋਈ, ਕਿੰਨੇ ਅਗਨ ਭੇਟ ਕੀਤੇ, ਕਿਉਂਕਿ ਅਗਨ ਭੇਟ ਵਾਲੀ ਸਹੂਲਤ ਵੀ ਹੈ ਜਿਹੜੀ ਉਹ ਵੀ ਮਿਸ਼ਨ ਦੇ ਵਿੱਚ ਇਸ ਦੀ ਉੱਥੇ ਜਿਹੜਾ ਇੱਕ ਡੇ ਕੇਅਰ ਟਾਈਪ ਜਾਂ ਸਕੂਲ ਖੋਲਿਆ ਜਿਹੜਾ ਉਸ ਜ਼ਮੀਨ ਖਾਨੀ 100 ਕਿੱਲਾ ਖਾਨੀ 150 ਖਾਸੀ ਜ਼ਮੀਨ ਆ ਕਹਿੰਦੇ। ਤੇ ਉਹੀ ਪ੍ਰਬੰਧਕ ਨੇ ਜਿਹੜੇ ਖਾਲਸਾ ਸਕੂਲ ਦੇ ਪ੍ਰਬੰਧਕ ਨੇ, ਮੇਰੇ ਖਿਆਲ ਖਾਲਸਾ ਸਕੂਲ ਦੇ ਨਾਂ ਤੇ ਕੈਂਪ ਵਗੈਰਾ ਲੱਗਦੇ ਆ ਉੱਥੇ ਵੀ। ਇਹ ਵੀ ਇੰਸਟੀਟਿਊਟ ਜਿਹੜੇ ਨੇ ਕੌਮ ਨੇ ਬਹੁਤ ਔਖੇ ਬਣਾਏ ਨੇ, ਜਿਹੜੇ ਫਾਊਂਡਿੰਗ ਮੈਂਬਰ ਨੇ ਉਹਨਾਂ ਨੇ ਮੌਰਗੇਜਾਂ ਘਰਾਂ ਤੇ ਚੱਕ ਕੇ ਆਪਣੀਆਂ ਗੱਡੀਆਂ ਦੇ ਵਿੱਚ ਕਿਵੇਂ ਜਵਾਕ ਢੋਏ ਨੇ। ਹੁਣ ਉਹ ਬਜ਼ੁਰਗੀ ਚ ਹੋਏ, ਕੋਈ ਢਿੱਲੇ ਹੋ ਗਏ, ਕੋਈ ਘਰ ਚ ਬੈਠੇ ਨੇ, ਕੋਈ ਛੱਡ ਗਏ ਵੀ ਚੱਲ ਜਗ੍ਹਾ ਬਣ ਗਈ
ਇਹ ਸਭ ਤੋਂ ਵੱਡਾ ਗੀਦੀਪਣਾ ਮੈਂ ਕਹਿਣਾ ਉਹਨਾਂ ਵੀ ਹੱਥੀਂ ਇੰਸਟੀਚਿਊਟ ਬਣਾ ਕੇ ਜਦ ਤੁਸੀਂ ਹੱਥ ਜੋੜ ਕੇ ਅੰਦਰੋਂ ਨਿਕਲਦੇ ਨਾ ਪਾਣੀ ਦੀ ਚੂੜੀ ਸਿੱਟ ਕੇ ਵੇਲਾ ਛੱਡਤੀ, ਉਹ ਉਹੀ ਕਰਦੇ ਹੁੰਦੇ ਨੇ ਜਿਹੜੇ ਸੱਚੇ ਬੰਦੇ ਹੁੰਦੇ ਨੇ, ਜਿਹੜੇ ਦਿਲੋਂ ਕਰਦੇ ਆ। ਔਰ ਇਹ ਬਦਕਿਸਮਤੀ ਕੌਮ ਦੀ ਇਹੀ ਰਹੀ ਕਿ ਸ਼ੇਰਾਂ ਦੀਆਂ ਜਿਹੜੀਆਂ ਮਾਰਾਂ ਨੇ ਉਹਨਾਂ ਤੇ ਮਾਰਾਂ ਤਾਂ ਮਾਰ ਲੈਂਦੇ ਨੇ ਪਰ ਰਾਜ ਨਹੀਂ ਉਹਨਾਂ ਤੇ। ਤਾਂ ਹੁਣ ਫੇਰ ਇਹ ਗੱਲ ਪਤਾ ਨਹੀਂ, ਮੈਨੂੰ ਇਹ ਸਮਝ ਨਹੀਂ ਲੱਗਦੀ ਇਹ ਗੱਲ ਮੁੜ ਕੇ ਤੁਰਦੀ ਕਿਵੇਂ ਆ। ਸੁਨੇਹੇ ਜਾਂਦੇ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੱਕ ਕੇ ਜਾਂਦੇ ਨੇ, ਉਹ ਇਨਵੋਲਵ ਹੁੰਦੇ ਨੇ, ਦੁਬਾਰਾ ਫੇਰ ਤੁਰਦੀ ਹੈ 5-4 ਮਹੀਨੇ ਬਾਅਦ ਫੇਰ ਤੋੜ ਦਿੰਦੇ ਨੇ, ਦੁਬਾਰਾ ਫੇਰ ਭਾਈਚਾਰਾ ਇਸ ਤੇ ਰੱਦੋ ਬਦਲ ਹੁੰਦੀ ਹੈ, ਅੱਧੇ ਇੱਕ ਪਾਸੇ ਖੜਦੇ ਨੇ ਅੱਧੇ ਇੱਕ ਪਾਸੇ ਖੜਦੇ ਨੇ, ਦੁਬਾਰਾ ਫੇਰ ਉਹੀ ਗੱਲ ਚੱਲ ਪੈਂਦੀ। ਇਹ ਹੁਣ ਆਮ ਸੰਗਤ ਨਾਲੋਂ ਇਹ ਪ੍ਰਬੰਧਕ ਜਿਹੜੇ ਨੇ ਇਹ ਕਲੀਅਰ ਕਰਨ ਸੰਗਤ ਨੂੰ ਵੀ ਭਾਈ ਸਾਨੂੰ, ਕਿਉਂਕਿ ਹਰ ਇੱਕ ਨੂੰ ਤਾਂ ਪਤਾ ਨਹੀਂ ਵੀ ਲੋੜ ਹੈ ਜਾਂ ਨਾ, ਤੇ ਜੇ ਉਹ ਲੋੜ ਤੋਂ ਬਾਅਦ ਉਸ ਨੂੰ ਜੇ ਬਣਾਉਣਾ ਹੈ ਤਾਂ ਉਹ ਕਿਵੇਂ ਪ੍ਰਿੰਟਿੰਗ ਪ੍ਰੈਸ, ਜੇ ਇਹ ਗੱਲ ਚੱਲਦੀ ਹੈ ਪਹਿਲੀ ਤਾਂ ਗੱਲ ਇਹਦਾ ਕੋਈ ਘੱਟੋ ਘੱਟ ਮੋਨੀਟਰਿੰਗ ਸਿਸਟਮ ਤਾਂ ਚਾਹੀਦਾ ਬਈ ਭਾਈ ਕਿੰਨੇ ਆ ਗਏ, ਕਿੰਨੇ ਸਰੂਪ ਬਣ ਗਏ ਤੇ ਕਿੱਥੇ ਭੇਜਦੇ, ਕੌਣ ਇਹਦੇ ਘਰੇ ਉਹ ਚਲੇ ਗਏ, ਕੁਛ ਵੀ ਪਤਾ ਨਹੀਂ। ਮੁੜ ਕੇ ਫਿਰ ਪੰਜਾਬ ਵਾਂਗੂ ਫਿਰ ਚਲੋ ਕੇਸਾਂ ਦੇ ਵਿੱਚ ਤੁਰੇ ਜੀ, ਉਹ ਬੇਅਦਬੀ ਹੋ ਗਈ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ, ਤੇ ਉਹ ਇਹ ਗੱਲ ਨਹੀਂ ਮੁੱਕਦੀ ਹੈ। ਹੁਣ ਫੇਰ ਉਹ ਸ਼ੁਰੂ ਹੋ ਗਈ, ਆ ਵਫਦ ਆਇਆ ਹੋਇਆ ਤੁਹਾਡੇ ਸਾਹਮਣੇ, ਆ ਵਫਦ ਨੇ ਜਹਾਜ਼ ਚੜ ਜਾਣਾ ਤੇ ਫੇਰ ਗੱਲ ਚੱਲ ਪੈਣੀ ਹੈ। ਔਰ ਸੰਗਤ ਨੂੰ, ਸੰਗਤਾਂ ਦੇ ਇਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਜਿੱਥੇ ਜਾ ਕੇ ਤੁਸੀਂ ਮਾਣ ਸਤਿਕਾਰ ਦਿੰਦੇ ਹੋ, ਸਰੋਪੇ ਦਿੰਦੇ ਹੋ, ਉਦੋਂ ਪਹਿਲਾਂ ਕੋਈ ਤੁਹਾਡੀ ਪੁੱਛ ਪ੍ਰਤੀਤ ਹੈ ਵੀ ਭਾਈ ਕੌਣ ਹੈ, ਕਿਹਨੂੰ ਅਸੀਂ ਸਤਿਕਾਰ ਦੇ ਰਹੇ ਹਾਂ, ਕੀ ਉਹ ਹੱਕ ਦੇ ਕਾਬਿਲ, ਇਸ ਦੇ ਕਾਬਿਲ ਹੈ ਜਾਂ ਨਹੀਂ? ਕੌਮ ਦੇ ਵਿੱਚ ਇੰਨੀ ਜਾਨ ਨਹੀਂ ਵੀ 5-4 ਬੰਦੇ ਸਾਨੂੰ ਰਾਹ ਪਾਈ ਫਿਰਦੇ, ਕਦੇ ਕਿਤੇ ਲੜਾਈ ਕਰਵਾਤੀ, ਕਦੇ ਕਿਤੇ ਲੜ ਪਏ, ਕਦੇ ਕਿਤੇ ਲੜ ਪਏ। ਅਸੀਂ ਕਿਉਂਕਿ ਸਾਡੇ ਧੜੇ ਨੇ ਗਾਹਾਂ, ਲੁਕਵੇਂ ਧੜੇ ਨੇ, ਸਾਹਮਣੇ ਧੜੇ ਨੇ। ਇੱਕ ਤਾਂ ਗੱਲ ਹੈ ਕਲੀਅਰ ਨਹੀਂ ਕਰਦੇ ਆਪਣੀ ਜ਼ਿੰਦਗੀ ਦੇ ਵਿੱਚ, ਇੱਕ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਨਾਲ ਕਹਿ ਨਹੀਂ ਸਕਦੇ। ਹੱਥ 'ਚ ਸ੍ਰੀ ਸਾਹਿਬਾਂ ਫੜੀਆਂ, ਗੁਰੂ ਦੇ ਤੁਸੀਂ ਸਿੱਖ ਆ, ਖੜ ਕੇ ਨਹੀਂ ਕਹਿ ਸਕਦੇ ਅਸੀਂ ਭਾਈ ਤੇਰੇ ਨਾਲ ਆ ਜਾਂ ਅਸੀਂ ਤੇਰੇ ਨਾਲ ਨਹੀਂ, ਅਸੀਂ ਆਹ ਵਿਚਾਰਧਾਰਾ ਤੇ ਖੜੇ ਆ। ਜਿਹਦਾ ਉਹ ਹਰ ਇੱਕ ਆਪਣੇ ਚੱਕਰ 'ਚ ਬੈਠਾ ਵੀ ਸਾਡੇ ਵਾਲੇ ਪਾਸੇ ਤਾਂ ਨਹੀਂ ਦਬੜੇ ਘਟਦੇ, ਸਾਨੂੰ ਕੱਲ ਨੂੰ ਲੋੜ ਪਵੇ ਸਾਡਾ ਤਾਂ ਨਹੀਂ ਕਹਾਣੀ ਕਿਤੇ ਖੜਦੀ। ਸੰਗਤ ਵੱਧ ਗਈ, ਇੱਕ ਗੁਰਦੁਆਰਾ ਸਾਹਿਬ ਤੋਂ 10 ਗੁਰਦੁਆਰਾ ਸਾਹਿਬ ਸਰੀ ਦੇ ਵਿੱਚ ਬਣ ਗਏ, ਤੇ ਮਾੜੀ ਕੋਈ ਗੱਲ ਨਹੀਂ, ਪਰ ਇਹਨਾਂ ਪਲੇਟਫਾਰਮਸ ਤੋਂ, ਇਹਨਾਂ ਸਟੇਜ ਤੋਂ ਸੰਗਤ ਦੇ, ਕੌਮ ਦੇ ਭਲੇ ਲਈ ਕਿਹੜੇ ਪ੍ਰੋਗਰਾਮ ਨੇ? ਇਹਦੀ ਗੱਲ ਕਦੇ ਕਲੀਅਰ ਹੋ ਸਕਦੀ ਹੈ ਵੀ ਭਾਈ ਆਹ ਪ੍ਰੋਗਰਾਮ ਨੇ। ਪਹਿਲਾਂ ਲੈ ਕੇ 99 ਤੋਂ 2009-10 ਤੱਕ 10 ਸਾਲ ਉੱਪਰ ਤੇ ਥੱਲੇ ਬਹਿਣ ਦੇ ਚੱਕਰ 'ਚ ਤੁਰੇ ਫਿਰੀ ਗਏ, ਮਿਲੀਅਨਸ ਆਫ ਡਾਲਰ ਖਰਚ ਤੇ। ਹੁਣ ਬਸ ਇੱਧਰ ਨੂੰ ਤੁਰ ਪਿਓ। ਇਹ ਗੱਲ ਮਿਟਦੀ ਨਹੀਂ ਹੈ, ਇਹ ਗੱਲ ਮੁੜ ਕੇ ਚੱਲਦੀ ਹੈ, ਤੇ ਇੱਥੇ ਇਸ ਨੇ ਕੋਈ ਨਾ ਕੋਈ ਗਾਹਾਂ ਫੇਰ ਮੁਸ਼ਕਲ ਦੇ ਵਿੱਚ ਇੱਥੇ ਦੀ ਕੌਮ ਨੂੰ ਪਾਉਣਾ। ਤੁਹਾਡੇ ਸਾਹਮਣੇ ਆ, ਦੇਖ ਲਿਓ। ਜਿੰਨੇ ਵੀ ਗੁਰਦੁਆਰੇ ਪ੍ਰਬੰਧਕ ਨੇ ਉਹ ਕਿਤੇ ਪ੍ਰੈਸ ਕਾਨਫਰੰਸ ਕਰਕੇ, ਕਿਤੇ ਇਕੱਠੇ ਹੋ ਕੇ ਮੀਡੀਆ ਦੇ ਸਾਹਮਣੇ ਕਹਿ ਨਹੀਂ ਸਕਦੇ ਵੀ ਭਾਈ ਸਾਨੂੰ ਨਹੀਂ ਲੋੜ ਹੈ, ਸਾਨੂੰ ਲੋੜ ਹੋਊ ਅਸੀਂ ਗੁਰੂ ਮਹਾਰਾਜ ਲੈ ਕੇ ਆਵਾਂਗੇ ਆਪੇ। ਸਾਡੇ ਗੁਰੂ ਘਰ 'ਚ ਇੰਨੇ ਮਹਾਰਾਜ ਦੇ ਸਰੂਪ ਨੇ, ਇੰਨਿਆਂ ਦੀ ਲੋੜ ਹੈ। ਜੇ ਨਹੀਂ ਹੋਊ 20 ਕਿਤੇ ਘੱਟੋ ਘੱਟ ਇੰਸਟੀਚਿਊਟ ਇਕੱਠੇ ਹੋ ਕੇ, ਉਹ ਵੱਡਾ ਕੋਈ ਜਹਾਜ਼ 200 ਸੀਟਾਂ ਦਾ, ਉਹਦੇ ਤੇ ਮਹਾਰਾਜ ਦੇ ਸਰੂਪ ਲਿਆਉਣ ਨੂੰ ਕਿੰਨਾ ਕੁ ਔਖਾ ਹੈ ਉਹਨਾਂ ਨੂੰ। ਉੱਥੋਂ ਇੱਕ ਜਹਾਜ਼ 2000-2500 ਦੀ ਸੀਟ, 5-4 ਲੱਖ ਡਾਲਰ ਖਰਚ ਕੇ ਉਹਨੂੰ ਕਿਵੇਂ ਨਹੀਂ ਮਹਾਰਾਜ ਦੇ ਸਰੂਪ ਆ ਸਕਦੇ? 5 ਪਿਆਰੇ ਜਾ ਕੇ ਤੇ ਮਹਾਰਾਜ ਦੇ ਸਰੂਪ ਉਹ ਲਿਆ ਸਕਦੇ ਨੇ। ਲੱਖਾਂ ਹੀ ਮਿਲੀਅਨਸ ਆਫ ਡਾਲਰ ਦਾ ਬਜਟ ਹੈ ਸਾਡੇ ਇਹਨਾਂ ਗੁਰਦੁਆਰਾ ਸਾਹਿਬਾਂ ਦਾ। ਸੰਗਤ ਜਿਹੜੀ ਹੈ ਉਹ ਗੁਰੂ ਨੂੰ ਸ਼ਰਧਾ ਦੇ ਨਾਲ ਨਤਮਸਤਕ ਹੋ ਕੇ ਗੁਰੂ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ
ਉੱਥੇ ਦਸਵੰਧ ਜਿਹੜਾ ਉਹ ਕਰਦੀ ਹੈ। ਪਰ ਇਹ ਗੱਲ ਨਹੀਂ ਮੁੱਕ ਰਹੀ ਤੁਹਾਡੀ। ਇਹ ਗੱਲ ਫੇਰ ਹੁਣ ਸ਼ੁਰੂ ਹੋ ਗਈ। ਆ 5-4 ਮਹੀਨੇ ਨਿਕਲ ਗਏ, ਫੇਰ ਚੱਲ ਪਈ ਦਬੀ। ਜੇ ਤੁਸੀਂ ਇਹਦੇ ਤੇ ਹੋਵੋਗੇ ਕਹਿਣ ਦੇ ਨਹੀਂ ਅਸੀਂ ਆਉਣ ਦੇਣੀ, ਹੋ ਜੂ ਫੇਰ ਦਬ ਜੂ, ਫੇਰ 5-4 ਮਹੀਨੇ ਚੱਲ ਪਊ। ਇਹ ਇਸ ਦਾ ਪੱਕਾ ਕੋਈ ਜਿਹੜੇ ਪ੍ਰਬੰਧਕ ਨੇ ਇਹਦਾ ਪੱਕੀ ਗੱਲ ਕਰਨੀ ਚਾਹੀਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜਥੇਦਾਰ ਨਾਲ ਗੱਲ ਕਰਕੇ ਇਸ ਦਾ ਪੱਕਾ ਵਿਧੀ ਵਿਧਾਨ, ਜੇ ਇਹ ਪ੍ਰਿੰਟਿੰਗ ਪ੍ਰੈਸ ਲਾਉਣੀ ਆ ਤਾਂ ਕਿਵੇਂ ਲੱਗੇ, ਨਹੀਂ ਲਾਉਣੀ ਤਾਂ ਇਸ ਦਾ ਜਵਾਬ ਦਿੱਤਾ ਜਾਵੇ ਨਹੀਂ ਲਾਉਣੀ ਅਸੀਂ। ਜੇ ਸਰਮਾਏ ਵਾਲੇ ਪੈਸੇ ਧੇਲੇ ਵਾਲਿਆਂ ਦੀ ਜਿੱਤ ਹੋਣੀ ਆ ਆਮ ਸੰਗਤ ਤੇ, ਫਿਰ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦਾ ਕਨਸੈਪਟ ਗੁਰੂ ਦਾ ਕਿੱਥੇ ਰਹਿ ਗਿਆ ਯਾਰ। ਜੇ ਤੁਸੀਂ ਇਸ ਗੱਲ ਤੋਂ ਹੀ ਨੀਵੀਂ ਪਾਉਣੀ ਹੈ, ਬਾਹਰ ਕਰਨੀ ਹੈ ਗਰਦਨ ਸਿੱਧੀ, ਅੰਦਰ ਸੋਪਿਆਂ ਤੇ ਹੱਥ ਜੋੜੀ ਜਾਣੇ ਨੇ ਲੱਸੀ ਮੰਗਣ ਵਾਲੇ ਵਾਂਗੂ ਹੀ, ਇਹ ਸਿੱਖ ਦਾ ਰੂਲ ਹੈ, ਇਹ ਸਿੱਖ ਦਾ ਸਰੂਪ ਹੈ। ਇਹ ਜਿਹੜੀ ਗੱਲ ਕਹਿਣੀ ਹੈ ਯੁਰਤ ਨਾਲ ਕਹੋ ਆ ਕੇ ਵੀ ਮੈਂ ਤੇਰੇ ਨਾਲ ਆ, ਅਸੀਂ ਜਾਂ ਨਹੀਂ ਨਾਲ। ਤੇ ਸਾਰੀ ਕੌਮ ਨੂੰ ਤੁਸੀਂ ਗੇੜੇ 'ਚ ਪਾਈ ਫਿਰਦੇ ਹੋ। ਇੱਕ ਕੰਸਰਨ ਕੀ ਹੈ? ਕਦੇ ਅਸੀਂ ਇਕੱਠੇ ਆ, ਕਦੇ ਅਸੀਂ ਹਟ ਗਏ, ਕਦੇ ਅਸੀਂ ਨਾਲ ਆ, ਹੁਣ ਅਸੀਂ ਇਸ ਤਰ੍ਹਾਂ। ਇਹਦੇ ਤੇ ਆਮ ਕਿਸੇ ਨੇ ਨਹੀਂ ਕਰਨਾ। ਸੁਨੇਹਾ ਜਿਹੜਾ ਪ੍ਰਬੰਧਕ ਕਮੇਟੀਆਂ ਨੇ ਦੇਣਾ ਇਕੱਠੇ ਹੋ ਤੇ ਭਾਈ ਇਕੱਠੇ ਹੋ ਕੇ ਇਹਦਾ ਡਿਸੀਜਨ ਬਹੁਤ ਕਰ ਲਿਆ। ਸੰਗਤ ਨੇ ਤਾਂ ਦਿਖਾਤਾ ਰੋ ਆਪਣਾ, ਉਹ ਤਾਂ ਫਿਰ ਦਿਖਾ ਦਿੰਦੇ ਨੇ ਜਦ ਆਈ ਤੇ ਆਉਂਦੇ ਨੇ ਆਪਣੇ। ਪਰ ਗੱਲ ਮੈਂ ਇਹ ਕਰਦਾ ਵੀ ਜਿਹੜੇ ਉਦਣ ਮਹਾਰਾਜ ਦੇ ਸਰੂਪ ਗੱਡੀਆਂ 'ਚ ਢੋਂਦੇ ਸੀ, ਅੰਦਰ ਉਹਨਾਂ ਦੀ ਯਾਰੀ ਹੈ। ਗੱਲ ਇਹ ਹੈ, ਤਾਂ ਹੀ ਉਹ ਮਾਣ ਨਹੀਂ ਪੈਂਦਾ ਬਾਹਰ, ਤਾਂ ਹੀ ਗੁਣਾ ਨਹੀਂ ਪੈਂਦਾ। ਭਾਰਦੇ ਹੋ ਪ੍ਰਬੰਧਕੀਆਂ ਗੁਰਦੁਆਰਿਆਂ ਦੀਆਂ ਤੇ ਕੰਮ ਪਹਿਲਾਂ ਦੇਖਿਆ ਵੀ ਜਿਹੜਾ ਮੁੱਖ ਸੇਵਾਦਾਰ ਹੁੰਦਾ ਉਹਦਾ ਰੂਪ ਕੀ ਹੁੰਦਾ, ਉਹਦੇ 'ਚ ਗੁਣ ਕੀ ਚਾਹੀਦੇ ਨੇ। ਇਹ ਫੇਰ ਹੁਣ ਚੱਲ ਪੈਣੀਆਂ ਗੱਲਾਂ। ਮੈਂ ਕੱਲ ਫੋਟੋ ਦੇਖੀ ਆ, ਆਏ ਹੋਏ ਨੇ ਮੁੱਖ ਸੇਵਾਦਾਰ ਜੀ, ਖਾਨੀ ਪਤਾ ਇੱਕ ਪ੍ਰਧਾਨ ਜੀ ਆਏ ਹੋਏ ਨੇ, ਇੱਕ ਮੈਂਬਰ ਜੀ ਆਏ ਹੋਏ ਨੇ ਤੇ ਦਾਸ ਆਏ ਹੋਏ ਨੇ। ਹੁਣ ਅਗਲੀ ਗੱਲ ਦੇਖ ਲਿਓ, ਫਿਰ ਤੁਹਾਡੇ ਸਾਹਮਣੇ ਉਰੇ ਹੀ ਚੱਲਣੀ ਹੈ ਦਿਨਾਂ 'ਚ। ਸਰਜੀਤ ਸਿੰਘ ਢਿੱਲੋਂ ਜੀ, ਲਾਈਨ ਨੰਬਰ 2। ਸਾਹਿਬ ਮਹਿੰਦਰ ਸਿੰਘ, ਲਾਈਨ ਨੰਬਰ 2। ਹੈਲੋ ਜੀ, ਸਤਿ ਸ੍ਰੀ ਅਕਾਲ, ਗੁਰੂ ਫਤਿਹ। ਮੈਂ ਮਹਿੰਦਰ ਸਿੰਘ ਬੋਲਦਾ ਜੀ। ਮੈਂ ਇੱਕ ਦਿਨ ਗਿਆ ਗੁਰਦੁਆਰੇ, ਉੱਥੇ ਮੈਂ ਬੈਠਾ ਸੀਗਾ। ਜਿਹੜੇ ਆਹ ਪ੍ਰਬੰਧਕ ਹੁੰਦੇ ਆ ਆਪਣੇ ਅਰਜ਼ੀਆਂ ਵਗੈਰਾ ਕੱਟਦੇ ਆ, ਉੱਤੋਂ ਬੀਬੀ ਆਈ, ਅਖੰਡ ਪਾਠ ਚੱਲ ਰਿਹਾ ਸੀ ਉੱਪਰ, ਤੇ ਉਹ ਕਹਿੰਦੀ ਵੀ ਮੈਂ ਬਾਜਵਾ ਸਾਹਿਬ ਥੱਕ ਗਈ ਆ ਤੇ ਮੈਂ ਲੀਡ ਜਿਹੜੀ ਆ ਮੈਨੂੰ ਉੱਤੇ ਧੌਣ ਬਹੁਤ ਚੱਕਣੀ ਪਈ ਆ ਤੇ ਉੱਚੀ ਆ। ਮੈਂ ਬਾਜਵਾ ਸਾਹਿਬ ਨੂੰ ਕਿਹਾ ਵੀ ਕੀ ਇਹ ਗੱਲ ਆ? ਵੀ ਕਹਿੰਦਾ ਉਹ ਫਿਰ ਮਲਕ ਵਾਲਾ ਗੁਰੂ ਗ੍ਰੰਥ ਸਾਹਿਬ ਹੋਣਾ। ਮੈਂ ਕਿਹਾ ਵੀ ਮੇਰੇ ਦਿਲ 'ਚ ਠੰਡਕੀ। ਮੈਂ ਕਿਹਾ ਮੈਂ ਆਪ ਦਰਸ਼ਨ ਕਰਕੇ ਆਉਣਾ। ਮੈਂ ਉੱਪਰ ਗਿਆ, ਨਮਸਤਕ ਹੋਇਆ, ਪਰਿਕਰਮਾ ਕੀਤੀ ਤੇ ਵਾਕਿਆ ਹੀ ਉਹਦਾ ਆਕਾਰ ਵੱਡਾ ਆ ਤੇ ਅੱਖਰ ਵੀ ਜਿਹੜੇ ਉਹ ਵੱਡੇ ਆ। ਤੇ ਇਹ ਗੱਲ ਗੁਰਦੁਆਰਿਆਂ 'ਚ ਹੈਗੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹਾਂ ਦੀ ਜੋਤ ਚਬਰ ਤੱਕ ਦੇ ਮਾਲਕ, ਸਿੱਖਾਂ ਦੇ ਗੁਰੂ ਨੇ, ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਹੈਗੇ। ਸ਼ਬਦ ਜਿਹੜੇ ਨੇ ਸਾਨੂੰ ਵਧੀਆ ਵਰਤਣੇ ਚਾਹੀਦੇ, ਇਹ ਬਹੁਤ ਜ਼ਰੂਰੀ ਹੈ। ਤੇ ਅਸੀਂ ਕਿਹੜੇ ਸ਼ਬਦ ਵਰਤਦੇ ਆ ਇਹ ਬਹੁਤ ਜ਼ਰੂਰੀ ਹੈ, ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਕੀ ਗੱਲ। ਕਿਸੇ ਵਾਲਾ ਨਹੀਂ ਹੈਗਾ, ਇਹ ਸਾਡਾ ਗੁਰੂ ਹੈ। ਸਰ ਗੁਰਦਰਸ਼ਨ ਸਿੰਘ, ਲਾਈਨ। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਆ ਜਿਹੜਾ ਤੁਸੀਂ ਟੌਪਿਕ ਲਿਆਂਦਾ ਬੜਾ ਮਹੱਤਵਪੂਰਨ, ਪਰ ਮੈਂ ਇੱਕ ਬੇਨਤੀ ਜ਼ਰੂਰ ਤੁਹਾਨੂੰ ਕਰਨੀ ਚਾਹਾਂਗਾ। ਜਿਹੜੀ ਤੁਸੀਂ ਜਹਾਜ਼ਾਂ ਦੀ ਗੱਲਾਂ ਕਰਦੇ ਹੋ ਤੇ ਇਹ ਦੂਜੀਆਂ ਥਾਵਾਂ ਤੇ ਪ੍ਰੈਸ ਨਹੀਂ ਲੱਗਣ ਦੀਆਂ ਗੱਲਾਂ ਚੱਲ ਰਹੀਆਂ ਨੇ, ਕਿੰਨਾ ਵੱਲੋਂ ਚਲਾਈਆਂ ਜਾਵੇ, ਪਹਿਲਾਂ ਉਹਨਾਂ ਦਾ ਪਿਛੋਕੜ ਨਸਰ ਕਰੋ। ਉਹ ਇੱਕ ਇੱਥੇ ਵੀ ਜਿਹੜੀ ਘਟਨਾ ਘਟੀ ਸੀ ਉਹ ਲੈ ਗਏ ਸੀ ਸਭ ਕੁਝ ਚੱਕ ਕੇ, ਤੇ ਜਿਹੜੀ ਹੁਣ ਅਕਾਲ ਤਖਤ ਤੋਂ ਚਿੱਠੀ ਆਈ ਹੋਈ ਆ ਵਾਪਸ ਕਰਨ ਦੀ, ਤੇ ਹੁਣ ਉਹਦੇ ਚ ਆਨਾਕਾਨੀ ਕਿਉਂ ਹੋ ਰਹੀ ਆ? ਜਿਹੜੀ ਮਨਜ਼ੂਰੀ ਹੋਣੀ ਚਾਹੀਦੀ ਆ ਉਹ ਸਾਡੀ ਉੱਥੋਂ ਸੈਂਟਰਲ ਪਾਵਰ ਤੋਂ ਹੋਣੀ ਚਾਹੀਦੀ ਆ। ਬਾਕੀ ਕਿਤੇ ਵੀ ਪ੍ਰਿੰਟਿੰਗ ਪ੍ਰੈਸ ਲਾ ਕੇ ਇਹ ਛਾਪ ਲੈਣੇ ਕੋਈ ਗੁਨਾਹ ਨਹੀਂ।
ਸਿੱਖੀ ਨੂੰ ਗਲਤ ਤਰੀਕੇ ਦੇ ਨਾਲ ਪ੍ਰਚਾਰਿਆ ਜਾ ਰਿਹਾ। ਅਜੇ ਤੱਕ ਚਤਰ ਸਿੰਘ ਉਹਨਾਂ ਦੇ ਤਾਂ ਬੰਦ ਨਹੀਂ ਕਰ ਹੋਏ ਇਹਨਾਂ ਤੋਂ। ਨਾਲੇ ਕੀ ਕਦੇ ਤੁਹਾਨੂੰ ਮੌਕਾ ਮਿਲਿਆ ਉਸ ਪ੍ਰੈਸ 'ਚ ਜਾ ਕੇ ਦੇਖਣ ਦਾ ਜਿੱਥੇ ਇਹਨਾਂ ਦੀ ਛਪਾਈ ਹੁੰਦੀ ਆ? ਜੇ ਤੁਸੀਂ ਉਹ ਦੇਖ ਲਓਗੇ ਫਿਰ ਤੁਸੀਂ ਇਹ ਗੱਲ ਕਹੋਗੇ ਇਸੇ ਰੇਡੀਓ ਤੇ ਘਰ ਘਰ ਹੀ ਪ੍ਰਿੰਟਿੰਗ ਪ੍ਰੈਸ ਲਾ ਲਓ, ਕੋਈ ਜ਼ਰੂਰਤ ਨਹੀਂ ਉੱਥੇ ਜਾਣ ਦੀ। ਜੇ ਤੁਸੀਂ ਉਹ ਵੇਖ ਲਓਗੇ, ਜਦੋਂ ਇੱਕ ਹੀ ਗਏ ਜ਼ਰੂਰ ਦੇਖੋ, ਕਿਸੇ ਬੰਦੇ ਨੂੰ ਤੁਹਾਨੂੰ ਆਵਾਜ਼ ਨਹੀਂ ਦੇਣਾ ਉੱਥੇ, ਪਰ ਕਿਸੇ ਬੰਦੇ ਨੂੰ ਲੱਭਿਓ ਜਿਹੜਾ ਕਿ ਉੱਥੇ ਜਾ ਜਿਹੜੀ ਹੈਗੀ ਆ ਇਹ ਜਿਹੜਾ ਪਿੱਛੇ ਤੱਕੀ ਕਰਨੇ ਤੁਸੀਂ ਗ੍ਰੰਥੀਆਂ ਦੀ ਪਹਿਰਾਵਿਆਂ ਦੀ ਦੂਜਿਆਂ ਦੀ ਪਹਿਰਾਵੇ ਨੇ ਤਾਂ ਅਸੀਂ ਮਾਰਨੇ ਆ। ਕੀ ਉਹ ਲੋਕ ਸਿੱਖ ਨੇ ਜਿਹੜੇ ਗੁਰੂ ਮਹਾਰਾਜ ਦੇ ਉੱਤੇ ਲੱਖਾਂ ਲੱਖਾਂ ਡਾਲਰਾਂ ਦੇ ਲੋਨ ਲੈਂਦੇ ਨੇ? ਕੀ ਇਹ ਵਪਾਰ ਨਹੀਂ? ਕੀ ਚੀਜ਼ ਆ ਇਹ? ਸਿੱਖੀ ਕਿੱਥੇ ਆ? ਸਿੱਖੀ ਸਿਰਫ ਮੇਰੇ ਵਰਗੇ ਜਿਹੜੇ ਆ ਪਾਲਣ ਲੰਬੇ ਹੋਏ ਚੋਲਾ ਪਾਲਣ ਤੇ ਨਾਲ ਕਿਰਪਾਨ ਵੀ 6 ਇੰਚ ਦੀ ਬਜਾਏ ਚਾਹੇ 2.5 ਫੁੱਟ ਦੀ ਲਾ ਲੈਣ, ਉਹਦੇ ਨਾਲ ਸਿੱਖੀ ਨਹੀਂ ਆ ਸਕਦੀ। ਸਿੱਖੀ ਆਣੀ ਆ ਗੁਰਬਾਣੀ ਦੇ ਮੁਤਾਬਕ ਜੀਵਨ ਨੂੰ ਢਾਲਣ ਦੀ। ਉਹ ਤਾਂ ਅਸੀਂ ਛੱਡ ਦਿੱਤਾ ਹੈ, ਉਹਦੇ ਤਾਂ ਅਸੀਂ ਨੇੜ ਵੀ ਨਹੀਂ ਜਾਂਦੇ। ਅਸੀਂ ਗੁਰੂ ਘਰਾਂ ਦੇ ਵਿੱਚੋਂ ਖਾਲੀ ਨਹੀਂ ਤੁਰਨ ਦਿੰਦੇ ਜਿੱਥੇ ਗੁਰਬਾਣੀ ਦੇ ਮੁਤਾਬਕ ਇਨਸਾਨ ਨੂੰ ਤੁਰਨ ਦੀ ਗੱਲ ਕਹੀ ਜਾਵੇ। ਉੱਥੇ ਤਾਂ ਮਨ ਘੜਤ ਕਹਾਣੀਆਂ ਜਿਨ੍ਹਾਂ ਨੇ ਪੂਰਾ, ਕਿਉਂਕਿ ਸਿੱਖਾਂ ਨੇ ਕਦੇ ਵੀ ਬੀਤੇ ਤੋਂ ਕੁਝ ਸਿੱਖਿਆ ਨਹੀਂ। ਜੇ ਸਿੱਖਿਆ ਤਾਂ ਤੁਸੀਂ ਦੱਸ ਦਿਓ ਰੇਡੀਓ ਤੇ ਵੀ ਮੈਂ ਗਲਤ ਕਹਿ ਰਿਹਾ। ਆਹ ਜਗ੍ਹਾ ਤੇ ਸਿੱਖਿਆ ਸੀ, ਕਦੇ ਵੀ ਸਿੱਖਾਂ ਨੇ ਮੰਤਨ ਨਹੀਂ ਕੀਤਾ ਕਿ ਜੋ ਕੁਝ ਹੋਇਆ ਉਹ ਸਾਡਾ ਕਰਕੇ ਹੋਇਆ। ਅਸੀਂ ਕੀ ਕਸੂਰਵਾਰ ਸੀ, ਕੌਣ ਕਸੂਰਵਾਨ ਸਨ, ਉਹਨਾਂ ਨੂੰ ਜਨਤਕ ਕੀਤਾ ਜਾਏ ਤਾਂ ਕਿ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਚਾਇਆ ਜਾ ਸਕੇ। ਇਸ ਕਰਕੇ ਭਾਈ ਸਾਹਿਬ ਇਹ ਹਰਜੀਤ ਸਿੰਘ ਜੀ, ਇਹ ਜਿਹੜੇ ਪ੍ਰਿੰਟਿੰਗ ਪ੍ਰੈਸ ਆ ਨਾ, ਇਹ ਇੱਕ ਬਾਬ ਰੋਲਾ ਇਹਨਾਂ ਨੇ ਪੈਦਾ ਕੀਤਾ ਹੋਇਆ ਆਪਣੇ ਆਪ ਨੂੰ ਉੱਚਾ ਰੱਖਣ ਲਈ। ਜਿਹੜਾ ਹੈ ਪ੍ਰੈਸ ਹੋਣੀ ਚਾਹੀਦੀ ਆ ਉੱਥੇ ਗੁਰੂ ਮਹਾਰਾਜ ਦਾ ਡਰ ਰੱਖ ਕੇ ਉਹਨੇ ਦੀ ਛਪਾਈ ਕੀਤੀ ਜਾਵੇ। ਉਹੋ ਜਿਹੇ ਬੰਦੇ ਮਿਲ ਜਾਂਦੇ ਆ, ਪਰ ਅਸੀਂ ਉਹੋ ਜਿਹੇ ਬੰਦਿਆਂ ਨੂੰ ਨੇੜ ਨਹੀਂ ਆਉਣ ਦੇਣਾ ਚਾਹੁੰਦੇ। ਅਸੀਂ ਉਹਨਾਂ ਲੋਕਾਂ ਨੂੰ ਆਉਣਾ ਚਾਹੁੰਦੇ ਜਿਹੜੀ ਵਪਾਰਕ ਬਸਤੀ ਦੇ ਆ, ਜਿਹੜੀ ਵਪਾਰਕ ਬਸਤੀ ਦੇ ਬਸਤੇ ਆ, ਉਹੀ ਅੱਜ ਸਾਡੇ 70-75% ਗੁਰਪੁਰਾਂ ਦੇ ਉੱਤੇ ਸਾਡਾ ਅਕਾਲ ਤਖਤ ਦਾ ਜਥੇਦਾਰ ਵੀ ਜਿਹੜਾ ਹੈ, ਮੈਂ ਪੜ੍ਹਦਾ ਰਿਹਾ ਪਿੱਛੇ ਤੇ ਮੈਨੂੰ ਕਿਤੋਂ ਲੱਭਦਾ ਨਹੀਂ ਹੈਗਾ, ਲੇਕਿਨ ਇਹ ਤਾਂ ਲਿਫਾਫਿਆਂ ਵਾਲੇ ਜਥੇਦਾਰ ਤੇ ਜਥੇ ਪ੍ਰਧਾਨ ਨੇ। ਕੀ ਉਹ ਲਿਫਾਫਿਆਂ ਚੋਂ ਨਿਕਲੀਆਂ ਚੀਜ਼ਾਂ ਤੁਹਾਡੀ ਰੱਖਿਆ ਕਰ ਸਕਦੀਆਂ? ਕੀ ਉਹਨਾਂ 'ਚ ਹਿੰਮਤ ਹੋ ਸਕਦੀ ਆ ਗੁਰਬਾਣੀ ਮੁਤਾਬਕ ਬੋਲਣ ਦੀ? ਮੇਰੇ ਖਿਆਲ ਦੇ ਵਿੱਚ ਨਹੀਂ ਹੋ ਸਕਦੀ। ਜੇ ਮੈਂ ਵੀ ਉਹੀ ਖਿਡੌਣਾ ਹੋਵਾਂ ਤੇ ਮੈਂ ਵੀ ਨਹੀਂ ਬੋਲ ਸਕਾਂਗਾ ਜਿਵੇਂ ਮੈਂ ਹੁਣ ਕਹਿ ਰਿਹਾ ਹੈਗਾ। ਇਸ ਕਰਕੇ ਇਹਨਾਂ ਲੋਕਾਂ ਨੂੰ ਕਹੋ ਆ ਕੇ ਦੱਸਣ ਆਪਣੇ ਆਪ ਕੀ ਜ਼ਰੂਰਤ ਪਈ ਸੀ ਗੁਰਦੁਆਰਿਆਂ ਦੇ ਉੱਤੇ ਲੋਨ 50-50 60 ਲੱਖ ਡਾਲਰ ਚੱਕਣ ਦੀ? ਕਿਹੜੀ ਚੀਜ਼ ਨਵੀਂ ਕੀਤੀ? ਕਿਹੜੀ ਸਿੱਖੀ ਦੇ ਵਿੱਚ ਵਾਧਾ ਕੀਤਾ? ਕਿਹੜੀ ਚੀਜ਼ ਦੇ ਨਾਲ ਉਹਨਾਂ ਨੇ ਜਿਹੜਾ ਆਪਣੇ ਆਪ ਨੂੰ ਜਸਟੀਫਾਈ ਕੀਤਾ ਕਿ ਗੁਰੂ ਘਰਾਂ ਦੀਆਂ ਪ੍ਰਾਪਰਟੀਆਂ ਨੂੰ ਲੋਨ ਲੈ ਕੇ ਨਕਲੀ ਮੈਂਬਰ ਬਣ ਕੇ ਕੋਰਟਾਂ ਦੇ ਉੱਤੇ ਜਿਹੜਾ ਇਨਕਮ ਟੈਕਸ ਬਾਰੇ ਨਕਲੀ ਰਸੀਦਾਂ ਡੋਨੇਸ਼ਨ ਦੀਆਂ ਬਣਾ ਕੇ ਉਹਨੇ ਬੈਨੀਫਿਟ ਲੈ ਜਾ ਰਹੇ ਨੇ, ਇੱਥੇ ਲੈ ਜਾ ਰਹੇ ਨੇ। ਤੇ ਫਿਰ ਅਸੀਂ ਸਿੱਖ ਕਿੱਥੋਂ ਹੋ ਗਏ? ਸਿੱਖ ਕਹਿਣਾ ਹੀ ਇੱਕ ਸੌਖੀ ਗੱਲ ਆ, ਪਰ ਮੈਂ ਤਾਂ ਲੱਭਦਾ ਰਹਿਣਾ ਹੈਗਾ। ਮੈਨੂੰ ਤਾਂ ਮੈਂ ਆਪ ਵੀ ਸਿੱਖ ਨਹੀਂ ਤੇ ਮੈਨੂੰ ਕੋਈ ਸਿੱਖ ਦਿਸਿਆ ਵੀ ਨਹੀਂ, ਚਾਹੇ ਉਹ ਲੰਮੇ ਚੋਲੇ ਵਾਲਾ ਤੇ ਚਾਹੇ ਉੱਤੇ ਖੜ ਕੇ ਜਕਾਰੇ ਮਾਰਨ ਵਾਲਾ। ਜਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿ ਸਕੇ ਉਹ ਫਲਾਨਾ ਕੁੱਤਾ, ਉਹ ਫਲਾਨਾ ਬੇਈਮਾਨ, ਉਹਦੀਆਂ ਜੜ੍ਹਾਂ ਪੱਟੀਆਂ ਜਾਣ, ਉਹ ਬੁਕਚੜ, ਉਹ ਕੁੱਤਾ, ਉਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹੋ ਜਿਹੇ ਅੱਖਰ ਵਰਤਣੇ ਚਾਹੀਦੇ? ਕੀ ਉਹ ਸਿੱਖ ਹੁੰਦੇ ਨੇ? ਨਹੀਂ ਹੁੰਦੇ ਸਿੱਖ। ਗੁਰਬਾਣੀ ਨਹੀਂ ਕਹਿੰਦੀ ਉਹ ਸਿੱਖ ਆ। ਇਸ ਕਰਕੇ ਜਿਹੜੇ ਇਹ ਲੋਕੀ ਕਹਿੰਦੇ ਆ ਲੱਖਾਂ ਡਾਲਰ ਤੁਸੀਂ ਖਰਚ ਕੇ ਲਿਆਓ ਜਿਹੜਾ ਗੁਰੂ ਮਹਾਰਾਜ ਨੂੰ ਇੱਥੇ ਲਿਆਉਣ ਵਾਸਤੇ, ਕਿਉਂ ਨਾ ਅਸੀਂ ਗੁਰੂ ਮਹਾਰਾਜ ਦੀ ਜਿੱਥੇ ਜ਼ਰੂਰਤ ਹੈ ਉੱਥੇ ਸੰਸਥਾ ਬਣੇ, ਉਹ ਆਪਣਾ ਆਪ ਪੇਸ਼ ਕਰੇ। ਪੇਸ਼ ਕਰਨ ਤੋਂ ਬਾਅਦ ਉਹ ਕਿਵੇਂ ਵੰਡੇਗੀ? ਇਸੇ ਸ਼੍ਰੋਮਣੀ ਕਮੇਟੀ ਦੀ ਜਿਹਦੀ ਤੁਸੀਂ ਗੱਲ ਕਰਦੇ ਹਾਂ, ਜਿਹੜਾ ਗੁਲਾਟੀ ਨੇ ਬਣਾਇਆ ਸੀ ਅੰਬਾਲੇ ਦੇ ਵਿੱਚ, ਜਿੱਥੋਂ ਕਿ ਬੀੜਾ ਮੁਫਤ ਦਿੱਤੀਆਂ ਜਾਂਦੀਆਂ ਸਨ, ਇਹਨਾਂ ਨੇ ਇਸੇ ਕਰਕੇ ਬੰਦ ਕਰਵਾਇਆ ਕਿਉਂਕਿ ਇਹਨਾਂ ਦਾ ਵਪਾਰ ਨਹੀਂ ਸੀ ਚੱਲ ਸਕਦਾ। ਉੱਥੋਂ ਸਾਰਾ ਕੁਝ ਚੱਕ ਕੇ ਲਿਆਏ। ਮੈਂ ਉਹ ਅੱਖੀ ਵੇਖਿਆ ਸਾਰਾ ਕੁਝ, ਜਿੱਥੋਂ ਜਦੋਂ ਬਣਿਆ, ਜਦੋਂ ਉੱਥੇ ਛਾਪਣ ਲੱਗਿਆ, ਜਦੋਂ ਇਹ ਉੱਥੇ ਗਏ, ਉਹਨਾਂ ਨੂੰ ਬੇਈਮਾਨੀ ਦੇ ਨਾਲ ਬੇਸ਼ਰਮ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਨੇ ਕਿਹਾ ਰੱਬ ਦਾ ਵਾਸਤਾ ਬਣੇ ਬਣਾਏ ਲੈ ਲਓ, ਪਰ ਇੱਕ ਗੱਲ ਯਾਦ ਰੱਖਿਓ, ਤੁਸੀਂ ਲਿਖ ਕੇ ਦਿਓ ਸਾਨੂੰ। ਇਹਨਾਂ ਨੇ ਲਿਖ ਕੇ ਦਿੱਤਾ ਕਿ ਅਸੀਂ ਪੈਸਾ ਚਾਰਜ ਨਹੀਂ ਕਰਾਂਗੇ। ਇਹ ਲੋਕਾਂ ਦਾ ਪਿਛੋਕੜ ਦੇਖੋ। ਸਿਰਫ ਗੁਰਦੁਆਰਿਆਂ ਤੇ ਬੈਠਣ ਦਾ ਜਾਂ ਕਰਨ ਦੇ ਨਾਲ ਸਿੱਖੀ ਦਾ ਨਾ ਪ੍ਰਚਾਰ ਹੋ ਸਕਦਾ, ਨਾ ਹੋ ਰਿਹਾ ਹੈਗਾ।
ਇਹ ਥੱਲੇ ਥੱਲੇ ਨੂੰ ਜਾਣਾ, ਵਿਖਾਵਾ ਵੱਧ। ਅਸਲੀ ਜਿਹੜਾ ਸਾਡਾ ਗੁਰੂ ਘਰ ਦਾ ਜਿਹੜਾ ਸਾਡਾ ਅਸਲੀ ਗੁਰਬਾਣੀ ਕਹਿੰਦੀ ਆ, ਸਾਡੇ ਗੁਰੂਆਂ ਨੇ ਜਿਉਂ ਕੇ ਦਿਖਾਇਆ, ਅਸੀਂ ਤਾਂ ਪੈਰਾਂ ਥੱਲੇ ਆਪ ਰੋਲਣਾ ਸੀ, ਅਸੀਂ ਤਾਂ ਉਹਨਾਂ ਨੂੰ ਵੀ ਰੋਲੀ ਜਾ ਰਹੇ ਹਾਂ। ਮਾਫ ਕਰਨਾ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਸਰ ਜੀ, ਧੰਨਵਾਦ ਬਹੁਤ। ਸਰ ਬੰਤ ਸਿੰਘ ਜੀ ਲਾਈਨ 4। ਗੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਡੀ ਵੈਸੇ ਨਾ ਮੈਂ ਕਹਿੰਦਾ ਵੀ ਮੈਨੂੰ ਮੇਰੇ ਦਿਮਾਗ ਸੁਣਨ ਦਾ ਜਾਂਦਾ। ਮੈਂ ਜਦੋਂ ਗੁਰਬਾਣੀ ਨਾ, ਮੈਂ ਸੱਚੀ ਗੱਲ ਦੱਸਦਾ, ਮੈਂ ਉੱਥੇ ਪੜ੍ਹ ਰਿਹਾ ਸੀ ਬੈਠਾ ਹੁਣ, ਤੇ ਪੜ੍ਹ ਵੀ ਮੈਂ ਆਈ ਗ੍ਰੰਥ ਤੁਰਿਆ ਸੀ, ਮੇਰੇ ਕੋਲ ਕੋਈ ਗ੍ਰੰਥ ਨਹੀਂ। ਤੇ ਇਹ ਕਿਸੇ ਨੂੰ ਪੜਾਉਂਦੇ ਨਹੀਂ, ਡਰਾਉਂਦੇ ਸੀ। ਜਿੰਨਾ ਚਿਰ ਇਹਨਾਂ ਦੇ ਮੈਂ ਨੇੜੇ ਰਹੇ ਨਾ, ਇਹ ਕਹਿੰਦੇ ਜੇ ਤੁਸੀਂ ਗੁਰਬਾਣੀ ਗਲਤ ਪੜ੍ਹ ਲਈ ਤੁਹਾਨੂੰ ਪਾਪ ਆਊਗਾ। ਕੋਈ ਕਿਸੇ ਨੂੰ ਦੱਸਦਾ ਨਹੀਂ ਤੇ ਕਿਸੇ ਨੂੰ ਬਹੁਤੀ ਆਉਂਦੀ ਨਹੀਂ। ਜਿਵੇਂ ਉਹ ਸਿਰ ਤੇ ਆਪਣੇ ਮਨਜਿੰਦਰ ਸਿੰਘ ਸਿਰ ਤੇ ਨਾ ਹੋਈ ਸੀ ਨਾ, ਵੀ ਪੜ੍ਹਨੀ ਵੀ ਨਹੀਂ ਕਿਸੇ ਨੂੰ ਆਉਂਦੀ। ਇਹ ਤਾਂ ਇੱਕ ਵਪਾਰ ਵਾਲੀ ਗੱਲ ਬਣ ਗਈ ਆ। ਤੇ ਸੱਚੀ ਮੁੱਚੀ ਵੀ ਇਹ ਸ਼ਬਦ ਦੇ ਉੱਤੇ ਆਇਆ ਸੀ, ਕਹਿੰਦਾ ਪਾਉਂਦੀ ਜਾਏ ਪਰਾਲ, ਪਿੱਛੇ ਹੱਥ ਨਾ ਅੰਬੜੇ, ਤਤ ਨਬੰਦੇ ਤਾਲ। ਉਹ ਕਹਿੰਦਾ ਤ੍ਰਿਸ਼ਨਾ ਦੀ ਗਿਰਾਵਟ ਚ ਆਏ ਹੋਏ ਲਾਲਚ ਦੇ ਵਿੱਚ ਨਾ ਇਹ ਪਰਾਲੀ ਇਕੱਠੀ ਕਰੀ ਜਾਂਦੇ ਆ। ਇਹ ਆਪਦੇ ਦਿਲ ਨੂੰ ਤਾਲ ਦੇ ਵਿੱਚ, ਆਪਦੇ ਹਿਰਦੇ 'ਚ ਇਹ ਪਰਾਲੀ ਇਕੱਠੀ ਕਰੀ ਜਾਂਦੇ, ਉਹ ਚ ਲਾਭ ਕੋਈ ਨਹੀਂ ਹੈ, ਇੱਕ ਲਾਲਚ ਪਿੱਛੇ ਆ। ਸ਼੍ਰੋਮਣੀ ਕਮੇਟੀ ਨੇ ਜਿਨ੍ਹਾਂ ਨੂੰ ਸੇਵਾਦਾਰ ਕਹਿ ਕੇ ਭੇਜਿਆ, ਇਹ ਕਿਹਦੀ ਸੇਵਾ ਕਰਨਾ? ਇਹ ਰੱਬ ਦੀ, ਵੀ ਇਹਨੂੰ ਅਸੀਂ ਵੇਚਣਾ ਇਕੱਠਾ। ਇਹ ਕਿਉਂ ਨਹੀਂ ਆਈ ਗ੍ਰੰਥ ਦੇ ਵਿੱਚ ਜਾ ਕੇ ਬਹਿ ਕੇ ਨਵੀਂ ਤਕਨੀਕ ਦੇ ਨਾਲ ਪਾਉਣ, ਨਾਲ ਦੀ ਨਾਲ ਪੜ੍ਹਨ, ਨਾਲ ਦੀ ਨਾਲ ਉਹਦੇ ਅਰਥ ਦੱਸਣ, ਲੋਕ ਜਾਗਰਤ ਹੋ ਜਾਣ। ਸ਼੍ਰੋਮਣੀ ਕਮੇਟੀ ਨੇ ਜਿਹੜੇ ਉੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਾਪੀਆਂ, 358 ਦਾ ਹਿਸਾਬ ਤਾਂ ਉੱਥੋਂ ਨਹੀਂ ਆਇਆ। ਤੇ ਹੋਰ ਖਿਲਾਰੇ ਪਾ ਕੇ ਤੁਸੀਂ ਕੀ ਕਰੋਗੇ? ਇਹਨੂੰ ਕਿਵੇਂ ਨਜਿੱਠਣਗੇ? ਕਿਉਂ ਕੌਮ ਦਾ ਜਲੂਸ ਕੱਢਦੇ ਆ? ਕਿਉਂ ਨਹੀਂ ਸੋਚਦੇ? ਇਹ ਨਵੀਂ ਤਕਨੀਕ ਨਾ ਆਈ ਗ੍ਰੰਥ ਪਾ ਦੇਣ, ਇਹ ਮੈਨੂੰ ਦੱਸੋ, ਇਹ ਲੋਕਾਂ ਨੂੰ ਪੜ੍ਹਨਾ ਸਿਖਾ ਦੇਣਗੇ? ਕਿੰਨੇ ਕੁ ਨੂੰ ਸਿਖਾਇਆ? ਗੁਰਬਾਣੀ ਦਾ ਸ਼ੁੱਧ ਉਚਾਰਨ ਨਹੀਂ ਹੁੰਦਾ, ਅਸੀਂ ਆਪਣੀ ਭਾਸ਼ਾ ਤੋਂ ਬਹੁਤ ਦੂਰ ਹੁੰਦੇ ਜਾਂਦੇ ਹਾਂ। ਧੰਨਵਾਦ ਜੀ, ਬਹੁਤ ਬਹੁਤ। ਭਾਈ ਸਾਹਿਬ ਨੇ ਪਹਿਲਾਂ ਹੀ ਬਹੁਤ ਕੁਝ ਦੱਸਤਾ। ਧੰਨਵਾਦ ਸਰ ਜੀ। ਰਜਪਾਲ ਸਿੰਘ ਜੀ 4। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਸਿੰਘ ਸਾਹਿਬ ਆਪਣੇ ਪਹਿਲੇ ਭਾਈ ਸਾਹਿਬ ਬਹੁਤ ਵਧੀਆ ਗੱਲਾਂ ਕਰਕੇ ਗਏ, ਪਰ ਇੱਕ ਜਿਹੜੀ ਗੱਲ ਕਹਿੰਦੇ ਕਿ ਸਿੱਖਾਂ ਨੇ ਸਿੱਖਿਆ ਕੁਝ ਨਹੀਂ, ਮੈਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਇਹ ਗੱਲ ਜ਼ਰੂਰ ਹੈ ਵੀ ਸਿੱਖ ਗੁਲਾਮ ਹੈ ਤੇ ਸਿੱਖਾਂ ਦੇ ਹੱਥ ਬਸ ਵਾਲਾ ਕੁਝ ਹੈ ਨਹੀਂਗਾ। ਤੇ ਬਾਕੀ ਜਿਹੜਾ ਦੂਜੀ ਹਜ਼ੂਰੀ ਤੇ ਜੇ ਚੋਰ ਨੂੰ ਚੋਰ ਕਹਿਤਾ ਤਾਂ ਕੋਈ ਮੇਰੇ ਖਿਆਲ ਨਹੀਂ ਮਾੜੀ ਗੱਲ ਹੈਗੀ ਆ। ਹਾਂ, ਸਭਿਅਤ ਭਾਸ਼ਾ 'ਚ ਜੇ ਗੱਲ ਹੋਣੀ ਚਾਹੀਦੀ ਆ। ਤੇ ਬੰਦੇ ਬਹੁਤ ਸਾਰੀਆਂ ਉਹਨੀ ਗੱਲਾਂ ਕੀਤੀਆਂ, ਪਰ ਇਹ ਕਹੀਏ ਕਿ ਸਿੱਖਾਂ ਦਾ ਕਸੂਰ ਆ, ਸਿੱਖਾਂ ਦਾ ਕਸੂਰ ਕਰਦੇ ਹੋਈ ਆ ਅਸੀਂ ਆਪਣੀ ਗੁਲਾਮੀ ਨਹੀਂ ਖਾਲੇ ਤੇ ਗਲੋਂ ਲਾ ਸਕੇ, ਤੇ ਉਹਦੇ ਕਰਕੇ ਨਹੀਂ ਕਿਸੇ ਪਾਸੇ ਲੱਗ ਸਕੇ। ਜਦੋਂ ਗੁਲਾਮੀ ਹਟਾ ਲਈ ਬਹੁਤ ਕੁਝ ਹੋਊਗਾ। ਪਿੱਛੇ ਰਾਜ ਇਹੋ ਜਿਹਾ ਰਹੇ ਆ ਸਿੱਖਾਂ ਦੇ ਜਿੱਥੇ ਇਹੋ ਜਿਹਾ ਹੋਇਆ ਹੈਗਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ। ਪਿਆਰਾ ਸਿੰਘ ਜੀ। ਵਾਹਿਗੁਰੂ ਜੀ ਗਿਲ ਸਾਹਿਬ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਪੁੱਛਣਾ ਸੀਗਾ ਕਿ ਜਿਹੜਾ ਆਪਾਂ ਹੁਣ ਵਿਚਾਰ ਕਰ ਰਹੇ ਹਾਂ, ਤੇ ਕਿਉਂਕਿ ਹੁਣ ਜ਼ਮਾਨਾ ਬਹੁਤ ਤੇਜ਼ੀ ਨਾਲ ਬਦਲ ਗਿਆ ਤੇ ਬਦਲ ਰਿਹਾ, ਤੇ ਡਿਜੀਟਲ ਏਜ ਆ ਗਈ ਆ। ਆਪਾਂ ਹੁਣ ਦੇਖੋ ਵੈਬਸਾਈਟਾਂ ਤੇ ਹੋਰ ਸਾਰਿਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਵੇਲੇਬਲ ਹੈਗੀ ਆ ਪੜ੍ਹਨ ਵਾਸਤੇ। ਤੇ ਇਹ ਸਾਰੀਆਂ ਗੱਲਾਂ ਦਾ ਮੇਰਾ ਖਿਆਲ ਆ ਇਕੱਠਾ ਹੀ ਵਿਚਾਰ ਕਰਨਾ ਚਾਹੀਦਾ ਵੀ ਇਹ ਸਿਰਫ ਪ੍ਰਿੰਟਿੰਗ ਦਾ ਨਹੀਂ, ਡਿਜੀਟਲ ਜਿਹੜਾ ਮਟੀਰੀਅਲ ਆ ਉਹਦੇ ਤੇ ਵੀ ਆਪਾਂ ਨੂੰ ਜਿਹੜੇ ਅਕਾਲ ਤਖਤ ਵਾਲੇ ਭਾਈ ਸਾਹਿਬ ਹੈਗੇ ਆ ਉਹਨਾਂ ਨੂੰ ਬੈਠ ਕੇ ਇਹਦੇ ਵਿੱਚ ਵਿਚਾਰ ਕਰਨਾ ਚਾਹੀਦਾ। ਤੇ ਮੇਰਾ ਇੱਥੇ ਦਾ ਖਿਆਲ ਆ ਵੀ ਬਾਣੀ ਜਿਹੜੀ ਆ ਡਿਜੀਟਲ ਆਈਪੈਡ ਵਗੈਰਾ ਤੇ ਹੋਰ ਕੰਪਿਊਟਰ ਤੇ ਬੱਚਿਆਂ ਵਾਸਤੇ ਹੋਣੀ ਚਾਹੀਦੀ ਹੈ, ਤਾਂ ਕਿ ਬੱਚੇ ਐਕਸੈਸ ਕਰ ਸਕਣ। ਤੇ ਇਹ ਨਾ ਹੋਵੇ ਕਿ ਸਿਰਫ ਗੁਰਦੁਆਰੇ ਵਿੱਚ ਜਾ ਕੇ ਤੁਸੀਂ ਪੜ੍ਹ ਸਕਦੇ ਹੋ, ਘਰ ਵੀ ਬਣਨੀ ਚਾਹੀਦੀ ਆ ਤੇ ਘਰ ਅਵੇਲੇਬਲ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ। ਤੇ ਇਹਦੇ ਬਾਰੇ ਵੀ ਤੁਸੀਂ ਮੇਰੇ ਖਿਆਲ ਵਿਚਾਰ ਕਰੋ। ਥੈਂਕ ਯੂ ਵੈਰੀ ਮਚ। ਧੰਨਵਾਦ ਜੀ। ਰਾਮ ਸਰੂਪ ਅਣਖੀ ਜੀ ਦੀ ਕਹਾਣੀ ਪੰਜਾਬ ਦੀ ਆਰਥਿਕਤਾ, ਪਿੰਡਾਂ ਦੀ ਕਹਾਣੀ ਹੈ। ਬਾਹਰਲਾ ਘਰ, ਗੱਜਣ, ਚੰਨਣ ਤੇ ਜੈਮਲ 3 ਭਾਈ ਸੀ। ਗੱਜਣ ਵਿਆਹਿਆ ਹੋਇਆ ਸੀ,
ਗੱਜਣ ਦੀ ਘਰ ਵਾਲੀ ਪ੍ਰਤਾਪੀ ਸੀ। ਚੰਨਣ ਨੂੰ ਪ੍ਰਤਾਪੀ ਨੇ ਆਪਣੇ ਰਿਸ਼ਤੇਦਾਰੀ ਚ ਸਾਕ ਕਰਾ ਦਿੱਤਾ ਚੰਦਕੁਰ ਦਾ। ਪ੍ਰਤਾਪੀ ਦੀ ਭੂਆ ਸੀ ਬਦਰੇ, ਗਾਹਾਂ ਚੰਦਕੁਰ ਦੇ ਨਾਨਕੇ ਸੀ ਬਦਰੇ। ਪ੍ਰਤਾਪੀ ਦੀ ਭੂਆ ਦੀ ਨਣਦ ਦੀ ਕੁੜੀ ਸੀ ਚੰਦਕੁਰ। ਭੂਆ ਹੀ ਉਹਨੂੰ ਕਹਿੰਦੀ, ਉਹ ਆਨੰਦਕੁਰ ਨੂੰ ਵੀ, ਆਨੰਦਕੁਰ ਦੀ ਧੀ ਸੀ ਚੰਦਕੁਰ। ਚਾਨਣ ਦਾ ਵਿਆਹ ਨੇੜੇ ਸੀ, ਸਾਰਾ ਕੁਛ ਦੀ ਅਖੀਰ ਪਤਾ ਹੀ ਨਹੀਂ ਲੱਗਿਆ। ਇੱਕ ਦਿਨ ਚਾਨਣ ਪਿਆ ਹੀ ਰਹਿ ਗਿਆ, ਉੱਠਿਆ ਨਾ। ਚੰਦਕੁਰ ਦਾ ਸਾਕ, ਚੰਦਕੁਰ ਦਾ ਸਾਰਾ ਸਮਾਨ ਜਿਹੜਾ ਪਹੁੰਚਿਆ ਹੋਇਆ ਸੀ, ਮਕਲਾਵਾ ਹੀ ਲੈ ਕੇ ਆਉਣਾ ਸੀ, ਗੱਲ ਨਿਬੜੀ ਹੋਈ ਸੀ। ਚਾਨਣ ਦਾ ਭੋਗ ਪੈ ਗਿਆ। ਲਹਿਰੇ ਵਾਲਿਆਂ ਦੀ ਮਕਾਨ ਜੋਗੀਪੁਰ ਆ ਗਈ। ਜੋਗੀਪੁਰ ਵਾਲੇ ਲਹਿਰੇ ਗਏ, ਰਾਹ ਨਾ ਸੁਝਿਆ ਕੋਈ। ਪ੍ਰਤਾਪੀ ਰੋ ਰੋ ਆਖੇ, ਭੂਆ ਹੀ ਕਹਿੰਦੀ ਆਨੰਦਕੁਰ ਨੂੰ, ਉਹ ਵੀ ਕਿਉਂਕਿ ਭੂਆ ਦੀ ਨਣਦ ਸੀ, ਭੂਆ ਤੁਹਾਡੀ ਧੀ ਦਾ ਟਾਕੀ ਟੱਲਾ ਜਿੰਨਾ ਵੀ ਸਮਾਨ ਤੁਸੀਂ ਦਿੱਤਾ ਤੁਸੀਂ ਲੈ ਜਾਓ, ਮੁੱਢ ਤੋਂ ਅੱਜ ਹੀ ਚੱਕ ਲਓ, ਸਾਡਾ ਬੰਦਾ ਮੁੱਕ ਗਿਆ, ਅਸੀਂ ਸਮਾਨ ਕੀ ਕਰਨਾ। ਪ੍ਰਤਾਪੀ ਨਾਲ ਆਨੰਦਕੁਰ ਦੀ ਬਹੁਤ ਬਣਦੀ, ਤਾਂ ਉਹ ਕਹਿੰਦੀ ਲੀੜਾ ਕੱਪੜਾ ਤੇਰੇ ਘਰੇ ਪਿਆ, ਸਾਡੇ ਪਿਆ, ਕੋਈ ਗੱਲ ਨਹੀਂ ਮੱਲਾ, ਤੂੰ ਜਿਹੋ ਜੀ ਮੈਨੂੰ ਚੰਦਕੁਰ ਉਹ ਜੀ ਤੂੰ ਹੈ, ਕੋਈ ਫਰਕ ਨਹੀਂ। ਜਦ ਚੰਦਕੁਰ ਗਾਹਾਂ ਕਿਤੇ ਤੋਰੀ ਇੱਥੋਂ ਹੀ ਝੁਕਾ ਦਿਆਂਗੇ। ਚਾਨਣ ਮਰੇ ਨੂੰ ਕਈ ਦਿਨ ਹੋ ਗਏ। ਗੱਜਣ ਬਹੁਤ ਦਿਲ ਨੂੰ ਲਾ ਗਿਆ। ਗੱਜਣ ਕੱਲਾ ਸੀ, ਪ੍ਰਤਾਪੀ ਖਿਆਲ ਵੀ ਕਰਦੀ। ਗੱਜਣ ਸਾਰਾ ਦਿਨ ਬਾਹਰਲੇ ਵਿਹੜੇ ਪਿਆ ਰਹਿੰਦਾ, ਮੋਟਰ ਤੇ ਜਾ ਆਉਂਦਾ। ਗੱਜਣ ਦੀ ਦਾੜੀ ਵੱਧ ਗਈ, ਗੱਜਣ ਦੇ ਪਿੱਫਣਾਂ ਦੇ ਵਾਲ ਲੰਮੇ ਹੋ ਗਏ, ਗੱਜਣ ਦੀਆਂ ਮੁੱਛਾਂ ਵੱਧ ਕੇ ਮੂੰਹ 'ਚ ਪੈਣ ਲੱਗੀਆਂ, ਪਰਨਾ ਬੰਦਾ ਹੀ ਤੁਰ ਜਾਂਦਾ ਗੱਜਣ, ਪਤਾ ਹੀ ਨਾ ਲੱਗਦਾ। ਗੱਜਣ ਦੇ ਨੂੰ ਜਦ ਵੀ ਗੱਲ ਕਰਦਾ, ਚਾਨਣ ਨੂੰ ਯਾਦ ਕਰਕੇ ਚਾਨਣ ਨੂੰ ਭਾਵ ਮਾਰ। ਬਹੁਤ ਵਾਰ ਕਹਿੰਦੇ ਲੋਕ, ਉਹ ਗੱਜਣਾ ਐ ਨਾ ਕਰ, ਕਾਹਦਾ ਯਾਰ ਭਾਈ ਬਿਨਾ ਕੀ ਕਰਨਾ ਹੈ, ਖੂਹ ਤੇ ਵੀ ਜਾਣ ਨੂੰ ਮੇਰਾ ਤਾਂ ਜੀ ਨਹੀਂ ਕਰਦਾ, ਮੈਂ ਤਾਂ ਭਾਈ ਦਾ 100 ਜਿਹੜਾ ਸ਼ੌਕ ਪੂਰਾ ਕਰਨਾ। ਚੱਲ ਜੈਮਲ ਤਾਂ ਵਿਆਹ ਨਹੀਂ ਸੀ ਕਰਾਇਆ, ਕੀ ਕਰੀਏ। ਹੁਣ ਬਾਰੋ ਬਾਰੀ ਪਹਿਲਾਂ ਚਾਨਣ ਜਦ ਮਰਿਆ ਤਾਂ ਜ਼ਮੀਨ ਚਾਨਣ ਦੀ ਚੰਦਕੁਰ ਦੇ ਹੋ ਗਈ, ਨਾਂ ਗੱਜਣ ਦੇ ਹੋ ਗਈ, ਕਿਉਂਕਿ ਲਿਖੀ ਨਹੀਂ ਸੀ। ਇੱਕ ਭੈਣ ਸੀ ਭਾਨੋ, ਉਹਦੇ ਨਾਂ, ਤਿੰਨਾਂ ਦੇ ਨਾਂ ਹੋ ਗਈ। ਹੁਣ ਜਦ ਚਾਨਣ ਮਰਿਆ ਤਿੰਨੇ ਜਗ੍ਹਾ ਫੇਰ ਹੋ ਗਈ। ਗੱਜਣ ਨੂੰ 3 ਢੇਰੀਆਂ ਜ਼ਮੀਨ ਦੀਆਂ ਪਈਆਂ ਬਹੁਤ ਔਖੀਆਂ ਲੱਗ। ਗੱਲਾਂ ਕਰਦਾ ਕਰਦਾ ਗੱਜਣ ਕਦੇ ਕਹਿੰਦਾ, ਭਾਈਆਂ ਬਾਜ ਨਾ ਮਸੂਸਾਂ ਸੋਹਦੀਆਂ ਨੇ, ਭਾਈਆਂ ਬਿਨਾਂ ਕਾਹਦਾ। ਪ੍ਰਤਾਪੀ ਬਹੁਤ ਯਾਦ ਕਰੀ, ਲੈ ਵਿਚਾਰੀ ਦਾ ਆ ਪਿਆ ਸਾਰਾ ਕੁਛ, ਜੇ ਉਹਨੇ ਜਹਾਨ ਤੇ ਰਹਿਣਾ ਨਹੀਂ ਸੀ ਆਪਾਂ ਕਾਹਨੂੰ ਬਣ ਜਾਣਾ ਸੀ। ਆਹਾ ਉਹਨੂੰ ਤਾਂ ਲਾੜ ਚਾਅ ਵੀ ਨਹੀਂ ਪੂਰੇ ਕੀਤੇ। ਗੱਜਣ ਸੌਵੇ ਨਾ, ਗੱਜਣ ਨੂੰ ਐ ਲੱਗੇ ਬਈ ਲਹਿਰੇ ਵਾਲਿਆਂ ਨੇ ਜ਼ਮੀਨ ਬਾਹਲੀ ਆ ਕੇ ਚਾਨਣ। ਇੱਕ ਦਿਨ ਸਾਲ ਹੋ ਗਿਆ ਚਾਨਣ ਨੂੰ ਮਰੇ ਨੂੰ, ਸੰਦੇਹਾਂ ਉੱਠ ਕੇ ਤਿਆਰ ਹੋ ਕੇ ਪ੍ਰਤਾਪੀ ਨੂੰ ਕਹਿੰਦਾ, ਮੈਂ ਮੰਡੀ ਜਾ ਕੇ ਆਉਣਾ, ਆੜਤੀ ਦਾ ਹੀ ਕੰਮ ਆ, ਜੇ ਹੱਥ ਨੂੰ ਮੁੜਿਆ ਠੀਕ ਹੈ, ਜੇ ਕੀ ਆ ਨਾ ਮੁੜਿਆ ਜਾਵੇ ਉੱਥੇ ਸੌਂ ਜੂ ਮੈਂ ਆੜਤੀ ਕੋਲ। ਪ੍ਰਤਾਪੀ ਕਲਪੇ ਸਾਰਾ ਦਿਨ ਗਿਆ ਆੜਤੀ ਦੇ, ਤਿਆਰੀ ਬਹੁਤ ਕਰ ਲਈ, ਇਹ ਗਿਆ ਕਿੱਥੇ ਨੂੰ ਹੈ। ਜੇਠ ਹਾੜ ਦੇ ਦਿਨ ਸੀ, ਮੰਡੀ ਗਿਆ, ਆੜਤੀ ਤੋਂ ਨਾਮਾ ਲੈ ਰਿਹਾ। ਗਾਹਾਂ ਜਾ ਕੇ ਮੰਡੀ ਚੋਂ ਦਸ਼ਹਿਰੀ ਅੰਬ ਇੱਕ ਚੂਪ ਕੇ ਮੁੱਛਾਂ ਤੇ ਫੇਰ ਕੇ ਹੱਥ, ਕਹਿੰਦਾ ਪਹਿਲਾਂ ਸਹੁਰੇ ਜਾਣ ਨੂੰ, ਭਾਈ ਦੇ ਸਹੁਰੇ ਜਾਣਾ, ਪਹਿਲਾਂ ਨਾਈ ਦੇ ਜਾਵਾਂ। ਨਾਈ ਦੇ ਜਾ ਕੇ ਖੱਤ ਕੁੱਤ ਕਢਾ ਲਏ, ਕੈਮ ਕਰ ਲਿਆ, ਧਾਗਾ ਧੂਗਾ ਫੇਰ ਕੇ ਗੱਲਾਂ ਲਾਲ ਕਰਨੀਆਂ, ਅੰਬ ਪਵਾ ਕੇ ਲਹਿਰੇ ਵਾਲੀ ਬੱਸ ਚੜ ਗਿਆ। ਲੰਘਿਆ ਜਾਵੇ ਆਨੰਦਕੁਰ ਦਾ ਘਰ, ਪੁੱਛ ਕੇ ਗੁਆਂਢਣਾ ਬਾਹਰ ਖੜੀਆਂ ਕਹਿਣ, ਕੁੜੇ ਆਹ ਕੌਣ ਆ, ਲੱਖਾ ਜਿਹਾ ਤੁਰਿਆ ਜਾਂਦਾ ਹੈ। ਚੰਦਕੁਰ ਨੇ ਉਹਨੂੰ ਪਛਾਣ ਲਿਆ, ਦੇਖ ਕੇ ਉਹ ਤਾਂ ਅੰਦਰ ਵੜ ਗਈ ਵੀ ਜੇਠ ਦੀ ਜਗ੍ਹਾ ਲੱਗਦਾ ਸੀ। ਉਹ ਵੀ ਵਿਆਹ ਸ਼ਾਦੀਆਂ 'ਚ ਇਕੱਠਾ ਹੁੰਦਾ, ਜਦ ਭੂਆ ਦੇ ਪਿੰਡ ਜਾਂਦੇ ਵਿਆਹ ਤਾਂ ਉੱਥੇ ਚੰਦਕੁਰ ਆਪਣੇ ਨਾਨਕੇ ਬਦਰੇ ਆਈ ਹੁੰਦੀ, ਪ੍ਰਤਾਪੀ ਤੇ ਗੱਜਣ ਆਪਣੇ ਭੂਆ ਫੁੱਫੜ ਕੋਲ ਜਾਂਦੇ। ਬੁੱਚੇ ਫੁੱਫੜ ਨਾਲ, ਫੁੱਫੜ ਦੇ ਭਾਈ ਨਾਲ ਉਹਦੀ ਬਹੁਤ ਬਣਦੀ। ਗੱਜਣ ਨੇ ਜਾ ਕੇ, ਮਾਸੀ ਮੱਥਾ ਟੇਕਦਾ, ਮਾਸੀ ਗੱਜਣਾ ਜੋਗੀਪੁਰੋਂ। ਆਨੰਦਕੁਰ ਨੇ ਸਿਰ ਪੋਸਤਾ, ਬੇਵਾਰ ਚਾਲ ਹੈ, ਮੈਂ ਅਕਲ ਨਹੀਂ ਆਇਆ ਸਾਊ, ਉੱਠ ਜਾਣ ਦੀਦੇ ਮੇਰੇ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਮੈਂ ਤਾਂ ਜਾਣੀ ਦਿਮਾਗ ਚੱਕਿਆ ਪਿਆ ਜਿੱਦਣ ਦਾ ਚਾਨਣ ਸੋ। ਹਾਏ ਐਂ ਕਹਿ ਕੇ ਗੱਲ ਕੀਤੀ। ਬਸ ਮਾਛੀ ਜਿਹੜਾ ਕੁਛ ਹੋਣਾ ਸੀ ਹੋ ਗਿਆ ਬਰਾਬਰ ਦਾ। ਮੈਂ ਤਾਂ ਜਬਕਦਾ ਫਿਰਦਾ, ਕਦੇ ਖੂਹ ਤੇ ਨੂੰ ਜਾ ਵੜਦਾ, ਕਦੇ ਘਰੇ ਜਾ ਵੜਦਾ, ਦੋਨੇ ਬਰਾਬਰ ਦੇ
ਦਿਨਾਂ 'ਚ ਮੁੱਕ ਗਏ। ਮੈਂ ਕੀ ਕਰਾਂ, ਮੈਂ ਤਾਂ ਚਾਹ ਕਰਨੇ ਸੀ ਬਹੁਤ ਉਹਦੇ, ਆਪਾਂ ਤਾਂ ਵਰਤਣਾ ਸੀ, ਇੱਥੇ ਮੈਂ ਆਇਆ ਕਰਨਾ ਸੀ। ਅੱਜ ਮੇਰਾ ਮਨ ਹੋ ਗਿਆ, ਮੈਂ ਗੱਲਾਂ ਕਰਦੇ, ਮੈਂ ਤਾਂ ਪਿੰਡ ਨੂੰ ਜਾਣ ਦੀ ਮੂਹਰੇ ਤੁਹਾਡੇ ਪਿੰਡ ਵਾਲੀ ਬੱਸ ਖੜ ਗਈ, ਮੈਂ ਤੁਹਾਡੇ ਵਾਲੀ ਉਹ ਬੱਸ ਚੜਿਆ ਆ। ਬੱਸ ਭੱਜ ਨੱਠ ਹੋ ਗਈ। ਆਲੂ ਪਕੌੜਿਆਂ ਦੀ ਦਾਲ ਬਣਾ ਲਈ ਮਾਲਵੇ ਵਾਲੀ, ਨਾਲ ਸ਼ੱਕਰ ਘਿਓ ਤੇ ਪੂੜੀਆਂ ਲਾ ਲੀਆਂ। ਤੇ ਆਨੰਦ ਕੌਰ ਕਹਿੰਦੀ ਸਾਊ ਤੁਸੀਂ ਖਾ ਰੋਟੀ। ਆਨੰਦ ਕੌਰ ਮੰਜੇ ਕੋਲ ਰੱਖੇ ਨਿੰਜੇ ਜੇ ਪਾਈ ਤੇ ਰੋਟੀ ਰਖਾ ਗਈ ਕੁੜੀ, ਨਿੱਕੀ ਬਾਟੀ ਸ਼ੱਕਰ ਉੱਪਰ। ਆ ਇੱਕ ਖਾਲੀ ਕੌਲੀ ਲਿਆਓ ਭਾਈ, ਆ ਮਿੱਠਾ ਇੰਨਾ ਨੀ ਮੈਥੋਂ ਖਾ ਹੋਣਾ। ਆਨੰਦ ਕੌਰ ਕਹਿੰਦੀ ਨਾ ਸਾਊ ਇਹ ਕਿਤੇ ਬਾਹਲਾ। ਲੱਖੋ ਕੌਲੀ ਲੈ ਕੇ ਆ ਗਈ। ਗੱਜਣ ਨੂੰ ਆਇਆ ਸੀ ਚੰਦ ਕੌਰ ਕਿਉਂ ਨਹੀਂ ਆਈ। ਮਨ ਚ ਹੱਸਿਆ, ਇਹ ਵੀ ਖਾਸੀਆਂ ਬੜੀਆਂ ਪਈਆਂ। ਸ਼ੱਕਰ ਉਹਨੇ ਅੱਧੀ ਖਾ ਲਈ, ਦਾਲ ਠੀਕ ਸੀ, 4 ਰੋਟੀਆਂ ਖਾ ਲਈਆਂ। ਘਰੇ 5-5 6-6 ਖਾ ਜਾਂਦਾ ਤਾਂ ਇੱਥੇ ਵੀ ਖਾ ਲਈਆਂ। ਰਾਤ ਨੂੰ ਬੰਦਾ ਬੈਠੇ ਕੋਲ ਡਾਹਤਾ, ਘਰ ਚ ਬੰਦਾ ਕੋਈ ਨਹੀਂ ਸੀ। ਹੁਣ ਉਹਦੇ ਕੋਲ ਕਿਹਨੇ ਪੈ ਗਿਆ। ਰੋਟੀ ਟੁੱਕ ਨਵੇੜ ਕੇ ਆਨੰਦ ਕੌਰ ਨੇ ਦੁੱਧ ਦਾ ਛੰਨਾ ਭਰਿਆ, ਪੱਕਾ ਮਿੱਠਾ ਪਾ ਕੇ ਗੱਜਣ ਦੇ ਸਰਾਣੇ ਸੌ ਗਿਆ। ਸਾਊ ਜਾਗਦਾ ਸੀ। ਨਾ 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 ਆ ਜਾ ਮਾਸੀ, ਬਹਿ ਜਾ, ਬਹਿ ਜਾਓ ਜੀ, ਮਾਸੀ ਜੀ ਬਹਿ ਜਾਓ। ਉਹਨੂੰ ਐ ਸੀ ਗੱਲ ਤਾਂ ਕੋਈ ਛੁੜੀ ਨਾ। ਆਨੰਦ ਕੌਰ ਪੈਂਦ ਬਹਿ ਗਈ, ਗੋਡਾ ਇਕੱਠਾ ਕਰ ਲਿਆ, ਗੋਡੇ ਤੇ ਖਾਜ ਜੀ ਕਰਦਾ, ਖੱਬੇ ਹੱਥ ਨਾਲ ਮੁੱਛਾਂ ਨੂੰ ਠੋਰ ਕੇ ਪਿੱਛੇ ਨੂੰ ਕਹਿੰਦਾ ਚੰਦ ਕੌਰ ਦਾ ਆਪਣੀ ਦਾ ਬਣਿਆ ਜੀ ਕੁਛ ਨਾ। ਸਾਊ ਕਈ ਥਾਂ ਗੱਲ ਚੱਲੀ ਆ, ਸਿਰੇ ਨਹੀਂ ਚੜਦੀ, ਕਰਮੇ ਮਾੜੇ ਨੇ, ਇਉਂ ਤਾਂ ਉਮਰ ਨਿਕਲ ਜੂ ਮਾਛੀ ਜੀ ਇਹਦੀ, ਐ ਤਾਂ ਉਮਰ ਨਿਕਲ ਜੂ। ਗੱਜਣ ਨੇ ਹਮਦਰਦੀ ਤੇ ਹਾਂ ਭਾਈ ਬਣ ਜੇ ਕੋਈ ਗੱਲ ਚੰਗਾ ਦੇਖੋ। ਤੂੰ ਭਾਈ ਅੱਜ ਕਿੱਧਰ ਆਇਆ ਸੀ? ਬਸ ਮੈਂ ਤਾਂ ਮਾਛੀ ਮੰਡੀ ਆਇਆ ਸੀ, ਮੈਂ ਪਹਿਲਾਂ ਵੀ ਦੱਸਿਆ। ਬਸ ਇੱਧਰਲੀ ਮੂਹਰੇ ਆ ਗਈ ਕੁਦਰਤੀ, ਮੈਂ ਤੁਹਾਡੇ ਵਾਲੀ ਬੱਸ ਚੜਿਆ ਆਇਆ। ਬਸ ਮੈਂ ਕਿਹਾ ਲਹਿਰੀ ਗੇੜਾ ਮਾਰਿਆ, ਮੈਂ ਕੀ ਅਜੇ ਭਾਈ ਵਿਆਹਿਆ ਹੁੰਦਾ ਫੇਰ ਵੀ ਜਾਂਦਾ ਹੀ, ਚਾਹ ਤਾਂ ਚੰਗਾ ਕੀਤਾ ਭਾਈ। ਬੇਬੇ ਕਦੇ ਸਾਊ ਕਹਿੰਦੀ, ਕਦੇ ਪੁੱਤ ਕਹਿੰਦੀ, ਗੱਜਣ ਕਦੇ ਮਾਸੀ ਕਹਿੰਦਾ, ਕਦੇ ਮਾਸੀ ਜੀ ਕਹਿੰਦਾ। ਕਈ ਵਾਰ ਗੱਜਣ ਜਦ ਮਾਸੀ ਜੀ ਕਹਿੰਦਾ ਉਹਨੂੰ ਐ ਲੱਗਣਾ ਜਿਵੇਂ ਉੱਪਰੀ ਗੱਲ, ਨਹੀਂ ਤਾਂ ਮਾਛੀ ਮਾਛੜ ਭੂਆ ਫੁੱਫੜੇ ਹੁੰਦੇ ਨੇ, ਚਾਚੇ ਤਾਏ ਹੁੰਦੇ ਨੇ। ਛੰਨਾ ਮੂੰਹ ਨੂੰ ਲਾਇਆ ਆਨੰਦ ਕੌਰ ਨੂੰ, ਤੂੰ ਹੀ ਦੱਸ ਭਾਈ ਕੋਈ ਜਗ੍ਹਾ ਤਾਂ ਮਿਲ ਜੂ ਮਾਛੀ, ਐਵੇਂ ਕੋਈ ਐ ਕਿਤੇ ਰਹਿ ਜੂ ਚੰਦ ਕੌਰ ਬੈਠੀ, ਰੱਬ ਆਪਣੀ ਵਿਦਾ ਮਿਲਦਾ ਆਜੂ ਉਹ ਵੀ ਘੜੀ, ਮੈਂ ਵੀ ਦੇਖੂੰਗਾ। ਗੱਜਣ ਦੇ ਮੂੰਹ ਨੇ ਲਾਲੀ ਮਾਰੀ। ਹੋਰ ਲੋਕ ਭਾਈ 100 ਗੱਲਾਂ ਬੋਲਦੇ ਨੇ, ਕੀ ਕੀਤਾ ਜਾਵੇ, ਕਿਸੇ ਦੇ ਹੱਥ ਨਹੀਂ ਪੈਂਦਾ। ਜਿਹੜੀ ਰੱਬ ਨੇ ਕਰਤੀ ਬੰਦੇ ਦੀ ਕੀਤੀ ਦੀ। ਮੇਰੀ ਇੱਕ ਗੱਲ ਮੰਨੇਗੀ ਮਾਛੀ? ਇੰਨੀ ਗੱਲ ਕਹਿ ਕੇ ਵਕੀਲ ਵਾਂਗੂ ਗੱਜਣ ਸਿੱਧਾ ਚੱਕ, ਦੱਸ ਸਾਊ ਮੰਨੇ? ਦੇਖ ਮੈਂ ਕਰਨੀ ਆ ਰੱਬ ਲੱਗਦੀ ਗੱਲ, ਪੁੱਛ ਲਈ ਤੂੰ ਚੰਦ ਕੌਰ ਨੂੰ ਵੀ। ਛੋਟਾ ਮੂੰਹ ਵੱਡੀ ਬਾਤ ਹੈ, ਜਿਵੇਂ ਸਿਆਣੇ ਕਹਿੰਦੇ ਹੁੰਦੇ, ਮੈਨੂੰ ਕਹਿੰਦੇ ਛੰਗ ਵੀ ਲੱਗਦੀ ਹੈ। ਮੇਰੇ ਮੂੰਹ ਤੇ ਗੱਲ ਆਉਂਦੀ ਵੀ ਆਉਂਦੀ ਵੀ ਜਮਾਂ ਹੀ ਐ ਹੋ ਗਿਆ ਜਿਵੇਂ ਮੰਗਣੇ ਤੇ ਬੈਠਾ ਹੁੰਦਾ ਬਟਨਾ ਮਲ ਕੇ। ਸੰਗਲ ਦੀ ਲੋੜ ਕਾਹਦੀ ਆ ਪੁੱਤ, ਦੱਸ। ਗੱਜਣ ਨੇ ਦਿਲ ਕਰੜਾ ਕੀਤਾ ਬਈ ਅੱਛਾ ਮਾਛੀ ਐ ਦੱਸ, ਜੇ ਚੰਦ ਕੌਰ ਨੂੰ ਮੈਂ ਹੀ ਲੈ ਜਾ, ਦੋ ਕਿਹੜਾ ਹੁੰਦੀਆਂ ਨਹੀਂ, ਨਾਲੇ ਭੈਣਾਂ ਹੀ ਨੇ ਇਹ, ਮਾਮੇ ਭੂਆ ਦੀਆਂ ਕੁੜੀਆਂ ਹੋਈਆਂ। ਇੰਨੀ ਕਹਿ ਕੇ ਗੱਜਣ ਚੁੱਪ ਕਰ ਗਿਆ, ਜਿਵੇਂ ਜੱਜ ਦੇ ਮੂਹਰੇ ਜਿਹੜਾ ਕਰਕੇ ਵਕੀਲ ਚੁੱਪ ਕਰ। ਆਨੰਦ ਕੌਰ ਦੇ ਸਿਰ ਤੇ ਘੜਾ ਪਾਉਂਦਾ ਪੈ ਗਿਆ। ਆਨੰਦ ਕੌਰ ਬੋਲੀ ਨਾ, ਹਾਂ ਨਾ ਨਾ। ਤੁਰਨ ਵੇਲੇ ਮੰਜੇ ਦੀਆਂ ਬਾਹੀਆਂ ਤੋਂ ਹੱਥ ਪਾ ਕੇ ਆਨੰਦ ਕੌਰ ਉੱਠੀ। ਤੈਨੂੰ ਭਾਈ ਪਾਣੀ ਰੱਖਦਿਆਂ ਕੀ ਹੈ, ਰਾਤ ਨੂੰ ਤੇ ਲੱਗ ਜੇ। ਹਾਂਜੀ ਪਾਣੀ ਜ਼ਰੂਰ ਰੱਖ ਦਿਓ। ਗੱਜਣ ਫਸੇ ਬਾਹਰ ਚ, ਫਸੇ ਬਿੱਲੇ ਵਾਂਗੂ, ਨਾ ਅੱਗੇ ਨੂੰ ਪਿੱਛੇ, ਕਹਿੰਦਾ ਭਾਈ ਪਾਤਾ। ਆਹ ਕੀ ਕਹਾਣੀ ਹੋਈ? ਰਾਤ ਨੂੰ ਪਿਆ ਸੋਚੇ, ਆਹਾ ਪੈ ਗਿਆ। ਜੇ ਪਹਿਲਾਂ ਹੀ 3 ਭਾਈਆਂ ਪੈਂਦੀ ਹੁੰਦੀ ਆਪੇ ਹੀ ਕੰਮ ਛੂਤ ਆ ਜਾਣਾ ਸੀ। ਜਾਂ ਦੋਨੇ ਹੀ ਨਹੀਂ ਸੀ ਮਰ ਗਏ ਦੋਨੇ, ਜ਼ਮੀਨ ਇਕੱਠੀ ਹੋ ਜਾਣੀ ਸੀ। ਮਸ਼ਤਰਕੇ ਖਾਤੇ ਦੇ ਸਿਆਪੇ ਐ ਪੈ ਗਏ। ਪਹਿਲਾਂ ਉਹਦੇ ਨਾਲ ਹੋ ਗਈ, ਹੁਣ ਚੰਦ ਕੌਰ ਦਾ 3 ਢੇਰੀਆਂ ਪੈ ਗਈਆਂ, ਜ਼ਮੀਨ ਤਾਂ ਮਾਰੇ ਜਾਵਾਂਗੇ। ਭਾਨੋ ਨਾਲ ਗੱਜਣ ਦੀ ਚੰਗੀ ਸੱਥਰੀ ਪੈਂਦੀ, ਭਾਨੋ ਭੈਣ ਸੀ, ਉਹ ਵੀ ਉਹਦੇ ਨਾਲ ਵੀ ਗੱਲ ਹੋਈ। ਭਾਨੋ ਨਾਲ ਤੂੰ ਐਂ ਕਰ ਵੀਰ, ਚੰਦ ਕੌਰ ਦਾ ਹੀਲਾ ਕਰ, ਕੁਛ ਨਹੀਂ। ਤੇ ਸਵੇਰੇ ਸਾਜਰੇ ਉੱਠਿਆ, ਖੰਘਦਾ ਫਿਰੇ ਗੱਜਣ। ਭਾਈ ਗੱਜਣ ਸੇ ਉਹਨੂੰ ਪਾਣੀ ਧਰੋ। ਚੱਲ ਪਾਣੀ ਨੂੰ ਕੀ ਹੈ, ਆ ਪਿਆ ਲਹਿਰਾ, ਪਿੰਡ ਜਾ ਕੇ ਨਹਾ ਲੈਣਾ ਮੈਂ ਤਾਂ, ਨਾ ਜੋਗੀਪੁਰ ਆ ਪਿਆ, ਮੈਂ ਤਾਂ ਪਿੰਡੇ ਜਾ ਕੇ ਨਹਾ ਲੂ। ਚੰਗਾ ਬਾਛੀ ਮੈਂ ਤਾਂ ਤੁਰਦਾ। ਨਾ ਭਾਈ ਚਾਹ ਪੀ ਕੇ ਜਾ, ਬਸ ਚਾਹ ਪੀਤੀਆਂ ਹੋਈਆਂ ਨੇ, ਬਸ ਲੰਘ ਜੂ। ਫਿਰ ਤੁਸੀਂ ਸੋਚ ਲਿਓ, ਫਿਰ ਕੋਈ ਸਲਾਹ ਬਣੀ ਤਾਂ ਸੁਨੇਹਾ ਭੇਜ ਦਿਓ, ਮੈਂ ਵੀ ਡਿੱਕੂੰਗਾ। ਚੰਦ ਕੌਰ ਨਾਲ ਵੀ ਗੱਲ ਕਰ ਲਿਓ। ਤੁਰਿਆ ਜਾਂਦਾ, ਹੱਥ ਜਿਹੜਾ ਡਮਰੂ ਵਰਗਾ ਮਾਰ ਕੇ ਲੰਘ ਗਿਆ, ਕਹਿ ਗਿਆ। ਗੱਜਣ ਜਾਏ ਤਾਂ ਪੰਗਾ ਪੈ। ਬਦਰੇ ਵਾਲਿਆਂ ਦੇ 3 ਭਾਈ, ਤਿੰਨਾਂ ਚੋਂ ਇੱਕ ਭਾਈ ਛੜਾ ਸੀ, 3 ਵਿਆਹੇ ਗਏ। ਉਹਨੂੰ ਬੰਤ ਬੁੱਚਾ ਕਹਿੰਦੇ, ਬੁੱਚਾ
ਠੱਗੀਆਂ ਮਾਰਨੀਆਂ ਮਰਾਉਣੀਆਂ ਪੂਰਾ ਕਰ ਸੀ। ਸੱਤ ਤਖਤ ਪੋਸਟ ਤੇ ਸਾਫਾ ਲਾ ਕੇ ਬੜਾ ਲੱਗਦਾ ਵੱਡ ਰੂਪ। ਇੱਕ ਉਹਦਾ ਕੰਨ ਨਹੀਂ ਸੀ, ਕੰਨ ਬਾਹਰੋਂ ਨਹੀਂ ਸੀ, ਕੰਨ ਦੀ ਗਲੀ ਹੈਗੀ ਸੀ, ਉਤਲਾ ਹਿੱਸਾ ਨਹੀਂ ਪਿਛਲਾ ਹਿੱਸਾ, ਤਾਂ ਉਹਨੂੰ ਬੁੱਚਾ ਕਹਿੰਦੇ। ਦੂਜੇ ਪਾਸੇ 2 ਮੁੰਦਰਾਂ ਪਾਉਂਦੇ, ਉਹਨੂੰ ਕਹਿੰਦੇ ਬੰਤ ਆ ਦੂਜੇ ਬੰਨੇ 2 ਮੁੰਦਰਾਂ ਪੈਣਾ, ਇੱਕ ਇੱਧਰ ਵਾਲੀ ਐ, ਇੱਧਰ ਰੱਬ ਨੇ ਲਾਇਆ ਨਹੀਂ। ਮੈਂ ਕਿਹਾ ਇੱਧਰ ਚ 2 ਪਾ ਦਿੰਦਾ। ਨੱਤੀਆਂ ਮੰਤ ਨੇ ਛੋਟੇ ਹੁੰਦੇ ਬੱਕਰੀਆਂ ਚਾਰੀਆਂ ਜਵਾਨੀ ਪਹਿਰੇ ਭੇਡਾਂ ਰੱਖੀਆਂ, ਦਾਰੂ ਕੱਢੀ ਵੇਚਣੀ, ਦਾਰੂ ਕੱਢਣੀ, ਜਾਂ ਰਾਜਸਥਾਨ ਬਾਂਗਰ ਚ ਜਾ ਕੇ ਤੀਵੀਆਂ ਲੈ ਆਉਣੀਆਂ, ਉਹ ਵੇਚ ਦੇਣੀਆਂ ਲਿਆ ਕੇ ਜਿਨ੍ਹਾਂ ਦੇ ਵਿਆਹ ਨਾ ਹੁੰਦੇ। ਵੱਡੇ ਭਾਈ ਨੂੰ ਪ੍ਰਤਾਪੀ ਦੀ ਭੂਆ ਵਿਆਹੀ ਹੋਈ ਸੀ, ਗੱਜਣ ਵੀ ਜਾਂਦਾ ਵਿਆਹ ਸ਼ਾਦੀ ਤੇ। ਦੇਖ ਲਾ ਗਾਹਾਂ ਭੂਆ ਦੀ ਨੰਦ ਦੀ ਕੁੜੀ ਚੰਦਕੌਰ ਸੀ, ਲਹਿਰੇ ਵਾਲੀ। ਗੱਜਣ ਨੇ ਮਨ ਚ ਪਿੰਡ ਆ ਕੇ ਸੋਚਿਆ ਵੀ ਇਹ ਤਾਂ ਕਹਾਣੀ ਜਿਹੜੀ ਹੈ ਇਹ ਗੱਲ ਬਣਨੀ। ਗੱਜਣ ਬਦਰੇ ਆਉਂਦਾ ਜਾਂਦਾ ਸੀ, ਸੱਥਰੀ ਪੈਂਦੀ ਸੀ, ਤੇ ਗੱਲਾਂ ਬਾਤਾਂ ਕਰਦੇ ਤੇ ਦਿਮਾਗ ਚ ਆਇਆ ਬਈ ਬਦਰੇ ਚੱਲੀਏ, ਬੁੱਚੇ ਨਾਲ ਗੱਲ ਕਰੀਏ। ਬੁੱਚਾ ਫਿਰ ਆਪੇ ਭੈਣ ਨਾਲ ਗੱਲ ਕਰੂ, ਉਹਦੀ ਉਹ ਭਾਣਜੀ ਆ ਚੰਦਕੌਰ। ਡੱਕਾ ਤਾਂ ਦੂਰਾ ਉਹ ਕਰਦਾ ਨਹੀਂ ਸੀ, ਭਰਜਾਈ ਦੇ ਨਾਲ ਖਟਪਟੀ ਰਹਿੰਦੀ ਤੇ ਗਾਲੋ ਗਾਲੀ ਹੁੰਦੇ, ਜਿਹਦੀ ਰੋਟੀ ਕੋਈ ਦੇ ਦਿੰਦੀ 4 ਤਾਂ ਉਹਦੇ ਨਾਲ ਬਣ ਜਾਂਦੀ। ਤੇ ਸੱਜਣ ਬਦਰੇ ਵੀ ਜਾਂਦਾ ਜੁੰਦਾ ਕਦੇ, ਜਾਂ ਗੱਲ ਕਰਦਾ ਗੱਜਣ ਗੱਲਾਂ ਕਰਦੇ, ਰਾਤ ਨੂੰ ਘੁੱਟ ਪੀਂਦੇ। ਕਈ ਵਾਰ ਬੁੱਚਾ ਕਹਿੰਦਾ ਦਾਰੂ ਪੀਂਦੇ ਬਾਹਰਲੇ ਪੜੇ, ਉਹ ਮੈਂ ਉਹਦਾ ਜਮਾਈ ਪਾਈਆਂ ਤੇ ਨਾਲੇ ਗੱਲ ਨਹੀਂ, ਪਰ ਮੇਰੀ ਪਾਵਰ ਇੰਨੀ ਆ, ਮੈਂ ਤਾਂ ਬੰਦੇ ਵੇਚ ਕੇ ਖਾਦੇ ਵੇ ਐ। ਫਿਰ ਤਾਂ ਫੁੱਫੜਾ ਦੇ ਤੋਂ ਡਰੀਏ ਬਈ, ਗੱਜਣ ਵੀ ਕਹਿੰਦਾ ਕੋਈ ਨਾ ਫੁੱਫੜਾ ਤੈਨੂੰ ਵਰਤਾਂਗੇ, ਤੂੰ ਤਾਂ ਕੰਮ ਦਾ ਬੰਦਾ ਹੈ, ਤੂੰ ਡਾਹ ਕੇ ਤਾਂ ਦੇਖੀ, ਭੂਕ ਕੇ ਵਾਂਗੂ ਨਾ ਮੱਚ ਜਾ ਕੇ ਰਾਂ ਝਾੜਾ ਹੋ ਕੇ ਦਾ ਜਬਲਾ। ਓਏ ਕੀ ਕਰੀਏ ਗੱਜਣ ਸਿਆ, ਤੁਹਾਡੇ ਵਾਲੀ ਭੂਆ ਨੇ ਬੇੜਾ ਬਹਾਤਾ। ਪ੍ਰਤਾਪੀ ਦੀ ਭੂਆ ਤੇ ਉਂਗਲ ਕਰਦਾ। ਤੇ ਲਹਿਰੇ ਵਾਲਿਆਂ ਦਾ ਕੋਈ ਸੁਨੇਹਾ ਨਾ ਆਇਆ। ਗੱਜਣ ਬਦਰੇ ਨੂੰ ਚੜ ਗਿਆ ਇੱਕ ਬਾਬੇ ਵੀਰੂ ਦੀ ਸਮਾਧ ਤੇ। ਜਦੋਂ ਤੁਰਨ ਲੱਗਿਆ ਪ੍ਰਤਾਪੀ ਕਹਿੰਦੀ ਮੈਂ ਵੀ ਜਾਣਾ। ਤੈਂ ਕੀ ਕਰਨਾ ਹੈ, ਤੂੰ ਜਵਾਕਾਂ ਕੋਲ ਰਹਿ, ਘਰ ਖਾਲੀ ਪਿਆ, ਨਾਲੇ ਸੁੰਨਾ ਘਰ ਜਮਾਈ, ਜੇ ਚੰਨਣ ਹੁੰਦਾ ਫੇਰ ਤਾਂ ਕੋਈ ਨਹੀਂ। ਦੋਨੇ ਹੀ ਤੁਰ ਗਏ। ਜਦੇ ਫਿਰ ਤੁਰਨ ਵੇਲੇ ਫੇਰ ਕਲੇਡੂ ਚ ਸਿੱਟ ਲੈ, ਚੱਲ ਤੂੰ ਮਨ ਨਾ ਖਰਾਬ ਕਰ, ਤੂੰ ਜਾਇਆ, ਮੇਰਾ ਮਨ ਨਹੀਂ ਲੱਗਦਾ, ਮੈਂ ਮਿਲਿਆ ਵਾ ਫੁੱਫੜ ਉਹਨਾਂ ਨੂੰ। ਸਿੱਧਾ ਹੀ ਬਦਰੇ ਜਾਂ ਪਿੰਡ ਵੜਦੇ ਸਮਾਧ ਦੀਆਂ ਪੱਕੀਆਂ ਇੱਟਾਂ ਦੇ ਸੀਮਿੰਟ ਦਾ ਥੜਾ, ਉੱਥੇ ਦੂਸਰ ਚੱਲੇ ਠਾ ਤੇ ਠਾ। ਇਹ ਟਿੱਲੇ ਦੇ ਆਲੇ ਦੁਆਲੇ ਇਕੱਠ ਹੋਇਆ। ਗੱਜਣ ਸਮਾਧ ਦੀਆਂ ਅੱਧੀਆਂ ਪੌੜੀਆਂ ਚੜਿਆ ਬਦਰੇ ਤੇ। ਉਹਨੂੰ ਲੋਕਾਂ ਦਾ ਰੌਲਾ ਸੁਣ ਕੇ ਜਿਵੇਂ ਲੜ ਝੜ ਰਹੇ ਹੋਣਾ, ਹਰਕੀ ਬੋਲ ਸੀ, ਸਿੱਟਦਾ ਕਿਉਂ ਨਹੀਂ ਯਾਰ ਪੱਤਾ? ਉਹ ਪੱਤਾ ਕੀ ਸਿੱਟਣਾ ਹੈ, ਇਹਨੇ ਸਾਰਾ ਕੀਤਾ। ਸਾਰਾ ਕੀ ਕੀਤਾ ਇਹਨੇ ਕੀਤਾ, ਇਹਨਾਂ ਦਾ ਕੀ ਸਾਰਾ? ਉਹ ਕਹਿੰਦਾ ਇੱਕ ਉਂਗਲ ਖੜੇ ਖੜਾ ਜੇ ਕਰ ਦਈਏ ਤਾਂ ਬੇਗੀ ਹੈ, 2 ਉਂਗਲਾਂ ਨਾਲ ਬਾਦਸ਼ਾਹ। ਇਹਨੇ 2 ਉਂਗਲਾਂ ਕੀਤੀਆਂ ਨੇ ਖੜੀਆਂ। ਬੁੱਚਾ ਭੱਜ ਪਵੇ। ਸਤਿ ਸ੍ਰੀ ਅਕਾਲ ਫੁੱਫੜਾ, ਗੱਜਣ ਨੇ ਪਿੱਛੋਂ ਕਿਹਾ। ਇਕੱਠ ਚ ਬਹੁਤ ਵੱਡੀ ਗੱਲ ਹੋ ਗਈ। ਬੁੱਚੇ ਨੂੰ ਫੁੱਫੜ ਕਿਸ ਨੇ ਕਿਹਾ, ਓ ਬੱਲੇ ਭਤੀਜ ਜਵਾਈ ਆ ਗਿਆ। ਕਦ ਆਇਆ? ਬਸ ਸਿੱਧਾ ਹੀ ਸਮਝ ਤੁਰਿਆ ਹੀ ਆਉਣਾ, ਬਸ ਮਿੰਟ ਠਹਿਰ ਬਾਜੀ ਪੂਰੀ ਕਰਾਂ, ਫਿਰ ਚੱਲਦੇ ਆ ਘਰ ਨੂੰ। ਗੱਲਾਂ ਬਾਤਾਂ ਚੱਲਦੇ ਘਰੇ ਆ ਗਏ। ਗੱਲ ਚੱਲਦੇ ਚਾਹਾਂ ਪੀਣ ਪੂਣ ਦੀ ਗੱਲ ਭੂਆ ਨੇ ਕੀਤੀ। ਹੋਰ ਭੂਆ ਮੱਥਾ ਟੇਕਦਾ? ਓਏ ਇਹਨੂੰ ਨਾ ਬਾਲਾ ਮੱਥਾ ਟੇਕੀ, ਸਿਰ ਚ ਭਭੂਤੀ ਪਾ ਦੂ ਇਹ। ਬੁੱਚੇ ਨੇ ਹੌਲੀ ਦੇਖਿਆ, ਐਂ ਕਰ, ਇੱਕ ਵਾਲੇ ਪਾਸੇ ਨਹੀਂ ਭੂਆ ਦੂਜੇ ਬੰਨੇ ਸੀ, ਉਹ ਛੋਟੇ ਭਾਈ ਨਾਲ ਸੀ ਬੁੱਚਾ, ਉੱਥੇ ਰਹਿੰਦਾ। ਕੀਤੂ ਘਰ ਨਹੀਂ ਸੀ, ਕੀਤੂ ਦੀ ਬਹੂ ਨੇ ਚਾਹ ਧਰ ਲਈ, ਭੂਆ ਨੂੰ ਪਰਲੇ ਪਾਸੇ ਮੱਥਾ ਟੇਕ ਕੇ ਆ ਗਏ। ਪਹਿਲਾਂ ਆਇਆ ਦੱਸ ਆਇਆ ਕਿ ਮੈਂ ਬਾਹਰਲੀ ਬੈਠਕ ਬਸ ਉਹੀ ਚਿੱਤ ਕਰਿਆ। ਮੈਂ ਕਿਹਾ ਮਿਲਿਆ ਇਹ ਫੁੱਫੜ ਉਹਨਾਂ ਨੂੰ। ਇੰਨੀ ਗੱਲ ਨਹੀਂ, ਵਿੱਚੋਂ ਗੱਲ ਕੋਈ ਹੋਰ ਹੈ। ਨਾ ਕੋਈ ਹੋਰ ਗੱਲ ਨਹੀਂ, ਤੂੰ ਐਂ ਕਰਨ ਵਾਲੇ ਸੂਤ ਹੋ ਕੇ ਬੈਠੋ। ਕੁੜੂ ਜਾ ਕਿਉਂ ਬੈਠਾ ਹੁਣ? ਬੰਤ ਹੱਸਣ ਲੱਗ ਗਿਆ। ਤੂੰ ਬੈਠ, ਮੈਂ ਕਰਦਾ ਨਾਲੇ ਪਤਾ, ਮੈਂ ਪਰਲੇ ਗਵਾਰ ਜਾਇਆ ਜਦ ਤੱਕ ਚਾਹ ਫੜਾ ਦਿਓ ਭਾਈ ਆਪਣੇ ਮੁੰਡੇ ਨੂੰ ਅੰਦਰ। ਅੰਦਰਲੀ ਵੀ ਸੀ ਨਿਕਲ ਗਿਆ। ਬੈਠ ਕੇ ਉੱਠ ਕੇ ਗੱਜਣ ਨੇ ਦੇਖਿਆ ਊਠ ਵਾਂਗੂ ਪਲਾਂਘਾ ਭਰੇ, ਪਤਾ ਨਹੀਂ ਕਿੱਧਰੋਂ ਲੈ ਡੱਬ ਦੇ ਵਿੱਚ ਬੋਤਲ ਟੁੰਗੀ ਹੋਈ। ਆ ਕੇ ਫੁੱਫੜਾ ਕਿੱਧਰ ਨੂੰ ਚਲ ਗਏ? ਬਸ ਮੈਂ ਕਿਹਾ ਭਤੀਜ ਜਮਾਈ ਆਇਆ, ਮਾੜੀ ਜੀ ਕੌੜਾ ਕਛਾਲਾ ਵੀ ਕਰ। ਫੁੱਫੜਾ ਤੇਰੇ ਕੋਲ ਤਾਂ ਆਪ ਬਹੁਤ ਮਨ ਦਾ ਕਾਹਦਾ, ਥਾਣੇਦਾਰ ਬਹੁਤ ਮਾੜਾ ਆ ਗਿਆ। ਮੈਂ ਤਾਂ ਕੰਮ ਜਮਾ ਹੀ ਭਾਂਡੇ ਵੀ, ਮੈਂ ਤਾਂ ਇੱਕ ਦਿਨ ਸੂਏ ਚ ਸਿੱਟਿਆ ਆਇਆ, ਜਮਾ ਹੀ ਕੁਛ ਨਹੀਂ। ਸੌਣ ਦਾ ਮਹੀਨਾ ਸੀ, ਮੀਂਹ ਪੈ ਕੇ ਹਟਿਆ। ਤੁਰਿਆ ਜਾਂਦਾ, ਅੰਦਰ ਨੂੰ ਹਾਕ ਮਾਰ ਕੇ ਕੀਤੂ ਦੀ ਘਰ ਵਾਲੀ ਨੂੰ ਕਹਿੰਦਾ, ਭਾਈ ਗੱਲ ਸੁਣੋ। ਜਾ ਆਪਣੇ ਤਾਇਆ ਜੀ ਦੀ ਸੁਣ ਕੇ ਗੱਲ। ਆਂਡੇ ਤੜਕੇ 5-7 ਅਸੀਂ ਬਾਹਰਲੀ ਬੈਠਕ ਚ ਇੱਥੇ ਬੈਠੇ ਲਿਆ ਤੋਏ ਪਾਣੀ ਲਿਆ, ਨਾਲੇ ਤੁੱਕਿਆਂ ਦਾ ਚਾਰ ਲਿਆ ਦਿਓ। ਗਲਾਸ ਪਾਣੀ, ਭੱਜ ਨੱਠ, ਗੰਢੇ ਕੱਟ ਲਏ ਤੇ ਸੂਤ ਹੋ ਕੇ ਬਹਿ ਗਏ। ਜਦ ਉਹਨਾਂ ਨੇ
ਧਰਤੀ ਨੂੰ ਸਿੱਟ ਕੇ ਸਿੱਟੇ ਜੇ ਪੜਿਆ ਕੇ ਗਲਾਸ ਅੰਦਰ ਸਿੱਟੇ ਟੂਣੇ ਵਾਲਿਆਂ ਵਾਂਗੂ ਫੂਕ ਜੀ ਬਾਹਰ ਨੂੰ ਮਾਰੀ ਬਣਿਆ ਬਣਾਇਆ ਇੱਕ ਤੁੱਕਾ ਚੱਕ ਕੇ ਮੂੰਹ ਚ ਪਾ ਲਿਆ ਬੰਤ ਨੇ ਮੂੰਹ ਅੱਡ ਲਿਆ ਨਾਲ ਸੋਨੇ ਦੇ ਦੰਦ ਚਮਕੇ ਮੂੰਹ ਦੇ ਵਿੱਚ ਕੋੜ ਕੇਲੇ ਵਾਂਗੂ ਜਿਹੜਾ ਤੁੱਕਾ ਤੁਰਿਆ ਗੱਜਣ ਦੇ ਕੇ ਹੱਸਣ ਲੱਗਿਆ। ਗੱਜਣ ਨੇ ਦਿਮਾਗ ਦੇ ਵਿੱਚ ਕੁਛ ਘਾੜੀ ਵੀ ਗੱਲ ਕਰਾਂ ਫੁੱਫੜਾ ਕਹਿੰਦਾ ਹਲੇ ਕੱਚਾ ਗੱਲਾਂ ਕਰਦੇ ਗਲਾਸ ਜਿਹਾ ਵੀ ਹੋਰ ਫੁੱਫੜਾ ਸੁਣਾ ਫਿਰ ਲਹਿਰੇ ਨਹੀਂ ਗਏ ਬਸ ਲਹਿਰੇ ਕੀ ਜਾਣਾ ਮੱਲਾ ਉੱਥੇ ਕੁੜੀ ਦਾ ਦੁੱਖ ਹੈ ਬਹੁਤ ਆ ਕੀ ਕਰੀਏ ਤੈਨੂੰ ਦੇਖ ਲਾ ਜੇ ਚਾਨਣ ਦਾ ਹੁੰਦਾ ਤਾਂ ਚੰਦ ਕੌਰ ਦਾ ਹੁਣ ਨਿਬੜਿਆ ਹੋਣਾ ਕੁੜੀ 5 ਮੇਰੀਆਂ ਭਾਣਜੀਆਂ ਨੇ ਪ੍ਰਾਹੁਣਾ ਮੁੱਕੇ ਨੂੰ ਚਿਰ ਹੋ ਗਿਆ ਬਹੁਤ ਔਖੇ ਆ ਕੀ ਕਰੀਏ ਯਾਰ ਕੰਜਰ ਦਾ ਕੋਈ ਤਾਜ ਨਹੀਂ ਧਰਦਾ ਬਥੇਰਾ ਮੈਂ ਦੇਖਿਆ ਕੋਈ ਕਮਾਰਾ ਮੁੰਡਾ ਮਿਲਦਾ ਨਹੀਂ ਦਹਾਜੂ ਮਿਲਦਾ ਚੰਦ ਕੌਰ ਕੀ ਆਂਦੀ ਹੈ ਗੱਜਣ ਸਿੱਧਾ ਹੋ ਗਿਆ ਉਹਦੇ ਵਿਚਾਰੀ ਨੇ ਕੀ ਕਹਿਣਾ ਜਿੱਥੇ ਬਿਠਾ ਦਾਂਗੇ ਬੈਠ ਜੂ ਅੱਛਾ ਲੈ ਫਿਰ ਫੁੱਫੜਾ ਮੈਂ ਇਹੀ ਗੱਲ ਆਇਆ ਪੱਟ ਤੇ ਥਾਪੀ ਮਾਰਨ ਨੂੰ ਧੱਫਾ ਗੱਜਣ ਨੇ ਬੰਤ ਦੇ ਪੱਟ ਤੇ ਮਾਰਿਆ ਚਾਦਰੇ ਤੇ ਕਿਵੇਂ ਮੇਰੀ ਅਕਲ 'ਚ ਨਹੀਂ ਬੈਠੀ ਤੇਰੀ ਗੱਲ ਬਸ ਇਹੀ ਬਈ ਤੂੰ ਆਪਣੀ ਭੈਣ ਨੂੰ ਮਨਾ ਤੂੰ ਸਾਰਾ ਕੁਛ ਕਰ ਸਕਦਾ ਭੂਆ ਨਾਲ ਗੱਲ ਕਰ ਬੰਤ ਸਿੱਧਾ ਹੋ ਕੇ ਬੈਠ ਗਿਆ ਜਿਵੇਂ ਜੱਜ ਦੇ ਮੂਹਰੇ ਵਕੀਲ ਕੋਰਟ ਨੂੰ ਝਟਕ ਕੇ ਖੜਦਾ ਗੱਜਣਾ ਕਹਾਣੀਆਂ ਬਹੁਤ ਪਾਉਣਾ ਯਾਰ ਸਿੱਧੀ ਗੱਲ ਕਰ ਬਸ ਸਿੱਧੀ ਗੱਲ ਇਹੀ ਆ ਬਈ ਆਹ ਸੱਚਾ ਪਾਤਸ਼ਾਹ ਦੇਖਦਾ ਸੱਤ ਪਤਾ ਨਹੀਂ ਕਿੱਧਰ ਨੂੰ ਗੱਜਣ ਨੇ ਕਰਤਾ ਚੰਦ ਕੌਰ ਨੂੰ ਪ੍ਰਤਾਪੀ ਤੋਂ ਉੱਤੇ ਦੀ ਰੱਖੂ ਤੂੰ ਇਹ ਸਿਰੇ ਲਾ ਦੇ ਤੂੰ ਲਾਸੜਾ ਬਸ ਤੇਰੇ ਗੱਲ ਕਰਦੀ ਹੈ ਜਿਵੇਂ ਬਹੁਤ ਛੇਤੀ ਪਛਾਲੀ ਆਈ ਹੁੰਦੀ ਹੈ ਨਾ ਬੰਦਾ ਜਾਣ ਕੇ ਜ਼ੋਰ ਲਾਉਂਦਾ ਗੱਜਣ ਨੇ ਬਹੁਤ ਛੇਤੀ ਗੱਲ ਕਰ ਜਦ ਇੰਨੀ ਗੱਲ ਕੀਤੀ ਬੰਤ ਨੇ ਸਿਰ ਤੋਂ ਸਾਫਾ ਲਾ ਕੇ ਦੋਨੇ ਇੱਕ ਜਿਹੜਾ ਬਾਹਰਲੀ ਕੰਨ ਦੀ ਪੀਪੜੀ ਹੈ ਨਹੀਂ ਸੀ ਉਹ ਵੀ ਖੁਰਚਾ ਦੂਜਾ ਵੀ ਖੁਰਚਾ ਜਦ ਖੱਬਾ ਜਿੱਥੇ ਬਾਹਰਲਾ ਕੰਨ ਦਾ ਆਕਾਰ ਦੀ ਉਹਦੇ ਤੇ ਖਾਜ ਕਰੇ ਗੱਜਣ ਕਹਿੰਦਾ ਸਿਆਪਾ ਪੈ ਗਿਆ ਇਹ ਤਾਂ ਘਰੋਂ ਕੱਢੂ ਅੱਤੀ ਦਾ ਕੜੱਖਾ ਵੀ ਝਾਕਿਆ ਗੱਜਣ ਮੇਰੀ ਤਾਂ ਲਾਤੀ ਯਾਰ ਤੂੰ ਸਾਰੀ ਇਹ ਤੂੰ ਸੋਚਿਆ ਕਿਵੇਂ ਇਹ ਗੱਲ ਤੇਰੀ ਬਣਦੀ ਕੀ ਹੈ ਇਹ ਗੱਲ ਕਹਿਣ ਦੀ ਸਾਡੀ ਕੁੜੀ ਪਹਿਲਾਂ ਉਹ ਘਰ ਆ ਕਿਵੇਂ ਦੂਜੀ ਕੁੜੀ ਨੂੰ ਉੱਥੇ ਦੇ ਦਈਏ ਤੂੰ ਮਹਾਰਾਜਾ ਪਟਿਆਲਾ ਮੰਤਰੀ ਬੁੱਚਾ ਟਾਈਮ ਹੋ ਗਿਆ ਨਾ ਫੁੱਫੜਾ ਜੇ ਤੇਰੇ ਪਸੰਦ ਨਹੀਂ ਇਹ ਗੱਲ ਛੱਡ ਦਿੰਦੇ ਆਪਾਂ ਗੱਲ ਦਾ ਗੱਜਣ ਨੂੰ ਜਿਵੇਂ ਪੈ ਹੋ ਬੰਤ ਉੱਠ ਕੇ ਲਾਲ ਦੀ ਕੌਲੀ ਲੈ ਕੇ ਗਿਆ ਲਾਲ ਦੀ ਕੌਲੀ ਚ ਘਿਓ ਖਾਸਾ ਪਾ ਲਾਲ ਟੰਗਲੀ ਲੈ ਤੂੰ ਪਾ ਪੇਕ ਹੁਣ ਨਾ ਤੂੰ ਹੀ ਪਾ ਫੁੱਫੜਾ ਮੈਂ ਕਿਤੇ ਪਹਿਲਾਂ ਪਾਇਆ ਨਾ ਤੂੰ ਪੇਕ ਪਾ ਯਾਰ ਐ ਨਾ ਗਾ ਗੱਜਣ ਨੇ ਬੋਤਲ ਚੱਕ ਬੰਤ ਨੇ ਦੇਖਿਆ ਉਹਦਾ ਹੱਥ ਕੰਬਦਾ ਗਲਾਸ ਵੀ ਹੱਥੇ ਬੰਤ ਤਾੜੇ ਵਾਂਗੂ ਜਿਵੇਂ ਥਾਣੇਦਾਰ ਨੇ ਬਲੈਕੀ ਫੜਿਆ ਹੁੰਦਾ ਐ ਹੋ ਫੁੱਫੜਾ ਜਦ ਗੱਲ ਗੱਜਣ ਨੇ ਕਹਿਣ ਲੱਗਿਆ ਮੂਹਰਿਓਂ ਫੁੱਫੜ ਬੰਤ ਕਹਿੰਦਾ ਤੂੰ ਕਸ਼ੂਤੇ ਰਾਹ ਪੈ ਗਿਆ ਇਹ ਕਿਵੇਂ ਹੋ ਜੂ ਬਈ ਤੇਰੇ ਕਰਕੇ ਇਸੇ ਕਰਕੇ ਤਾਂ ਤੇਰੇ ਨਾਲ ਗੱਲ ਕੀਤੀ ਐ ਵੀ ਤੂੰ ਵਿਚਾਰ ਗੱਲ ਜੇ ਤੇਰੀ ਗੱਲ ਤੇਰੇ ਮਨ ਲੱਗੇ ਤਾਂ ਗਾਹਾਂ ਤੋਰਾਂਗੇ ਨਹੀਂ ਗੱਲ ਆਪਾਂ ਨਹੀਂ ਤੋਰਦੇ ਬੱਚੇ ਉਹਦਾ ਕੋਈ ਡਰ ਨਹੀਂ ਪਰ ਤੂੰ ਸੋਚ ਵਿਚਾਰ ਲਾਵੇ ਪ੍ਰਤਾਪੀ ਨਾਲ ਨਿਭ ਜੂ ਤੇਰਾ ਡੰਡਾ ਟੁੱਕ ਨਾ ਕਰ ਦੇਵੇ ਘਰੇ ਗਈ ਦਾ ਉਹ ਨਾ ਉਹਨੂੰ ਨਹੀਂ ਹੈ ਉਹਦਾ ਮੈਨੂੰ ਇਹ ਵੀ ਪਤਾ ਪਿਛਲੀ ਗੱਲ ਦਾ ਜ਼ਮੀਨ ਦਾ ਤੁਹਾਡੀ ਦਾ ਰੌਲਾ ਨਹੀਂ ਤਾਂ ਕਿਉਂਕਿ ਚੰਦ ਕੌਰ ਦੇ ਨਾਂ ਜ਼ਮੀਨ ਹੋਈ ਆ ਸਾਡੀ ਚੰਦ ਕੌਰ ਦਾ ਹੱਕ ਬਣਦਾ ਚਾਨਣ ਦਾ ਉਹ ਹੱਕ ਦੇਖ ਲਾ ਭੈਣ ਵਾਲੀ ਵੀ ਥੋੜੀ ਹੋਈ ਆ ਉਹ ਤਾਂ 2 ਢੇੜੀਆਂ ਹੀ ਰਹਿ ਜਾਣੀਆਂ ਨੇ ਤੇਰੀਆਂ ਤੇ ਉਹ ਜੈਮਲ ਵੀ ਮੁੱਕ ਗਿਆ ਚਾਨਣ ਵੀ ਮੁੱਕ ਗਿਆ ਕੁੜੀ ਨੇ ਤਾਂ ਭਾਨੂ ਨੇ ਤੁਹਾਨੂੰ ਹੀ ਦੇ ਦੇਣੀ ਆ ਪੂਰੀ ਜਿਵੇਂ ਨਾ ਐ ਜਮਾਬੰਦੀ ਕਢਾਈ ਖੜਾ ਬੱਚਾ ਨਾਲੇ ਇੱਜ਼ਤ ਘਰ ਦੀ ਘਰ ਚ ਰਹਿ ਜੂ ਗੱਲ ਤਾਂ ਕੋਈ ਬਾਹਲੀ ਵੱਡੀ ਨਹੀਂ ਗੱਜਣ ਨੇ ਬੋਤਲ ਫੇਰ ਜਿਵੇਂ ਮੁਰਗਾ ਫੜੀ ਦਾ ਫੇਰ ਪਾ ਲਈ ਥੱਲੇ ਬੋਤਲ ਥੱਲੇ ਲੱਗ ਗਈ ਉਹਨੇ ਕਿਹਾ ਕੱਚ ਰਹਿ ਗਈ ਕੱਢ ਕੇ 20 ਦੇ 2 ਨੋਟ ਫੜਾ ਦੇ ਐਂ ਕਰ ਫੁੱਫੜਾ ਸੀਸੀ ਹੋਰ ਮੰਗਾ ਇੱਕ ਐਂ ਤਾਂ ਗੱਲ ਨਹੀਂ ਬਣਨੀ ਉਹ ਕਾਹਨੂੰ ਮਤਲਬ ਬਰਾਨ ਕਰਦੀ ਹੁੰਦੀ ਆ ਵੱਧਦਾ ਇਹਦਾ ਕੀ ਕਰਨਾ ਨਾ ਫੁੱਫੜਾ ਗੱਲ ਕੱਚੀ ਆ ਹਲੇ ਕਿੱਥੇ ਨਾਲੇ ਹਲੇ ਤਾਂ ਦਿਨ ਖੜਾ ਹਲੇ ਐਂ ਕਦ ਰਾਤ ਆਈ ਕਦ ਸੌਵਾਂਗੇ ਆਪਾਂ ਤੂੰ ਐਂ ਕਰ ਮੰਗਾ ਸੀਸੀਆਂ ਚਾਹੇ 2 ਮੰਗਾ ਲਾ ਹੋਰ ਐਸੀ ਵੀ ਇਹਦੇ ਲੋਟ ਨਹੀਂ ਆਉਣਾ ਚੱਲ ਪੈਸਿਆਂ ਨੂੰ ਕੀ ਆ ਮੈਂ ਲੈ ਆਉਣਾ ਪਹਿਲਾਂ ਵੀ ਲਿਆਂਦੀ ਹੋਵੇ ਨਾ ਉਹ ਵੀ ਫੜ ਤੂੰ ਫੁੱਫੜਾ ਆਪਣਾ ਮੈਨੂੰ ਪਤਾ ਤੇਰਾ ਵੀ ਡਾਂਗ ਤੇ ਡੇਰਾ ਹੀ ਆ ਤੂੰ ਕਿਹੜਾ ਕੰਮਕਾਰ ਕਰਦਾ ਇਕੱਲਾ ਹੀ ਐ ਫੜਾ ਕੇ 20 ਦੇ ਨੋਟ ਜਵਾਕ ਨੂੰ ਹਾਕ ਮਾਰ ਕੇ ਬੁੱਚੇ ਨੇ ਬੇੜੇ ਨੂੰ ਭੇਜਤਾ ਬੇੜੇ ਤੋਂ ਦਾਰੂ ਆ ਗਈ ਅੱਧੀ ਰਾਤ ਤੱਕ ਤੋਤਲੀਆਂ ਗੱਲਾਂ ਕਰਦੇ ਕਰਦੇ ਗੱਜਣ ਨੇ ਅੰਦਰਲੀ ਬਾਸਕਟ ਚੋਂ 100 ਦੇ ਨੋਟ ਕੱਢ ਲਏ 5 ਲੈ ਫੁੱਫੜਾ ਆ ਮੇਰੇ ਵੱਲੋਂ ਤੇਰਾ ਮਾਣ ਆ ਤਾਂ ਹੁਣ ਜਾਣਾ ਆਉਣਾ 4 ਪੈਸੇ ਜੇਬ 'ਚ ਚਾਹੀਦੇ ਕੀ ਆ ਲਹਿਰੇ ਕਿੰਨੇ ਤੇਰੇ ਗੇੜੇ ਲੱਗਣ
ਉਹ ਨਾ ਤੂੰ ਐ ਬਰਾਨ ਨਾ ਕਰ, ਮੈਂ ਇਹ ਨਹੀਂ ਨਾ, ਮੈਂ ਨਹੀਂ ਬੋਲਣਾ, ਬਸ 5 ਕਰ ਤੂੰ 50 ਕਰ ਫੁੱਫੜਾ, ਜਿਵੇਂ ਤੂੰ ਮਰਜ਼ੀ ਕਰੀ, ਹੁਣ ਤੂੰ ਜਿਵੇਂ ਜਾਣੀ ਜਿਵੇਂ ਤੂੰ ਮਰਜ਼ੀ ਕਰ ਲਈ, ਬਸ ਤੈਨੂੰ ਮੈਂ ਕਹਿਤੀ ਗੱਲ, ਬਸ 5 ਕਰੀ 50 ਕਰੀ। ਉਹ ਤੂੰ ਮੱਲਾ ਪੈਸੇ ਰਹਿਣ ਦੇ, ਨਾ ਤਾਂ ਰੋਟੀ ਲਿਆ ਲਓ ਭਾਈ। ਜਦ ਨੂੰ ਰੋਟੀ ਆ ਗਈ, ਬੁੱਚਾ ਪੂਰਾ ਖੜ ਗਿਆ, ਬੁੱਚਾ ਬਾਣ ਦੇ ਮੰਜੇ ਨਾਲ ਰੋਟੀ ਘਸਾ ਮੂੰਹ ਚ ਪਾਈ ਗਿਆ। ਦੂਜੇ ਦਿਨ ਮੀਂਹ ਪਵੇ, ਬੱਦਲਬਾਈ ਹੋ ਗਈ ਤੇ ਗੱਜਣ ਘਰ ਨੂੰ ਮੁੜਿਆ। ਤੀਜੇ ਦਿਨ ਬੁੱਚਾ ਸਿੱਧਾ ਲਹਿਰੇ ਬੱਚਿਆ ਜਾ, ਰਾਹ ਚੋਂ ਸਿੱਧਾ ਮਾਮਾ ਆ ਗਿਆ, ਮਾਮਾ, ਸਾਰੇ ਪਿੰਡ ਵਾਲੇ ਮਾਮਾ ਹੀ ਕਹਿੰਦੇ। ਤੇ ਗੱਲ ਸਿੱਧੀ ਰਾਤ ਦੀ ਗੱਲ ਚੱਲ ਪਈ ਤੇ ਸਿੱਧਾ ਜਾ ਲਹਿਰੇ ਗਿਆ, ਮੱਥਾ ਟੇਕਦਾ ਹੋਰ ਮਾਮਾ ਕਿਵੇਂ ਆ, ਹੋਰ ਤੂੰ ਮਾਮਾ ਰਾਜੀ ਆ। ਉਹਨੇ ਚੁੰਨੀ ਨਾਲ ਆਪਣਾ ਮੂੰਹ ਪੂੰਝਿਆ ਤੇ ਖੜੀ ਹੋ ਕੇ ਵਿਹੜੇ ਵੱਲ ਤੁਰ ਪਈ। ਚੰਦ ਕੌਰ ਮੂਹਰੇ ਬੈਠੀ ਸੀ, ਨੰਦ ਕੌਰ ਕੋਲ। ਲੱਖੋ ਬਲਵੀਰੋ ਗੁਆਂਢੀਆਂ ਜਾ ਕੇ, ਕੁੜੇ ਲੱਖੋ ਚਾਹ ਧਰੋ, ਤੇਰਾ ਮਾਮਾ ਜੀ ਆਇਆ। ਨੰਦ ਕੌਰ ਬਹੁਤ ਬੁੱਚੇ ਦਾ ਕਰਦੀ, ਕਿਉਂਕਿ ਬੁੱਚਾ ਪਿੰਡ ਚ ਗੇੜਾ ਦਿੰਦਾ ਲਾਂਗੜ ਛੱਡ ਕੇ। ਪਿੰਡ ਵਾਲਿਆਂ ਨੂੰ ਕਹਿੰਦਾ, ਖਬਰਦਾਰ ਜੇ ਸਾਡੀ ਕੁੜੀ ਵੱਲ ਝਾਕਿਆ ਕੋਈ, ਇੱਥੇ ਅਸੀਂ ਡੱਕਰੇ ਕਰ ਦੇਂਗੇ, ਕੋਈ ਖਬਰਦਾਰ ਸਾਡੀਆਂ ਭਾਣਜੀਆਂ ਵੱਲ ਵੀ ਝਾਕਿਆ। ਵਿਹੜੇ ਚ ਬੈਠ ਕੇ ਦਰਵਾਜ਼ੇ ਬਹਿ ਕੇ ਬੁੱਚਾ ਗੱਲ ਕਰਦਾ, ਸੂਤ ਹੋ ਕੇ ਚਾਹ ਬਹਿ ਕੇ, ਚਾਹ ਬਹੁਤ ਗਰਮ ਸੀ, ਪਰਨੇ ਦੇ ਲੜ ਨਾਲ ਚਾਹ ਫੜ ਕੇ ਬੁੱਚਾ ਸਿੱਧਾ ਨੰਦ ਕੌਰ ਦੀਆਂ ਅੱਖਾਂ ਚ ਕਹਿੰਦਾ, ਭੈਣ ਚੰਦ ਕੌਰ ਦਾ ਕੀ ਸੋਚਿਆ, ਕੀ ਦੱਸਾਂ ਬੁੱਚਿਆ, ਕਿਤੇ ਹੱਥ ਨਹੀਂ ਪੈਂਦਾ, ਇੱਧਰੋਂ ਦੂਜੀਆਂ ਕੁੜੀਆਂ ਜਵਾਨ ਹੋਏ ਪਈਆਂ, ਹੋਰ ਮੰਗਣ ਦੇ ਹੋਣ ਵਾਲੀ ਤਾਂ ਲੱਖੋ ਹੋਈ ਪਈ ਆ, ਬਾਅਦ ਚ ਬਲਵੀਰੋ ਦੀ ਨੰਬਰ ਹੈ ਤਾਂ ਪੰਗਾ ਪੈ ਗਿਆ, ਤੂੰ ਕਰ ਬੁੱਚਿਆ, ਹੀਲਾ ਪਿੰਡ ਚ ਤੁਰਿਆ ਫਿਰਦਾ ਹੈ। ਮੈਂ ਗੱਲ ਕਹਾਂ ਬਾਣੇ, ਹਾਂ ਇਹਨੂੰ ਚੁੱਪ ਕਰਕੇ ਜੋਗੀਪੁਰ ਤੋਰ ਤੇ, ਵਾਧਾ ਨਾ ਪੁੱਛਣਾ, ਹਿੰਗ ਨਾ ਲੱਗੇ, ਫੜ ਗਈ ਆਪਣੀ ਕਿਸਮਤ ਭੋਗੂ, ਸਾਊ ਟੱਬਰ ਆ, ਗੱਜਣ ਤੇ ਪ੍ਰਤਾਪੀ ਆਪੇ ਸਾਂਭਣਗੇ। ਉਹ ਵੀ ਇਹਨੇ ਉੱਥੇ ਜਾਣਾ ਸੀ, ਗੱਜਣ ਤਾਂ ਖੈਰ ਸਾਂਭ ਲੂ, ਦੋ ਕਿਹੜਾ ਹੁੰਦੀਆਂ ਨਹੀਂ, ਪਰ ਪ੍ਰਤਾਪੀ ਦੇ ਜਵਾਕ ਨਾ ਹੁੰਦੇ ਗੱਲ ਖਾਨੇ ਬਣਦੀ। ਲਾਲ ਖਾਤਰ ਕੀਤਾ, ਨੰਦ ਕੌਰ ਨੇ ਗਾਹਾਂ ਗੇਰ ਪਾ ਲਿਆ। ਜਵਾਕ ਤਾਂ ਨਿਆਣੇ ਨੇ, ਬੜਾ ਮੁੰਡਾ ਹਾਲੇ 11 ਸਾਲ ਦਾ। ਰਹੀ ਗੱਲ ਪ੍ਰਤਾਪੀ ਦੀ, ਉਹਦਾ ਤੂੰ ਸੋਚ, ਘਰ ਦੀ ਉਹ ਕੁੜੀ ਹੈ, ਇੱਧਰੋਂ ਸਾਡੇ ਵਾਲੇ ਪਾਸਿਓਂ ਭੂਆ ਇਹਨਾਂ ਦੀ ਭੇਜਾਂਗੇ ਪ੍ਰਤਾਪੀ ਕੋਲ, ਗਾਹਾਂ ਤੈਨੂੰ ਵੀ ਭੂਆ ਹੀ ਕਹਿੰਦੀ ਆ, ਉਹ ਫਰਕ ਕੀ ਹੈ। ਤੁਹਾਡੇ ਕੋਲ ਇੱਥੇ ਗੱਲ ਆਈ ਜੋਗੀ ਪਰੋਂ ਕੋਈ, ਨੰਦ ਕੌਰ ਨੇ ਕਹਿਣਾ, ਆਇਆ ਤਾਂ ਕੋਈ ਨਹੀਂ, ਪਰ ਗੱਲਾਂ ਪਹੁੰਚੀਆਂ ਨੇ ਉੱਥੇ, ਗੱਲ ਤਾਂ ਇੱਥੇ ਵੀ ਪਹੁੰਚ ਗਈ। ਨੰਦ ਕੌਰ ਕਹਿੰਦੀ, ਇੱਥੇ ਕੌਣ ਆਇਆ, ਦੀ ਗੱਜਣ ਆਪ ਆ ਕੇ ਗਿਆ। ਅੱਛਾ, ਗੱਲ ਫਿਰ ਸਾਡੇ ਵੀ ਉਹੀ ਤੋਰ ਕੇ ਬਦਰੇ ਆਇਆ ਦੀ ਗੱਜਣ, ਮੇਰੇ ਨਾਲ ਕਹਾਣੀ ਫਿੱਟ ਕਰਕੇ ਗਿਆ। ਬੰਤ ਨੇ ਗੱਲ ਕਰ, ਮਾਂ ਨੇ ਚੰਦ ਕੌਰ ਦੂਜੇ ਦਿਨ ਮੰਜੇ ਤੇ ਬਿਠਾ ਲਈ, ਸਾਰਾ ਦਿਨ ਗੱਲਾਂ ਚੱਲ ਪਈਆਂ। ਅਖੀਰ ਚੰਦ ਕੌਰ ਜੋਗੀਪੁਰ ਭੇਜ, ਗਵਾਰ ਦੀ ਸੱਤ ਚ ਡਵੱਡੇ ਖੂਹ ਤੇ ਚੌਂਕੜੀ ਤੇ ਆਥਣ ਵੇਲੇ ਗੱਲ ਘੁਸਰ ਮੁਸਰ ਹੋਣ ਲੱਗੀ। ਜੈਵਲਕਾ ਕਹਿੰਦੇ, ਕੱਲ ਚਾਨਣ ਦੀ ਬਹੂ ਲੈ ਆਇਆ। ਇੱਕ ਨੇ ਬਹੁਤ ਜ਼ੋਰ ਨਾਲ ਕਿਹਾ, ਗਲ ਦੀਆਂ ਸਾਰੀਆਂ ਨਾੜੀਆਂ ਬਾਹਰ ਨੂੰ ਨਿਕਲਿਆ ਇਹ ਰਗਾ। ਕਹਿੰਦੇ ਕੀ ਪੱਕੀ ਗੱਲ ਆ, ਨਾਲੇ ਉਹ ਥੋੜਾ ਪੱਕਾ ਕੰਮ ਕਰਕੇ ਲੈਣੇ, ਪੱਕਾ ਕਿਵੇਂ, ਹੁਣ ਦੋਵਾਂ ਨੂੰ ਰੱਖੂ, ਉਹ ਵੀ ਤੇ ਇਹ ਵੀ। ਕਿਉਂ ਪ੍ਰਤਾਪੀ ਰਜਾਮੰਦ ਹੋ ਗਈ, ਰਜਾਮੰਦੀ ਹੋਵੇ ਨਾ ਹੋਵੇ, ਬਿਠਾ ਕੇ ਕੇਰਾ ਚੁੱਲ੍ਹੇ ਤੇ ਅਗਲੇ ਨੇ, ਆਉਣ ਵਾਲੀ ਨੇ ਵੀ ਲੋੜਾ ਮਾਰਿਆ, ਮੰਨ ਕਿਵੇਂ, ਓਏ ਇਹਦਾ ਨਹੀਂ ਹੁੰਦਾ ਰੌਲਾ, ਉਹ ਵਿੱਚ ਤੁਸੀਂ ਰੌਲਾ ਹੋਰ ਸਮਝਦੇ ਹੋ। ਮੇਰੀ ਗੱਲ ਸੁਣ, ਇੱਕ ਨੇ ਪੰਜਾ ਐਨ ਚੌੜਾ ਕਰਕੇ ਗੱਲ ਕੀਤੀ, ਸਾਰੇ ਉਹਦੇ ਵੱਲ ਨੂੰ ਝਾਕਣ ਲੱਗ ਗਏ ਜਿਵੇਂ ਅੰਬ ਡਿੱਗਣੇ ਹੁੰਦੇ ਨੇ। ਓਏ ਜ਼ਮੀਨ ਦਾ ਰੌਲਾ, ਢੇਰੀਆਂ ਦਾ, 16 ਘਮਵਾ ਜੈਮਲ ਦਾ ਬਾਣ, ਮਰੇ ਤੋਂ 3 ਦੇ ਨਾਂ ਚੜ ਗਈ ਸੀ। ਗੱਜਣ ਦੇ ਕੁੜੀ ਭਾਨੂੰ ਤੀਜਾ ਚਾਨਣ ਤੇ, ਸਮਝ ਗਈ। ਹੁਣ ਦੇਖ, ਹੁਣ ਕਿਹਦੀ ਰਹਿ ਗਈ, ਕੁੜੀ ਦਾ ਦੇ ਦੇਣੀ ਆ, ਹੁਣ ਕੱਲੀ ਗੱਜਣ ਕੋਲ 16 ਘਮਾ ਰਹਿ ਗਈ। ਹਾਂ, ਆਹ ਗੱਲ ਚੱਲੀ ਵਿਚਲੀ, ਗੱਲਾਂ ਗੁੱਝੀਆਂ ਕਿੱਥੇ ਰਹਿੰਦੀਆਂ। 5ਵੇਂ ਦਿਨ ਮਹਿਲਾ ਵਾਲਿਆਂ ਨੂੰ ਪਤਾ ਲੱਗਿਆ, ਪ੍ਰਤਾਪੀ ਦੇ ਪੇਕਿਆਂ ਨੂੰ ਜਾ ਕੇ ਜਦ ਪਤਾ ਲੱਗਿਆ, ਗੱਜਣ ਤੇ ਮਾੜੂ ਖੇਰ ਸੀ, ਸੀਰੀ ਮੈਂਗਲ ਤੇ ਦਿਆਲੋ ਆ ਗਏ, ਦੋਨੇ ਪ੍ਰਤਾਪੀ ਦੇ ਮਾਂ ਤੇ ਪਿਓ। ਤੇ ਆਉਂਦੀ ਚੰਦ ਕੌਰ ਤਾਂ ਜਿਹੜੀ ਰੋਂਦੀ ਸੀ, ਜਦ ਆ ਕੇ ਦਿਆਲੋ ਨੇ ਘਰ ਦੇ ਮੂਹਰੇ ਲੇਰ ਮਾਰੀ, ਹਾਏ ਨੀ ਮੈਂ ਤਾਂ ਜਵਾਈ ਦੀ ਮਕਾਨ ਆਈਆਂ, ਹਾਏ ਨੀ ਮੈਂ ਰੰਡੀ ਹੋ ਗਈ ਸੀ। ਬੇਬੇ ਵੀ ਕਹੀ ਜਾਵੇ, ਕਿੱਥੇ ਆ ਪਾਪੀ, ਮੈਂਗਲ ਨੇ ਖੜੇ ਨੇ ਕਿਹਾ, ਪ੍ਰਤਾਪੀ ਨੇ ਕੋਈ ਜਵਾਬ ਨਾ ਦਿੱਤਾ। ਜਵਾਕ ਖੇਤਾਂ ਨੂੰ ਭੱਜ ਗਏ। ਉਹ ਤੁਸੀਂ ਭੱਜੇ ਆਉਣੇ ਹੋ, ਗੱਜਣ ਕਹਿੰਦਾ, ਬਾਪੂ ਨਾਨਾ ਨਾਨੀ ਆਏ ਨੇ। ਗੱਜਣ ਗੁੱਡ ਦਾ ਸੀ, ਨਿੱਕਰ ਪਾਏ ਦੀ, ਝੱਗਾ ਲੰਬਾ ਦੀ, ਖੜਾ ਹੋ ਕੇ ਮਾੜੂ ਨੂੰ ਕਹਿੰਦਾ, ਐ ਕਰੀ ਹੁਣ ਤੂੰ ਛਾਂਭੀ, ਮੈਂ ਚੱਲਿਆ 2-4 ਦਿਨ।
ਤਾਇਆ ਤੂੰ ਕਿੱਥੇ ਨੂੰ? ਬਸ ਤੂੰ ਸਾਂਭੀ, ਹੁਣ ਤੂੰ ਇੱਥੇ ਅੰਦਰ ਚੰਦ ਕੌਰ ਬੈਠੀ, ਦਿਆਲੋ ਭੱਜ ਕੇ ਉਹ ਚ ਟੱਕਰ ਮਾਰਨਾ ਹੀ ਕੀ ਪਾਪੜੇ ਤੈਂ ਕੀ ਖੱਟ ਲਿਆ ਮੇਰਾ ਧੀ ਉੱਤੋਂ ਦੀ ਆ ਕੇ? ਨਹੀਂ ਤੂੰ ਖਾ ਲਿਆ ਮੇਰਾ ਜਵਾਈ, ਮੇਰੀ ਧੀ ਰੰਡੀ ਕਰਦੀ। ਬਹੁਤ ਇੱਕੋ ਗੁਆਂਢੀ ਇਕੱਠੇ ਹੋ ਗਏ, ਬੰਦੇ ਕਹਿਣ ਲੱਗ ਗਏ ਭਾਈ ਇਹਦਾ ਕੀ ਕਸੂਰ ਹੈ? ਦਿਆਲੋ ਇਹਦਾ ਕੀ ਕਸੂਰ ਆ? ਗੱਜਣ ਦੀ ਗੱਲ ਕਰੋ ਤੁਸੀਂ, ਇਹਦਾ ਕੀ ਆ ਵਿਚਾਰੀ ਦਾ? ਇਹਦਾ ਜਿਵੇਂ ਲਿਆਂਦੀ ਓਕਣ ਬਿਠਾਤੀ। ਗਾਹਾਂ ਚੰਦ ਕੌਰ ਨੇ ਮੂਹਰੇ ਹੋ ਕੇ ਬੇਬੇ ਦੇ ਪੈਰੀ ਚੁੰਨੀ ਚਾਹਦੀ, ਮਾਂ ਮੇਰਾ ਕੀ ਦੋਸ਼ ਆ? ਮੇਰਾ ਦੁੱਖ ਸੁਣਨ ਵਾਲਾ ਕੋਈ? ਮੈਨੂੰ ਆਪੇ ਲੈ ਕੇ ਮੇਰਾ ਕਸੂਰ ਆ ਤਾਂ ਮੈਨੂੰ ਦੱਸ। ਮੈਂਗਲ ਪਿੱਛੇ ਆ ਕੇ ਖੜ ਗਿਆ। ਮੈਂਗਲ ਸਿਆਣਾ ਸੀ, ਬਜ਼ੁਰਗ ਸੀ, ਉਹਨੂੰ ਐ ਸੀ ਫਰਕ ਕੋਈ ਨਹੀਂ, ਰਿਸ਼ਤੇਦਾਰੀ ਆ, ਆਪ ਇਹ ਰਿਸ਼ਤਾ ਕਰਾਇਆ ਸੀ ਅਸੀਂ, ਸਾਡੀ ਭੈਣ ਦੀ ਨਣਦ ਦੀ ਕੁੜੀ ਆ, ਸਾਡੀ ਭਾਣਜੀ ਲੱਗਦੀ ਆ। ਮੈਂਗਲ ਕਹਾ ਚੱਲ ਉੱਠਾ, ਰੌਲਾ ਨਾ ਪਾ, ਇਹਦਾ ਕੀ ਜਵਾਕੜੀ ਦਾ? ਆਥਣ ਹੋ ਗਿਆ। ਪ੍ਰਤਾਪੀ ਨੇ ਚਾਹ ਧਰਤੀ, ਬਰਾਂਡੇ 'ਚ ਗੱਲਾਂ ਹੋਣ ਲੱਗ ਗਈਆਂ। ਸੱਸ ਸਹੁਰਾ ਗੱਜਣ ਨੂੰ ਉਡੀਕਣ ਲੱਗੇ। ਚੰਦ ਕੌਰ ਨੇ ਝੋਲੇ 'ਚ ਸਮਾਨ ਅੰਦਰੋਂ ਪਾ ਲਿਆ, ਤੁਰਨ ਲੱਗੀ। ਤੂੰ ਕਿੱਥੇ ਨੂੰ ਚੱਲੀ ਆ? ਪ੍ਰਤਾਪੀ ਕਹਿੰਦੀ ਬਸ ਭੈਣੇ ਮੈਂ ਕਾਹਨੂੰ ਜਾਣਾ, ਮੈਂ ਤਾਂ ਬਹੁਤ ਔਖੀ ਐ, ਮੈਂ ਕਿਉਂ ਸੁਣਾ? ਭੂਆ ਜੀ ਬਹੁਤ ਗਲਤ ਬੋਲਦੀ ਐ। ਪ੍ਰਤਾਪੀ ਕਹਿੰਦੀ ਰੱਬ ਦਾ ਜੀ ਐ, ਇਹਨੂੰ ਕਿੱਧਰੋਂ ਮੈਂ ਕੱਢ ਦਿਆਂ ਘਰੋਂ? ਤੇਰਾ ਕੀ ਕਸੂਰ ਐ? ਕਸੂਰ ਤਾਂ ਉਹਦਾ ਬੁੱਚੜ ਦਾ ਜਿਹੜਾ ਲੈ ਕੇ ਆਇਆ। ਮੈਂ ਵੀ ਕਿਹਾ ਤਿਆਰ ਹੋ ਕੇ ਚੱਲ ਲਹਿਰੇ, ਚੱਲ ਤਿਆਰ ਹੋ ਕੇ ਚੱਲ ਬਦਰੇ, ਘੇੜੇ ਨਾਲ ਜਾਵੇ। ਇੱਕ ਦਿਨ ਆਰਤੀਏ ਦੇ ਕਹਿ ਕੇ ਲਹਿਰੇ ਹੋ ਗਿਆ, ਲਹਿਰੇ ਕਹਿੰਦਾ ਆਰਤੀਏ। ਪ੍ਰਤਾਪੀ ਨੂੰ ਪਤਾ ਲੱਗਿਆ ਵੀ ਬਦਰੇ ਵਾਲੇ ਬੰਤ ਬੁੱਚੇ ਨੇ ਇਹ ਬੀਜ ਬੀਜੇ। ਇੱਕ ਦਿਨ ਉਹ ਬੀਬੇ ਨੂੰ ਲੈ ਕੇ ਬਦਰੇ ਬਾਅਦ ਚਲੇ ਗਈ। ਭੂਆ ਤਾਂ ਪਹਿਲਾਂ ਹੀ ਤੱਪੀ ਬੈਠੀ ਸੀ, ਉਹ ਬਦਰੇ ਗਾਲਾਂ ਕੱਢੇ, ਗਾਲਾਂ ਗੂਲਾਂ ਮੁੱਕ ਗਈਆਂ। ਅਖੀਰ ਗਾਲਾਂ ਗੂਲਾਂ ਕੱਢ ਕੇ ਜਦ 2 ਦਿਨ ਮੁੜਿਆ ਹੀ ਨਾ, ਪ੍ਰਤਾਪੀ ਕਹਿੰਦੀ ਆਪਣੇ ਮਾਪਿਆਂ ਨੂੰ ਤੁਸੀਂ ਜਾਓ, ਉਹ ਤਾਂ ਗਿਆ ਪਤਾ ਨਹੀਂ ਕਿਤੇ ਖੂਹ ਖਾਤੇ 'ਚ ਨਾ ਪੈ ਜਾਵੇ, ਕਿਤੇ ਮੈਂ ਵੀ ਡੰਡੀ ਨਾ ਹੋ ਜਾ, ਤੁਸੀਂ ਆਪਣਾ ਜਾਓ, ਅਸੀਂ ਆਪੇ ਸਮਝਾਂਗੇ ਸਾਰਾ ਕੁਛ। ਰੋਟੀ ਪਾਣੀ ਚੱਲਦਾ ਰਿਹਾ। ਬਾਹਰਲੇ ਘਰੇ ਮਾੜੂ ਪੈਂਦਾ ਸੀ। ਇੱਕ ਦਿਨ ਬਾਹਰਲੇ ਬੈਠੇ 10-12 ਦਿਨ ਹੋ ਗਏ ਸੀ ਬੈਠੇ। ਗੱਜਣ ਨੇ ਮਾੜੂ ਨੂੰ ਕਿਹਾ ਐ ਕਰੀਓ ਤੂੰ, ਹਾਂਜੀ ਤੂੰ ਬਾਹਰਲੇ ਘਰੇ ਨਾ ਹੋ ਸੋਇਆ ਕਰ, ਤੂੰ ਆਪਣੇ ਘਰੇ ਸੋਇਆ ਕਰ। ਐ ਕਿਉਂ? ਬਸ ਬਾਹਰਲਾ ਘਰ ਹੁਣ ਵਸਾਉਣਾ ਪੈਣਾ। ਮਿਸਤਰੀ ਸੱਦ ਲਿਆ। ਬਾਹਰਲਾ ਇੱਕ ਕੋਠਾ ਸੀ, ਉਹਨਾਂ ਨੇ ਇੱਕ ਬੈਠਕ ਪਾਤੀ, ਝਲਿਆਨੀ ਪਾਤੀ, ਮਹੀਨੇ ਦੇ ਵਿੱਚ ਬਾਹਰਲਾ ਘਰ ਤਿਆਰ ਕਰਤਾ। ਅੰਦਰ ਜਦ ਆਏ ਬੰਦੇ ਸੱਦ ਕੇ ਲਿਆ ਕੇ ਪ੍ਰਤਾਪੀ ਨੇ ਦੇਖਿਆ 5-7 ਬੰਦੇ ਅੰਦਰ ਲਾ ਗਏ। ਲੈ ਵੀ ਦੇਖੋ ਪੇਟੀ ਕਿੱਥੇ ਆ? ਪ੍ਰਤਾਪੀ ਕਹਿੰਦੀ ਕੀ ਗੱਲ? ਨਾ ਬਾਹਰਲੇ ਘਰ ਚੰਦ ਕੌਰ ਨੂੰ ਕਰ ਦੇਣਾ ਅੱਡ, ਸਮਾਨ ਇਹਦਾ ਲਿਆਓ। ਕਿੱਥੇ ਆ ਸਾਰਾ ਭਾਈ? ਕੱਢੋ ਕਿੱਥੇ ਆ ਸਮਾਨ? ਗੱਜਣ ਕਦੇ ਵਿਹੜੇ 'ਚ ਮੁੜ ਜਵੇ, ਕਦੇ ਅੰਦਰ ਆ ਜਵੇ। ਮੁੰਡੇ ਬਾਹਰ ਖੜੇ, ਮੁੰਡੇ ਤਿਆਰ ਕਰਕੇ ਦਿੰਦੇ ਸੀ। ਪ੍ਰਤਾਪੀ ਕਹਿੰਦੇ ਜਾਓ ਭਾਈ, ਤੁਸੀਂ ਜਾਓ, ਸਮਾਨ ਸਮੂਨ ਇੱਥੇ ਰਹੂ, ਅਸੀਂ ਨਹੀਂ ਭੇਜਣਾ ਕੋਈ ਸਮਾਨ, ਇੱਥੇ ਰਹੂ, ਇਹਨੂੰ ਕੀ ਆ, ਸਾਡਾ ਅਸੀਂ ਭੈਣਾਂ ਦੋਨੇ। ਪ੍ਰਤਾਪੀ ਨੂੰ ਆਪਣਾ ਕੰਮ ਸਾਰਾ ਚੰਦ ਕੌਰ ਨੇ, ਭਾਵੇਂ ਤਾਂ ਮਾਸੀ ਕਰਦੇ ਜਵਾਕ ਸਦਾ ਹੀ ਚੰਦ ਕੌਰ ਦੇ ਆਲੇ ਦੁਆਲੇ ਫਿਰਨ, ਪ੍ਰਤਾਪੀ ਨੂੰ ਕੰਮ ਤੋਂ ਜਮਾਂ ਹੀ ਵਿਹਲ ਮਿਲ ਗਈ। ਪ੍ਰਤਾਪੀ ਦਿਮਾਗ 'ਚ ਸੋਚਦੀ ਵੀ ਜੇ ਆਉਂਦੀ ਤਾਂ ਵੀ ਜ਼ਮੀਨ ਵੰਡਣੀ ਸੀ, ਹੁਣ ਮੇਰੇ 3 ਜਵਾਕਾਂ ਨੂੰ 16 ਘੁੰਮੈ। ਅਖੀਰ ਨਾ ਮੈਂ ਤਾਂ ਛੱਤਿਆ ਹੋਇਆ ਬਾਹਰ, ਸਿਆਪੇ 'ਚ ਮੈਂ ਕਾਹਨੂੰ ਪਾਉਣਾ? ਤੂੰ ਕਲੇਸ਼ ਕਰਦੀ ਐ, ਇਹ ਬਾਹਰਲੇ ਘਰੇ ਰਹੇ, ਤੂੰ ਅੰਦਰਲੇ ਘਰੇ ਰਹੇ, ਮੈਂ ਜਿੱਥੇ ਮਰਜ਼ੀ 2 ਟੁੱਕ ਖਾਣੇ ਨੇ, ਮੈਂ ਹੋਰ ਕੀ ਕਰਨਾ? ਮੈਂ ਤਾਂ ਜਵਾਕਾਂ ਖਾਤਰ ਹੂਲਾ ਪੱਕ ਬੈਠਿਆ, ਮੈਂ ਤਾਂ ਪੰਗਾ ਪਾ ਲਿਆ, ਚਿੱਟੀ ਦਾੜੀ ਨੂੰ ਮੈਂ ਤਾਂ ਦਾਗ ਲਵਾ ਲਿਆ। ਖੜਾ ਗੱਜਣ ਕਹੀ ਜਾਂਦੇ, ਪਿੱਛੋਂ ਝੱਗਾ ਇਕੱਠਾ ਕਰਕੇ ਉਹਨੇ ਨੀਕਰ ਤੋਂ ਉੱਪਰ ਚੱਕ ਲੈਣ ਵਾਲੇ ਖਾਜ ਪਿੱਛੇ ਕਰੇ, ਢਿੱਡ ਤੇ ਪਿੱਠ ਤੋਂ ਉੱਪਰਲੇ ਬੰਨੇ। ਸਾਰੇ ਬੰਦੇ ਫਿਰ ਚੰਗਾ ਬੰਦਾ ਤੁਸੀਂ ਜਾਓ, ਫਿਰ ਤੁਹਾਡੀ ਚਾਚੀ ਮੰਨਦੀ ਨਹੀਂ ਸਮਾਨ ਨੂੰ। ਅਖੀਰ ਹੱਥ ਨੇ ਰੌਲਾ ਕੌਲਾ ਕਰਕੇ ਬਾਹਰਲੀ ਬੈਠਕ ਸਜਾਤੀ, ਬਾਹਰਲੇ ਵਿਹੜੇ ਦੀ। ਪ੍ਰਤਾਪੀ ਨੇ ਨੂੰ ਰੋਟੀ ਜਿੰਨਾ ਸਮਾਨ ਧੱਕੇ ਨਾਲ ਆਟੇ ਉੱਤੇ ਲੈ ਗਿਆ। ਪ੍ਰਤਾਪੀ ਨੇ ਬਾਹਰਲੇ ਬੰਨੇ, ਬਾਹਰਲੇ ਵਿਹੜੇ 'ਚ ਰਸੋਈ ਬਣਾ ਲਈ। ਸਮਾਨ ਨਾਲ ਲਿਜਾਣ ਦਿੱਤਾ ਪ੍ਰਤਾਪੀ ਨੇ, ਪਰ ਚੰਦ ਕੌਰ ਨੇ ਬਾਹਰਲੇ ਵਿਹੜੇ 'ਚ ਸਾਰਾ ਸਮਾਨ ਧਰ ਲਿਆ, ਰੋਟੀ ਪੈਂਦੀ। ਹੁਣ ਗੱਜਣ ਕਦੇ ਖੂਹ ਤੇ, ਕਦੇ ਅੰਦਰਲੇ ਘਰੇ ਰੋਟੀ, ਕਦੇ ਬਾਹਰਲੇ ਘਰੇ ਰੋਟੀ। ਰੋਟੀ ਖਾਂਦਾ ਹੀ ਤੁਰ ਕੇ ਚਲੇ ਜਾਂਦਾ। ਉਹ ਪ੍ਰਤਾਪੀ ਕਹਿੰਦੀ ਕਿੱਥੇ ਜਾਣਾ? ਚੱਲ ਚਾਹ ਬਾਹਰਲੇ ਘਰੇ ਪੀ ਲੂ ਮੈਂ। ਉਧਰੋਂ ਰੋਟੀ ਖਾਂਦਾ ਕਹਿੰਦਾ ਆ ਕੇ ਚੱਲ ਅੱਛੀ ਅੰਦਰਲੇ ਘਰੇ ਪੀਣਾ। ਚੰਦ ਕੌਰ ਤੇ ਪ੍ਰਤਾਪੀ ਇੱਕ ਦਿਨ ਦੁਪਹਿਰੇ ਬੈਠੀਆਂ, ਦੋਨੇ ਖੂਹ ਤੋਂ ਆ ਗਿਆ। ਗਰਮੀ ਬਹੁਤ, ਸ਼ਿਕੰਜਵੀ ਬਣਾਓ। ਪ੍ਰਤਾਪੀ ਕਹਿੰਦੀ ਕਿਹੜੇ ਘਰੇ ਪੀਵੇਂਗਾ? ਘਰ ਤਾਂ ਕੋਈ, ਹੁਣ ਤੁਸੀਂ ਦੋਨੇ ਹੀ ਹੋ, ਜਿੱਥੇ ਮਰਜ਼ੀ ਬਣਾ ਲਓ, ਇੱਧਰ ਬਣਾ ਲਓ, ਉੱਧਰ ਬਣਾ ਲਓ। ਪ੍ਰਤਾਪੀ ਕਹਿੰਦੀ ਫਿਰ ਜਿਹੜਾ ਕੁਛ ਤੂੰ ਕਰਦਾ ਫਿਰਦਾ
ਸਰਮਸਤੀਆਂ, ਕਦੇ ਬਾਹਰਲੇ ਘਰੇ ਜਾ ਵੜਿਆ, ਕਦੇ ਅੰਦਰੇ ਬੈਠਿਆ, ਦੋਨੇ ਅਸੀਂ ਭੈਣਾਂ ਬੈਠੀਆਂ ਤੇ ਇੱਕ ਜਗ੍ਹਾ ਹੀ ਸ਼ਿਕੰਜਵੀ ਪੀ ਲਾ ਤੂੰ, ਚਲ ਇੱਥੇ ਬਣਾ ਲਓ, ਫਿਰ ਮੈਂ ਤਾਂ ਮੰਜਾ ਡਾਹ ਲੈਂਦਾ। ਗੱਜਣ ਨੇ ਮੰਜਾ ਖਿੱਚ ਕੇ ਡਾਹ ਲਿਆ, ਦੋਨੇ ਭੈਣਾਂ ਹੱਸਦੀਆਂ ਨੇ, ਚੀਨੀ ਜਦੇ ਪਾਣੀ 'ਚ ਘੋਲ ਲਈ, ਨਿੰਬੂ ਚੱਕ ਕੇ ਖੜਾ ਕੇ ਗਲਾਸ 3 ਲਿਆ ਕੇ ਬੜੇ ਜੱਗ ਨਾਲ ਕੋਲ ਬਹਿ ਗਏ। ਪ੍ਰਤਾਪੀ ਝਾਕ ਕੇ ਗੱਜਣ ਵੱਲ ਕਹਿੰਦੀ, ਗੱਲ ਸੁਣ ਲਾ, ਜਿਹੜਾ ਕੁਛ ਤੂੰ ਝੱਜੂ ਖੇੜਾ ਪਾਉਣਾ ਸੀ ਪਾ ਲਿਆ, ਹੁਣ ਬੰਦਾ ਬਣ ਕੇ ਲਾਣੇਦਾਰ ਬਣ ਕੇ ਰਹਿ, ਅਸੀਂ ਭੈਣਾਂ ਬਣ ਕੇ ਰਹਿਣੀ। ਸ਼ਿਕੰਜਵੀ ਪੀਂਦਾ, ਮੁੱਛਾਂ ਦੇ ਵਿੱਚ ਫਸੇ ਨਿੰਬੂ ਦੇ ਪੱਤਾਂ ਨੂੰ ਕੱਢਦਾ, ਥੁੱਕਦਾ, ਕਰਦਾ ਚੰਗਾ ਫਿਰ ਜਿਵੇਂ ਮਰਜ਼ੀ ਕਰੋ, ਮੈਂ ਦਿਨੇ ਜੇ ਥੱਕਿਆ ਹੂੰ ਮੈਂ ਬਾਹਰਲੇ ਘਰੇ ਪਿਆ ਕਰੂੰ। ਜਦ ਲੰਘਿਆ ਤਾਂ ਦੋਨੇ ਭੈਣਾਂ ਖਿੜਖਿੜ ਕੇ ਬਾਹਰਲਾ ਘਰ ਜੀ ਦੀ ਕਹਾਣੀ ਇਹ ਪਹਿਲਾਂ ਵੀ ਸੁਣਾਈ ਆ ਮੈਂ, ਪਰ ਕਹਾਣੀ ਉਹਨਾਂ ਦੇ ਨਾਵਲ ਦੇ ਵਿੱਚੋਂ, ਪ੍ਰਤਾਪੀ ਚੋਂ, ਤੇ ਵਧੀਆ ਬਹੁਤ ਲੱਗਦੀ ਹੈ, ਤਾਂ ਇੱਕ ਵਾਰ ਹੋਰ ਸੁਣਾਈ। ਇੱਕ ਸ਼ੋਕ ਸਮਾਚਾਰ ਦੀ ਕਿ ਸਰਦਾਰ ਸੁਖਦਰਸ਼ਨ ਸਿੰਘ ਜੀ ਗਿੱਲ ਪਿੰਡ ਢੁੱਡੀ ਕੇ ਮੋਗਾ 9 ਅਕਤੂਬਰ ਨੂੰ ਸਵਰਗ ਸਿਧਾਰ ਗਏ। ਸੰਸਕਾਰ ਉਹਨਾਂ ਦਾ ਐਤਵਾਰ ਨੂੰ 17 ਅਕਤੂਬਰ ਆਉਣ ਵਾਲੇ ਐਤਵਾਰ ਨੂੰ 3 ਵਜੇ ਰਿਵਰਸਾਈਡ ਫਿਊਨਰਲ ਹਾਲ 'ਚ ਹੋਣਾ। 4:30 ਵਜੇ ਅਰਦਾਸ, ਅੰਤਮ ਅਰਦਾਸ ਜਿਹੜੀ ਖਾਲਸਾ ਦੀਵਾਨ ਸੁਸਾਇਟੀ ਅਬਸਪੋਰਟ 'ਚ ਪਏਗੀ। ਸਰਦਾਰਨੀ ਬਲਵੀਰ ਕੌਰ ਗਿੱਲ ਪਤਨੀ, ਫੋਨ 604-855-0180। ਰਮਿੰਦਰ ਸਿੰਘ ਸਪੁੱਤਰ, ਸੁਬਨਿੰਦਰ ਸੁਪੁੱਤਰ, ਰਾਣੀ ਸਿੰਘ ਨੂੰ, ਰੁਪਿੰਦਰ ਕੌਰ ਮੁੰਡੀ ਧੀ, ਸੁਖ ਮੁੰਡੀ ਜਵਾਈ, ਜੱਟੂ ਸਪੁੱਤਰੀ, ਰਵਿੰਦਰ ਕੌਰ ਸਪੁੱਤਰੀ, ਹਰਨੇਕ ਗਿੱਲ ਵੱਡੇ ਭਾਈ ਸਾਹਿਬ ਸਨ। ਤੇ ਫੋਨ ਨੰਬਰ 604-855-0180 ਹੈ ਸਰਦਾਰਨੀ ਬਲਵੀਰ ਕੌਰ ਗਿੱਲ ਦਾ, ਤੇ ਪਰਿਵਾਰ ਨਾਲ ਤੁਸੀਂ ਦੁੱਖ ਸਾਂਝਾ ਕਰ ਸਕਦੇ ਹੋ। ਹਰਪਾਲ ਸਿੰਘ ਜੀ ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ ਹਫਤਾ, ਮੇਰੇ ਖਿਆਲ ਨਾਲ ਹਫਤਾ 2 ਹਫਤੇ ਹੋ ਗਏ ਜੀ, ਕਿਤੇ ਰਮਾਣਾ ਸਾਹਿਬ ਗੱਲ ਸੁਣਾ ਰਹੇ ਸੀਗੇ, ਕਹਿੰਦੇ ਵੀ ਜਦੋਂ ਸ਼ੁਰੂ ਕੀਤੀ ਹੈ ਜੀ ਕਹਾਣੀ ਸੁਣਾਉਣੀ, ਵੀ ਗਿੱਲ ਸਾਹਿਬ ਲੱਭਦੇ ਹੁੰਦੇ ਸੀ ਵੀ ਕਿਹੜੀ ਵਧੀਆ ਕਿਹੜੀ ਕਹਾਣੀ ਸੁਣਾਈ ਜਾਵੇ, ਕਿਵੇਂ ਤਿਆਰ ਕੀਤੀ ਜਾਵੇ, ਹੈ ਜੀ। ਉਹ ਕਹਿੰਦੇ ਵੀ ਹੁਣ ਕਹਾਣੀ ਲੱਭਦੀ ਆ ਗਿੱਲ ਸਾਹਿਬ ਨੂੰ, ਵੀ ਜੇ ਕਿਤੇ ਉਹ ਮੈਨੂੰ ਪੜ੍ਹ ਦੇਣ ਜਾਂ ਉਹ ਸੁਣਾ ਦੇਣ ਜੀ, ਉਹਨਾਂ ਦੀ ਗੱਲ 100% ਬਿਲਕੁਲ ਸਹੀ ਆ ਜੀ। ਕਹਾਣੀ ਜਿੱਦਾਂ ਪਹਿਲਾਂ ਵਾਲੀ ਵੀ ਸੁਣੀ ਆ ਜੀ, ਹੁਣ ਵੀ ਸੈਟਰਡੇ ਸੰਡੇ ਕਹਾਣੀਆਂ ਸੁਣੀਆਂ ਨੇ ਕੰਮ ਤੇ ਤੁਹਾਡੀਆਂ, ਜਦੋਂ ਰੇਡੀਓ ਨਹੀਂ ਚੱਲਦਾ ਹੁੰਦਾ ਜੀ, ਐਨ ਸੀਨ ਬਣ ਜਾਂਦਾ ਜੀ ਫਿਲਮ ਦਾ ਪੂਰਾ ਗਿੱਲ ਸਾਹਿਬ ਟੋਟਲ। ਉਹ ਜਦੋਂ ਕੁੜਤਾ ਚੱਕੀ ਖੜਾ ਪਿੱਛੋਂ ਹਨਾ ਜੀ, ਬੁੱਚਾ ਕੰਨ ਤੇ ਹੱਥ ਫੇਰ ਰਿਹਾ, ਉਹ ਪੂਰਾ ਪਿੰਡ ਦਾ ਕਰੈਕਟਰ ਜਮਾਂ ਹੀ ਸੇਮ ਫਿਲਮ ਬਣਾ ਕੇ ਸਾਹਮਣੇ ਪੇਸ਼ ਕਰ ਦਿੰਦੇ ਹੋ ਜੀ। ਪਤਾ ਨਹੀਂ ਕੀ ਤੁਹਾਡੀ ਜਿਵੇਂ ਹੈਗਾ ਸਿਸਟਮ ਜੀ, ਵਾਹਿਗੁਰੂ ਦੀ ਬਖਸ਼ਿਸ਼ ਹੈ। ਆਪ ਵੀ ਪੜ੍ਹੀ ਦੀ ਆ ਬੁੱਕ ਤੇ ਕਹਾਣੀ ਪੜ੍ਹਦੇ ਆ, ਜਾਂ ਹੁਣ ਸੋਸ਼ਲ ਮੀਡੀਆ ਤੇ ਕਿੰਨਾ ਕੁਛ ਪਾਇਆ ਹੁੰਦਾ, ਕੋਈ ਜਿਹੜੇ ਨੇ ਗੱਲਾਂ ਅਸੀਂ ਪੜ੍ਹਨਾ ਸਾਨੂੰ ਉਹ ਨਜ਼ਾਰਾ ਨਹੀਂ ਆਉਂਦਾ ਜੀ, ਜਦੋਂ ਤੁਸੀਂ ਚਿੱਲ ਕਰਾਉਂਦੇ ਹੋ, ਉਹ ਸਾਰਾ ਕੁਛ ਕਰਦੇ ਹੋ ਨਾ ਜੀ, ਬਹੁਤ ਜ਼ਿਆਦਾ ਵਧੀਆ ਸੀਗਾ ਜੀ। ਮੈਂ ਵੀ ਇਸੇ ਲਈ ਫੋਨ ਕੀਤਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ ਵੀਰੇ, ਥੈਂਕ ਯੂ। ਧੰਨਵਾਦ ਜੀ, ਧੰਨਵਾਦ ਡਾਕਟਰ ਮਾਣਾ, ਧੰਨਵਾਦ ਜਿਹੜੇ ਉਹਨਾਂ ਨੇ ਇਸ ਤਰ੍ਹਾਂ ਗੱਲਬਾਤ ਕੀਤੀ ਹੈ, ਮੈਂ ਸੁਣੀ ਨਹੀਂ। ਧੰਨਵਾਦ ਤੁਸੀਂ ਜਿਹੜਾ ਦੱਸਿਆ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਆਸ ਹੈ ਕਿ ਤੁਸੀਂ ਪਸੰਦ ਕੀਤਾ ਹੋਵੇਗਾ। ਇੱਕ ਗੀਤ ਉਹਨੂੰ ਸੁਣਾਉਣਾ ਅਖੀਰ 'ਚ। ਰੱਬ ਰੱਖਾ।